ਲਈ ਭਲਾ ਆ। ਜੇ ਪਰਮੇਸ਼ਵਰ ਦੇ ਨੇੜੇ ਦਾਊਦ ਗਿਆ ਤੇ ਮੇਰੇ ਜੋ ਭੇਡਾਂ ਨੂੰ ਚਾਰਨ ਵਾਲਾ ਚਰਵਾਹਾ ਇਜ਼ਰਾਈਲ ਦਾ ਪਾਤਸ਼ਾਹ ਠਹਿਰਾ ਦਿੱਤਾ ਗਿਆ। ਤੇ ਜੇ ਪਰਮੇਸ਼ਵਰ ਦੇ ਨੇੜੇ ਰਿਹਾ ਤੇ ਮੇਰੇ ਜੋ ਉੱਚਾ ਕੀਤਾ ਗਿਆ। ਸ਼ਾਊਲ ਜੇ ਪਰਮੇਸ਼ਵਰ ਦੇ ਨੇੜੇ ਗਿਆ ਤੇ ਪਰਮੇਸ਼ਵਰ ਨੇ ਉਹਨੂੰ ਇਜ਼ਰਾਈਲ ਦਾ ਪਾਤਸ਼ਾਹ ਉਹਨੂੰ ਵੀ ਠਹਿਰਾ ਦਿੱਤਾ। ਪਰ ਜਦੋਂ ਆਪਣੀ ਮਨਮਰਜ਼ੀ ਕਰਨੀ ਸ਼ੁਰੂ ਕੀਤੀ ਮੇਰੇ ਜੋ ਭਾਵ ਕਿ ਸ਼ਾਊਲ ਪਰਮੇਸ਼ਵਰ ਤੋਂ ਦੂਰ ਹੋਣ ਲੱਗ ਪਿਆ ਤੇ ਪਰਮੇਸ਼ਵਰ ਨੇ ਸਾਰਾ ਰਾਜ ਭਾਗ ਜੋ ਗਵਾਹੀ ਜੋ ਆਸ਼ੀਸ਼ ਸ਼ਾਊਲ ਨੂੰ ਦਿੱਤੀ ਸੀ ਉਹ ਖੋਹ ਲਈ ਗਈ। ਜਿੰਨਾ ਪਰਮੇਸ਼ਵਰ ਤੋਂ ਦੂਰ ਰਵਾਂਗੇ ਉਨੀ ਆਸ਼ੀਸ਼ ਖੋਈ ਜਾਵੇਗੀ, ਜਿੰਨਾ ਪਰਮੇਸ਼ਵਰ ਦੇ ਨੇੜੇ ਰਵਾਂਗੇ ਉਨੀ ਆਸ਼ੀਸ਼ ਵਧਦੀ ਜਾਵੇਗੀ। ਹਾਲੇਲੂਇਆ। ਸੋ ਆਪਣੇ ਆਪ ਨੂੰ ਚੈੱਕ ਕਰਨਾ ਆ, ਅਸੀਂ ਕਿੰਨੇ ਕੁ ਭਰੇ ਹੋਏ ਆ, ਕਿੰਨੇ ਕੁ ਅਸੀਂ ਅੰਦਰੋਂ ਖਾਲੀ ਆ। ਜਿੰਨੇ ਕਿੰਨੇ ਭਰੇ ਹੋਏ ਆ, ਕਾਹਦੇ ਨਾਲ ਭਰੇ ਹੋਏ ਆ, ਇਹਦੇ ਵੱਲ ਵੀ ਧਿਆਨ ਦੇਣਾ, ਕਿਉਂਕਿ ਖਾਲੀਪਨ ਜਿਹੜਾ ਆ ਉਹ ਖਤਰੇ ਦਾ ਸੰਕੇਤ ਆ। ਖਾਲੀਪਨ ਖਤਰੇ ਦਾ ਸੰਕੇਤ ਆ। ਬਾਈਬਲ ਦੇ ਵਿੱਚੋਂ ਅਸੀਂ ਪੜਾਂਗੇ ਮੱਤੀ ਦੀ ਅੰਜੀਲ 12 ਅਧਿਆਏ ਉਹਦੀ 43 ਆਇਤ ਨੂੰ ਪੜ੍ਹੀਏ, ਧਿਆਨ ਨਾਲ ਸੁਣਾਂਗੇ। ਉਸ ਤੋਂ ਬਾਅਦ ਮੈਂ ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਵੱਲ ਜਾਵਾਂਗਾ ਜਿਹੜਾ ਪਰਮੇਸ਼ਵਰ ਨੇ ਆਤਮਾ ਦੁਆਰਾ ਖੋਲਣਾ ਆ। ਪੜ੍ਹੀਏ ਬਾਈਬਲ ਦੇ ਵਿੱਚੋਂ ਮੱਤੀ 12 ਉਹਦੀ 43 ਆਇਤ। ਪਰ ਜਦ ਭ੍ਰਿਸ਼ਟ ਆਤਮਾ ਮਨੁੱਖ ਤੋਂ ਨਿਕਲ ਗਿਆ ਹੋਵੇ ਤਾਂ ਸੁੱਕੀਆਂ ਥਾਵਾਂ ਵਿੱਚ ਆਰਾਮ ਭਾਲਦਾ ਫਿਰਦਾ ਹੈ ਪਰ ਨਹੀਂ ਲੱਭਦਾ। ਤਦ ਉਹ ਆਖਦਾ ਹੈ ਭਈ ਮੈਂ ਆਪਣੇ ਘਰ ਜਿੱਥੋਂ ਨਿਕਲਿਆ ਸਾਂ ਮੁੜ ਜਾਵਾਂਗਾ, ਅਤੇ ਆਣ ਕੇ ਉਹਨੂੰ ਵਿਹਲਾ ਅਤੇ ਝਾੜਿਆ ਸਵਾਰਿਆ ਹੋਇਆ ਵੇਖਦਾ ਹੈ। ਤਦ ਉਹ ਜਾ ਕੇ ਹੋਰ 7 ਆਤਮੇ ਆਪਣੇ ਨਾਲੋਂ ਵੀ ਭੈੜੇ ਸੰਗ ਲਿਆਉਂਦਾ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਵਸਦੇ ਹਨ। ਤਾਂ ਉਸ ਮਨੁੱਖ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ। ਹਾਲੇਲੂਇਆ। ਸੋ ਇਸ ਪਵਿੱਤਰ ਵਚਨ ਨੂੰ ਅਸੀਂ ਪੂਰੀ ਤਰ੍ਹਾਂ ਚ ਸਮਝਣਾ ਆ। ਇੱਥੇ ਖਾਲੀਪਨ ਦੀ ਗੱਲ ਕੀਤੀ ਗਈ ਆ। ਸ਼ੈਤਾਨ ਕਿਹਦੇ ਉੱਤੇ ਹਮਲਾ ਕਰਦਾ, ਕੌਣ ਸ਼ੈਤਾਨ ਦਾ ਸ਼ਿਕਾਰ ਬਣ ਜਾਂਦਾ ਤੇ ਕਿਹਦੇ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ 'ਚ ਮੁਸ਼ਕਲ ਆ ਸਕਦੀ ਆ, ਜਿਹੜਾ ਇਨਸਾਨ ਪਰਮੇਸ਼ਵਰ ਨੂੰ ਜਾਣਨ ਤੋਂ ਬਾਅਦ ਵੀ ਆਪਣੇ ਆਪ ਨੂੰ ਖਾਲੀ ਰੱਖਦਾ ਆ। ਲਿਖਿਆ ਜਦ ਸ਼ੈਤਾਨ ਭ੍ਰਿਸ਼ਟ ਆਤਮਾ ਇਨਸਾਨ ਚੋਂ ਨਿਕਲਦਾ, ਸੁੱਕੀਆਂ ਥਾਵਾਂ ਦੇ ਵਿੱਚ ਉਹ ਆਪਣੇ ਲਈ ਸਥਾਨ ਲੱਭਦਾ। ਫਿਰ ਉਹਨੂੰ ਕਿਤੇ ਵੀ ਸਥਾਨ ਨਾ ਮਿਲਣ ਕਰਕੇ ਉਹ ਵਾਪਸ ਉਸੇ ਸਥਾਨ ਦੇ ਵੱਲ ਜਾਣ ਸੋਚਦਾ ਆ ਕਿ ਜਿੱਥੋਂ ਮੈਂ ਨਿਕਲਿਆ ਮੈਂ ਵਾਪਸ ਉੱਥੇ ਜਾਵਾਂਗਾ। ਹੁਣ ਉਸ ਭ੍ਰਿਸ਼ਟ ਆਤਮਾ ਨੂੰ ਕੱਢਿਆ ਕਿਹਨੇ ਆ? ਪਰਮੇਸ਼ਵਰ ਨੇ। ਉਸ ਭ੍ਰਿਸ਼ਟ ਆਤਮਾ ਨੂੰ ਕੱਢਿਆ ਕਿਹਨੇ ਆ? ਪਰਮੇਸ਼ਵਰ ਦੇ ਪਵਿੱਤਰ ਵਚਨ ਨੇ। ਉਸ ਭ੍ਰਿਸ਼ਟ ਆਤਮਾ ਨੂੰ ਕੱਢਿਆ ਕਾਹਦੇ ਦੁਆਰਾ ਆ? ਪ੍ਰਾਰਥਨਾ ਦੇ ਦੁਆਰਾ। ਪ੍ਰਾਰਥਨਾ ਤੇ ਵਚਨ ਤੇ ਪਰਮੇਸ਼ਵਰ ਇਹ ਪਵਿੱਤਰ ਸ਼ਕਤੀ ਨੂੰ ਦਰਸਾਉਂਦਾ ਹੈ ਹੀ ਪਵਿੱਤਰ ਸ਼ਕਤੀ। ਹੁਣ ਭ੍ਰਿਸ਼ਟ ਆਤਮਾ ਜਦੋਂ ਬਾਹਰ ਨਿਕਲ ਜਾਂਦਾ ਆ, ਬਿਮਾਰੀ ਸਰੀਰ ਚੋਂ ਬਾਹਰ ਨਿਕਲਦੀ ਆ, ਸ਼ਰਾਬ ਜ਼ਿੰਦਗੀ ਚੋਂ ਬਾਹਰ ਨਿਕਲਦਾ ਆ, ਗਰੀਬੀ ਘਰੋਂ ਬਾਹਰ ਨਿਕਲਦੀ ਆ, ਨਸ਼ਾ ਜ਼ਿੰਦਗੀ ਚੋਂ ਬਾਹਰ ਨਿਕਲਦਾ ਆ, ਪ੍ਰੋਬਲਮ ਚਲੀ ਜਾਂਦੀ ਆ, ਬੋਝ ਖਤਮ ਹੋ ਜਾਂਦੇ ਆ। ਤਾਂ ਮੇਰੇ ਜੋ ਉਹ ਬੋਝ, ਪਰੇਸ਼ਾਨੀ, ਗਰੀਬੀ, ਸ਼ਰਾਬ, ਨਸ਼ਾ, ਹਰ ਤਰ੍ਹਾਂ ਦੀ ਬਿਮਾਰੀ ਲਗਾਉਣ ਵਾਲੀ ਆਤਮਾ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਮੇਰੇ ਇੱਕ ਇਨਸਾਨ ਦੀ ਜ਼ਿੰਦਗੀ ਚੋਂ ਅੱਡ ਹੁੰਦੀ ਆ, ਬਾਹਰ ਉਹਨੂੰ ਕਿਤੇ ਜਗ੍ਹਾ ਨਹੀਂ ਮਿਲਦੀ, ਕਿਉਂਕਿ ਉਹਨੇ ਵੀ ਕਿਤੇ ਵਸਣਾ ਆ, ਉਹਨੇ ਵੀ ਕਿਤੇ ਰਹਿਣਾ ਆ, ਪਰ ਬਾਹਰ ਸੰਸਾਰ ਦੇ ਵਿੱਚ ਕਿਤੇ ਵੀ ਉਹਨੂੰ ਜਗ੍ਹਾ ਨਹੀਂ ਮਿਲਦੀ। ਉਹ ਸੋਚਦਾ ਆ ਕਿਉਂ ਨਾ ਮੈਂ ਉਸ ਸਥਾਨ ਤੇ ਵਾਪਸ ਜਾਵਾਂ ਜਿਸ ਸਥਾਨ ਤੋਂ ਮੈਨੂੰ ਕੱਢਿਆ ਗਿਆ ਆ। ਜਦੋਂ ਵਾਪਸ ਆਉਂਦਾ ਆ ਤਾਂ ਲਿਖਿਆ ਜਦ ਉਹਨੂੰ ਖਾਲੀ, ਝਾੜਿਆ ਤੇ ਸਵਾਰਿਆ ਹੋਇਆ ਵੇਖਦਾ। ਕੀ ਦੇਖਦਾ ਆ? ਸਿਰ ਉਹ ਖਾਲੀ ਆ, ਝਾੜਿਆ ਵੀ ਪਿਆ ਆ, ਸਵਾਰਿਆ ਵੀ ਪਿਆ ਆ। ਕਿਉਂਕਿ ਜਦ ਪਰਮੇਸ਼ਵਰ ਨੇ ਮੇਰੇ ਇੱਕ ਵਿਅਕਤੀ ਦੇ ਵਿੱਚੋਂ ਇਹ ਸਭੋ ਕੁਝ ਕੱਢ ਦਿੱਤਾ, ਉਹਦੇ ਜੀਵਨ ਦੇ ਵਿੱਚੋਂ ਹਰ ਇੱਕ ਬੁਰਾਈ, ਹਰ ਤਰ੍ਹਾਂ ਦੀ ਗੰਦਗੀ ਖਤਮ ਕਰ ਦਿੱਤੀ, ਉਹ ਮੇਰੇ ਜੋ ਝਾੜਿਆ ਗਿਆ ਆ, ਉਹ ਰੂਹ ਸਵਾਰੀ ਗਈ ਆ, ਪਰ ਖਾਲੀ ਪਈ ਆ। ਸ਼ੈਤਾਨ ਵੀ ਨਿਕਲ ਗਿਆ, ਲੇਕਿਨ ਉਸ ਵਿਅਕਤੀ ਨੇ ਪਰਮੇਸ਼ਵਰ ਵੱਲ ਧਿਆਨ ਵੀ ਨਹੀਂ ਦਿੱਤਾ। ਉਹ ਖਾਲੀ ਜ਼ਿੰਦਗੀ ਆਪਣੇ ਲਈ ਵੱਡੇ ਖਤਰੇ ਨੂੰ ਪੈਦਾ ਕਰਦੀ ਆ। ਲਿਖਿਆ ਜਦੋਂ ਉਹਨੂੰ ਪਤਾ ਲੱਗ, ਸ਼ੈਤਾਨ ਦੇਖਦਾ ਕਿ ਇਹ ਖਾਲੀ ਆ
ਪਹਿਲੇ ਨਾਲੋਂ ਜ਼ਿਆਦਾ ਸਵਾਰਿਆ ਹੋਇਆ, ਪਹਿਲੇ ਨਾਲੋਂ ਜ਼ਿਆਦਾ ਇਹ ਸਾਫ਼ ਆ ਤੇ ਮੈਂ ਹੁਣ ਇਕੱਲੇ ਨੇ ਨਹੀਂ ਵਸਣਾ, ਕਿਉਂਕਿ ਮੈਨੂੰ ਇਕੱਲੇ ਨੂੰ ਪਹਿਲਾਂ ਇਹਨਾਂ ਨੇ ਖਤਮ ਕੀਤਾ। ਹੁਣ ਮੈਂ ਆਪਣੇ ਨਾਲ ਦੇ 7 ਸਾਥੀ ਆਪਣੇ ਤੋਂ ਜ਼ਿਆਦਾ ਤਾਕਤਵਰ ਲੈ ਕੇ ਆਵਾਂਗਾ। ਉਹ ਉੱਥੇ ਵਸਦਾ ਨਹੀਂ ਆ, ਵਾਪਸ ਚਲਾ ਜਾਂਦਾ ਆ, ਆਪਣੇ 7 ਮਿੱਤਰਾਂ ਨੂੰ ਨਾਲ ਲੈ ਕੇ ਆਉਂਦਾ ਤੇ ਫਿਰ ਉਹਦੇ ਵਿੱਚ ਵਾਸ ਕਰਦਾ ਆ, ਪਹਿਲੇ ਨਾਲੋਂ ਜ਼ਿਆਦਾ ਬੁਰਾ ਹਾਲ ਕਰ ਦਿੰਦਾ ਆ। ਮੈਂ ਦੱਸਣਾ ਚਾਹੁੰਦਾ ਆ, ਖਾਲੀਪਨ ਖਤਰਨਾਕ ਆ। ਖਾਲੀਪਨ ਜਿਹੜਾ ਆ ਉਹ ਖਤਰਨਾਕ ਆ। ਖਾਲੀ ਕਾਦੇ ਨਾਲ ਆ? ਸ਼ੈਤਾਨ ਭਰਦਾ ਕਾਦੇ ਨਾਲ ਆ? ਮੈਂ ਦੱਸਣਾ ਚਾਹੁੰਦਾ ਆ, ਖਾਲੀ ਸ਼ੈਤਾਨ ਤੋਂ ਵੀ ਹੋ ਗਏ ਆ, ਪ੍ਰਭੂ ਤੋਂ ਵੀ ਖਾਲੀ ਬੈਠੇ ਆ। ਤੇ ਸ਼ੈਤਾਨ ਭਰਦਾ ਕਾਦੇ ਨਾਲ ਆ? ਮੈਂ ਦੱਸਦਾ ਆ, ਕਈ ਲੋਕਾਂ ਦੇ ਵਿੱਚੋਂ ਭ੍ਰਿਸ਼ਟ ਆਤਮਾ ਨਿਕਲਦੇ, ਬਿਮਾਰੀਆਂ ਨਿਕਲਦੀਆਂ ਆ ਪ੍ਰਾਰਥਨਾ ਦੇ ਦੁਆਰਾ। ਨਾਲ ਹੀ ਚਲੋ ਜੀ, ਹੁਣ ਬੇਟੀ ਸਾਡੀ ਚੰਗੀ ਹੋ ਗਈ ਹੈ, ਰਿਸ਼ਤਾ ਕਰ ਦਈਏ। ਸ਼ੈਤਾਨ ਕਦੀ ਵੀ ਤੁਹਾਨੂੰ ਪਰਮੇਸ਼ਵਰ ਨਾਲ ਜੁੜਨ ਦੀ ਸਲਾਹ ਨਹੀਂ ਦੇਵੇਗਾ। ਸ਼ੈਤਾਨ ਕਦੀ ਵੀ ਤੁਹਾਡੇ ਅੰਦਰ ਸੋਚ ਨਹੀਂ ਪੈਣ ਦੇਵੇਗਾ ਕਿ ਹੁਣ ਜੇ ਚੰਗੇ ਹੋ ਗਏ ਆ ਤਾਂ ਪਰਮੇਸ਼ਵਰ ਦੇ ਨਾਲ ਇੱਕ ਮਜ਼ਬੂਤ ਰਿਸ਼ਤਾ ਬਣਾ ਲਈਏ, ਪਰਮੇਸ਼ਵਰ ਵਿੱਚ ਮਜ਼ਬੂਤੀ ਨਾਲ ਚੱਲਣਾ ਸ਼ੁਰੂ ਕਰੀਏ। ਸ਼ੈਤਾਨ ਤੁਹਾਡੇ ਲਈ ਇੱਕ ਚੰਗਾ ਰਿਸ਼ਤਾ ਖੜਾ ਕਰੇਗਾ ਤਾਂ ਕਿ ਤੁਸੀਂ ਖਾਲੀ ਹੀ ਵਿਆਹੇ ਜਾਓ ਤੇ ਅੱਗੇ ਜਾ ਕੇ ਮੇਰਾ ਸ਼ਿਕਾਰ ਹੋ ਜਾਓ। ਇਧਰੋਂ ਖਾਲੀ ਕੀਤੇ ਜਾਂਦੇ ਪਰਮੇਸ਼ਵਰ ਦੇ ਵੱਲੋਂ, ਪ੍ਰਾਰਥਨਾ ਨਾਲ ਭਰਨ ਦੀ ਬਜਾਏ, ਵਚਨ ਨਾਲ ਭਰਨ ਦੀ ਬਜਾਏ ਸ਼ੈਤਾਨ ਯੋਜਨਾ ਲਾਉਂਦਾ, ਚਲੋ ਜੀ ਪਾਸਪੋਰਟ ਦੇ ਉੱਤੇ ਪ੍ਰਾਰਥਨਾ ਕਰੋ, ਚਲੋ ਵਿਦੇਸ਼ ਚਲੀਏ। ਸ਼ੈਤਾਨ ਵਿਦੇਸ਼ ਲੈ ਜਾਂਦਾ ਹੈ, ਉੱਥੇ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਹਾਲੇਲੂਇਆ। ਸ਼ੈਤਾਨ ਦੀਆਂ ਯੋਜਨਾਵਾਂ ਨੂੰ ਸਮਝੋ। ਹਰ ਇੱਕ ਉਹ ਸੋਚ ਜਿਹੜੀ ਪਵਿੱਤਰ ਆਤਮਾ ਨਾਲ ਭਰਨ ਤੋਂ ਦੂਰ ਰੱਖਦੀ ਆ, ਬਚਨ ਤੋਂ ਦੂਰ ਕਰਦੀ ਆ, ਪ੍ਰਾਰਥਨਾ ਤੋਂ ਦੂਰ ਕਰਦੀ ਆ, ਸੰਗਤ ਤੋਂ ਦੂਰ ਕਰਦੀ ਆ, ਉਹ ਸਾਰੀ ਯੋਜਨਾ ਸ਼ੈਤਾਨ ਦੀ ਆ। ਉਹਨੇ ਸਹਿਜ ਦੇ ਨਾਲ ਅੰਦਰ ਪ੍ਰਵੇਸ਼ ਕਰਨਾ ਆ। ਜਦੋਂ ਅੱਠਾਂ ਨੂੰ ਪੂਰੀ ਤਰ੍ਹਾਂ ਖੇਡਣ ਦੀ ਗਰਾਊਂਡ ਜ਼ਿੰਦਗੀ 'ਚ ਮਿਲ ਗਈ, ਉਹਨਾਂ ਨੇ ਉਦੋਂ ਖੇਡਣਾ ਆ, ਪਹਿਲਾਂ ਨਹੀਂ ਖੇਡਣਾ ਉਹਨਾਂ ਨੇ। ਹਾਲੇਲੂਇਆ। ਉਹਨਾਂ ਅੱਠਾਂ ਨੇ ਉਦੋਂ ਖੇਡਣਾ ਆ ਜਦੋਂ ਉਹਨਾਂ ਦੇ ਲਈ ਗਰਾਊਂਡ ਬਣ ਜਾਂਦੀ ਆ। ਆਉਂਦਿਆਂ ਨੇ ਯਕਦਮ ਨਹੀਂ ਖੇਡਣਾ ਸ਼ੁਰੂ ਕਰ ਦੇਣਾ। ਕਦੀ ਵੀ ਤੁਸੀਂ ਜਿਸਮਾਨੀ ਰੂਪ 'ਚ, ਸੰਸਾਰਿਕ ਰੂਪ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਇੱਕ ਗਰਾਊਂਡ ਜਦੋਂ ਤਿਆਰ ਕੀਤੀ ਜਾਂਦੀ ਖੇਡਣ ਦੇ ਵਾਸਤੇ, ਤੇ ਖਿਡਾਰੀ ਆ ਕੇ ਸਿੱਧਾ ਹੀ ਨਹੀਂ ਗੇਮ ਖੇਡਣ ਲੱਗ ਪੈਂਦੇ। ਪਹਿਲਾਂ ਖਿਡਾਰੀ ਉਸ ਗਰਾਊਂਡ ਦੇ ਚਾਰੋਂ ਪਾਸੇ ਚੱਕਰ ਲਾਉਂਦੇ ਆ ਕਿ ਕੀ ਸਾਰੀ ਗਰਾਊਂਡ ਸੁਰੱਖਿਅਤ ਆ, ਹੁਣ ਅਸੀਂ ਇਸ ਗਰਾਊਂਡ ਦੇ ਪੂਰੇ ਕਦਮ ਮਿਲਣੇ ਆ, ਉਹ ਗਰਾਊਂਡ ਕਿੱਡੀ ਆ, ਉਸ ਗਰਾਊਂਡ ਦੀ ਲੰਬਾਈ ਕਿੰਨੀ ਆ, ਚੌੜਾਈ ਕਿੰਨੀ ਆ। ਦੇਖ ਲਿਓ ਕਿਤੇ ਵੀ ਜਦੋਂ ਖਿਡਾਰੀ ਗਰਾਊਂਡ 'ਚ ਉਤਰਦਾ ਆ, ਸਭ ਤੋਂ ਪਹਿਲਾਂ ਉਹ ਉਹਦੀ ਰੂਪ ਰੇਖਾ ਨੂੰ ਜਾਣਦਾ ਹੁੰਦਾ ਕਿ ਗਰਾਊਂਡ ਕਿੱਡੀ ਬਣ ਗਈ ਆ, ਕਿ ਇੱਥੇ ਕਿੰਨੇ ਮੈਂਬਰ ਖੜੇ ਹੋ ਸਕਦੇ ਆ, ਕਿੱਧਰ ਨੂੰ ਮੈਂ ਵਾਰ ਕਰਨਾ ਆ, ਕਿੱਧਰ ਨੂੰ ਮੈਂ ਹਰਾਉਣਾ ਆ, ਕਿੱਧਰ ਨੂੰ ਮੈਂ ਦੌੜਨਾ ਆ, ਕਿੱਧਰ ਨੂੰ ਮੈਂ ਸੁੱਟਣਾ ਆ। ਖਿਡਾਰੀ ਇਹ ਸਾਰੀ ਜੱਜਮੈਂਟ ਪਹਿਲਾਂ ਕਰਦੇ ਹੁੰਦੇ ਆ, ਫਿਰ ਜਾ ਕੇ ਗਰਾਊਂਡ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦੇ। ਏਦਾਂ ਹੀ ਸ਼ੈਤਾਨ ਦੀ ਯੋਜਨਾ ਆ। ਉਹਨੂੰ ਪਤਾ ਆ ਕਿ ਜਦੋਂ ਇਹਨੇ ਖਾਲੀ ਹੋਣਾ ਆ, ਮੈਂ ਇਹਦੇ ਲਈ ਇੱਕ ਚੰਗਾ ਰਿਸ਼ਤਾ ਰੱਖ ਦੇਣਾ। ਕਈ ਏਦਾਂ ਦੀਆਂ ਭੈਣਾਂ, ਏਦਾਂ ਦੇ ਭਾਈ ਆ ਜਿਹੜੇ ਮੇਰੇ ਤੋਂ ਸ਼ੈਤਾਨੀ ਤਾਕਤ ਤੋਂ, ਬਿਮਾਰੀ ਤੋਂ ਆਜ਼ਾਦ ਹੋਣ ਤੋਂ ਬਾਅਦ ਯਕਦਮ ਵਿਆਹੇ ਜਾਂਦੇ ਆ, ਯਕਦਮ ਵਿਦੇਸ਼ ਚਲੇ ਜਾਂਦੇ ਆ, ਯਕਦਮ ਬਿਜ਼ਨਸ ਸ਼ੁਰੂ ਕਰ ਲੈਂਦੇ, ਯਕਦਮ ਪਾਸਪੋਰਟ ਲਗਾ ਲੈਂਦੇ ਆ। ਉਹ ਯੋਜਨਾ ਕਿਹਦੀ ਹੁੰਦੀ? ਉਹ ਸ਼ੈਤਾਨ ਦੀ ਹੁੰਦੀ ਕਿ ਤੂੰ ਇੱਥੋਂ ਨਿਕਲ ਜਾ। ਕਿਤੇ ਹੁਣ ਤੂੰ ਜਦੋਂ ਖਾਲੀ ਹੋ ਗਿਆ, ਕਿਤੇ ਆਤਮਾ ਨਾਲ ਭਰਨਾ ਜਾਵੇ, ਪ੍ਰਾਰਥਨਾ ਨਾਲ ਭਰਨਾ ਜਾਵੇ, ਵਚਨ ਨਾਲ ਭਰਨਾ ਜਾਵੇ, ਫਿਰ ਮੈਨੂੰ ਗਰਾਊਂਡ ਨਹੀਂ ਮਿਲਣੀ। ਸ਼ੈਤਾਨ ਦੀ ਯੋਜਨਾ ਹੁੰਦੀ ਆ। ਮੈਂ ਇਹ ਇਸ ਲਈ ਪੜਾਇਆ ਆ ਕਿ ਖਾਲੀਪਨ ਸ਼ੈਤਾਨ ਦੀ ਗਰਾਊਂਡ। ਤੇ ਉਦਾਂ ਵੀ ਕਹਾਵਤ ਆ, ਵਿਹਲਾ ਮਨ ਸ਼ੈਤਾਨ ਦਾ ਘਰ। ਵਿਹਲਾ ਮਨ ਸ਼ੈਤਾਨ ਦਾ ਘਰ। ਖਾਲੀ ਇਨਸਾਨ, ਖਾਲੀ ਜ਼ਿੰਦਗੀ ਜਿਹੜੀ ਆ, ਉਹਦੇ ਲਈ ਇੱਕ ਬਹੁਤ ਵੱਡਾ ਖਤਰਾ ਹੈ। ਉਹਦਾ ਆਪਣਾ ਖਾਲੀਪਨ ਖਤਰਾ ਆ। ਤੁਸੀਂ ਕੇਵਲ ਪ੍ਰਾਰਥਨਾ ਕਰ ਰਹੇ ਆ, ਤੁਸੀਂ ਵਚਨ ਦੇ ਵਿੱਚ ਨਹੀਂ ਹੈ, ਵਚਨ ਦੇ ਨਾਲ ਤੁਹਾਡਾ ਪ੍ਰੇਮ ਨਹੀਂ ਹੈ, ਵਚਨ ਦੇ ਨਾਲ ਤੁਹਾਡੀ ਚਾਹਤ ਨਹੀਂ ਹੈ, ਵਚਨ ਦੇ ਨਾਲ ਤੁਹਾਡੀ ਮੁਹੱਬਤ ਨਹੀਂ ਹੈ, ਤੁਹਾਡੇ ਅੰਦਰ ਲੋਚ ਨਹੀਂ ਹੈ, ਤੁਹਾਡੇ ਅੰਦਰ ਚਾਹਤ ਨਹੀਂ ਹੈ, ਸਮਝੋ ਤੁਸੀਂ ਖਾਲੀ ਆ। ਬੇਸ਼ੱਕ ਬਾਈਬਲ ਦੇ 10 ਅਧਿਆਏ ਤੁਸੀਂ ਰੋਜ਼ ਪੜ੍ਹਦੇ ਆ, ਬੇਸ਼ੱਕ 4 ਘੰਟੇ ਰੋਜ਼ ਪ੍ਰਾਰਥਨਾ ਕਰਦੇ ਆ, ਜੇ ਤੁਹਾਡੀ ਚਾਹਤ ਨਹੀਂ ਆ, ਤੁਸੀਂ ਖਾਲੀ ਆ। ਇਹ ਸ਼ੈਤਾਨ ਨੂੰ ਪਤਾ ਆ ਇਹ ਖਾਲੀ ਆ। ਹਾਲੇਲੂਇਆ। ਕਹਿੰਦਾ ਉਹਨੂੰ ਖਾਲੀ, ਝਾੜਿਆ ਤੇ ਸਵਾਰਿਆ ਹੋਇਆ ਵੇਖਦਾ, ਫਿਰ ਵਿੱਚ ਨਹੀਂ ਉਤਰਦਾ। ਕਹਿੰਦਾ ਵਾਪਸ ਜਾਂਦਾ, 7 ਸਾਥੀਆਂ ਨੂੰ ਨਾਲ ਲੈ ਕੇ ਵਾਪਸ ਆ ਜਾਂਦਾ। ਕਾਦੇ ਲਈ ਆਉਂਦਾ? ਕਾਦੇ ਲਈ? ਤੁਹਾਡੇ ਨਾਲ ਫੁੱਟਬਾਲ ਖੇਡਣ ਲਈ ਨਹੀਂ, ਤੁਹਾਡੀ ਜ਼ਿੰਦਗੀ ਨੂੰ ਫੁੱਟਬਾਲ ਬਣਾ ਕੇ ਖੇਡਣ ਲਈ। ਉਹ ਫਿਰ ਠੁੱਡਾ ਮਾਰਦਾ ਆ, ਕਦੀ ਕਿਸੇ ਪਾਸੇ ਨੂੰ, ਕਦੀ ਕਿਸੇ ਪਾਸੇ ਨੂੰ। ਜ਼ਿੰਦਗੀ ਕਦੀ ਇੱਧਰ ਨੂੰ ਲੁੜਕ ਜਾਂਦੀ, ਕਦੀ ਉੱਧਰ ਨੂੰ ਲੁੜਕ ਜਾਂਦੀ, ਕਦੀ ਉੱਧਰ ਨੂੰ ਲੁੜਕ ਜਾਂਦੀ ਆ। ਜ਼ਿੰਦਗੀ ਫਿਰ ਸਥਿਰ ਨਹੀਂ ਰਹਿੰਦੀ, ਜ਼ਿੰਦਗੀ ਕਾਮਯਾਬੀ ਦੇ ਰਸਤਿਆਂ ਦੇ ਉੱਤੇ ਨਹੀਂ ਟਿਕਦੀ। ਖਾਲੀਪਨ ਹਮੇਸ਼ਾ ਇਨਸਾਨ ਨੂੰ ਘਾਟੇ ਵਿੱਚ ਲੈ ਕੇ ਜਾਂਦਾ।
ਕਿਉਂ ਪ੍ਰਭੂ ਯਿਸੂ ਮਸੀਹ ਨੇ ਆਖਰੀ ਸਮਿਆਂ 'ਚ ਜਦੋਂ ਗਤਸਮਨੀ ਬਾਗ ਦੇ ਵਿੱਚ ਗਏ ਆ, ਕਿਉਂ ਆਪਣੇ ਚੇਲਿਆਂ ਨੂੰ ਕਿਹਾ? ਸਭ ਤੋਂ ਜ਼ਿਆਦਾ ਕਿਹੜਾ ਕੰਮ ਕਰਨ ਲਈ ਆਪਣੇ ਚੇਲਿਆਂ ਨੂੰ ਫੋਰਸ ਕੀਤਾ ਉਹਨੇ? ਦੱਸੋ, ਕਿਸ ਕੰਮ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਗਤਸਮਨੀ ਬਾਗ ਦੇ ਵਿੱਚ ਜ਼ਿਆਦਾ ਫੋਰਸ ਕੀਤਾ? ਕਹਿੰਦਾ ਜਾਗੋ ਤੇ ਪ੍ਰਾਰਥਨਾ ਕਰੋ ਕਿ ਇੱਕ ਸਮਾਂ ਆਉਣਾ ਹੈ ਜਦੋਂ ਮਨੁੱਖ ਦਾ ਪੁੱਤਰ ਤੁਹਾਨੂੰ ਛੱਡ ਕੇ ਚਲਾ ਜਾਵੇਗਾ, ਪਵਿੱਤਰ ਆਤਮਾ ਧਰਤੀ ਉੱਤੇ ਆਵੇਗਾ। ਪਰ ਕਿਹਨਾਂ ਦੇ ਲਈ? ਜਿਹੜੇ ਪ੍ਰਾਰਥਨਾ 'ਚ ਮਗਨ ਹੋਣਗੇ, ਜਿਹੜੇ ਪ੍ਰਾਰਥਨਾ 'ਚ ਚੱਲਦੇ ਹੋਣਗੇ, ਜਿਹੜੇ ਵਚਨ ਦੇ ਵਿੱਚ ਟਿਕੇ ਹੋਏ ਹੋਣਗੇ। ਪਵਿੱਤਰ ਆਤਮਾ ਉਹਨਾਂ ਤੇ। ਪਰ ਪ੍ਰਭੂ ਯਿਸੂ ਮਸੀਹ ਚੇਲਿਆਂ ਨੂੰ ਪ੍ਰਾਰਥਨਾ ਦੀ ਆਦਤ ਪਾਉਣਾ ਚਾਹੁੰਦਾ ਸੀ, ਇਸੇ ਲਈ ਉਹਨੇ 3 ਵਾਰ ਆ ਕੇ, ਇੱਕੋ ਰਾਤ 3 ਵਾਰੀ ਆ ਕੇ ਉਹਨਾਂ ਨੂੰ ਜਗਾਇਆ, ਉੱਠੋ ਜਾਗੋ ਪ੍ਰਾਰਥਨਾ ਕਰੋ, ਜਾਗੋ ਪ੍ਰਾਰਥਨਾ ਕਰੋ, ਜਾਗੋ ਪ੍ਰਾਰਥਨਾ ਕਰੋ, ਕਿਤੇ ਪਰਤਾਵੇ ਨਾ ਜਾਓ। ਹਾਲੇਲੂਇਆ। ਉਸ ਤੋਂ ਬਾਅਦ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ 12 ਨੂੰ ਭੇਜਿਆ, ਫਿਰ 17 ਨੂੰ ਇਕੱਠਿਆ ਕੀਤਾ ਤਾਂ 2-2 ਕਰਕੇ ਭੇਜਿਆ। ਬਾਈਬਲ 'ਚ ਲਿਖਿਆ ਗਿਆ ਕਿ ਉਹ ਵੱਡੇ ਆਨੰਦ ਨਾਲ ਵਾਪਸ ਮੁੜੇ। ਯਿਸੂ ਮਸੀਹ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਦੇ ਲਈ ਉਕਸਾਉਂਦੇ ਸੀ, ਕਿਉਂਕਿ ਉਹਨਾਂ ਨੇ ਵਚਨ ਦੱਸ ਦਿੱਤਾ ਸੀ ਉਹਨਾਂ ਨੂੰ ਕਿ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥੀਂ ਫੜਾਇਆ ਜਾਏਗਾ, ਮਾਰਿਆ ਜਾਵੇਗਾ, ਦਫਨਾਇਆ ਜਾਏਗਾ, ਫਿਰ ਤੀਸਰੇ ਦੇ ਮੁਰਦੇ ਤੋਂ ਜੀ ਉੱਠੇਗਾ। ਉਹਨੇ ਦੱਸਿਆ ਸੀ ਕਿ ਮੇਰਾ ਪਿਤਾ ਦੇ ਕੋਲ ਜਾਣਾ ਤੁਹਾਡੇ ਲਈ ਚੰਗਾ ਹੈ, ਮੈਂ ਪਿਤਾ ਕੋਲ ਜਾਵਾਂਗਾ ਤੇ ਪਿਤਾ ਤੁਹਾਡੇ ਲਈ ਪਵਿੱਤਰ ਆਤਮਾ ਨੂੰ ਭੇਜੇਗਾ। ਤਾਂ ਪਵਿੱਤਰ ਆਤਮਾ ਕਿਹਨਾਂ ਦੇ ਉੱਤੇ ਆਵੇਗਾ? ਜਦੋਂ ਉਹਨੇ 12 ਨੂੰ ਇਹ ਗੱਲ ਆਖੀ ਆ ਕਿ ਪਿਤਾ ਦੇ ਵੱਲੋਂ ਤੁਹਾਡੇ ਉੱਤੇ ਪਵਿੱਤਰ ਆਤਮਾ ਆਵੇਗਾ, ਤੇ ਮੇਰੇ ਜੋ 12 ਨੂੰ ਕਿਹਾ ਗਿਆ ਸੀ, ਪਰ ਯਹੂਦਾ ਇਸਕਰੋਤੀ ਦੇ ਉੱਤੇ ਪਵਿੱਤਰ ਆਤਮਾ ਨਹੀਂ ਆਇਆ। ਕਾਰਨ ਕੀ ਸੀ? ਕਿਉਂਕਿ ਯਹੂਦਾ ਇਸਕਰੋਤੀ ਨੇ ਉਸ ਵੇਲੇ ਉਹਨਾਂ ਗੱਲਾਂ ਉੱਤੇ ਮਨ ਨਹੀਂ ਲਗਾਇਆ। ਯਿਸੂ ਮਸੀਹ ਉਸ ਪਵਿੱਤਰ ਆਤਮਾ ਦੇ ਲਈ ਗੱਲ ਕਰ ਰਹੇ ਸੀ, ਜਿਹੜਾ ਸਦਾ ਸਾਡੇ ਨਾਲ ਰਹਿਣ ਦੇ ਲਈ, ਸਾਨੂੰ ਜਿੱਤ ਦਿਵਾਉਣ ਦੇ ਲਈ ਮੇਰੇ ਜੋ ਪਿਤਾ ਦੇ ਵੱਲੋਂ ਪਵਿੱਤਰ ਆਤਮਾ ਨੂੰ ਭੇਜਣਾ ਚਾਹੁੰਦਾ ਸੀ। ਪਰ ਪਵਿੱਤਰ ਆਤਮਾ ਆਉਣਾ ਕਿਹਨਾਂ ਉੱਤੇ ਸੀ? ਜਿਹੜੇ ਲਗਾਤਾਰ ਨਿਤ ਪ੍ਰਾਰਥਨਾ 'ਚ ਬਣੇ ਰਹਿੰਦੇ ਆ, ਜਿਹੜੇ ਵਚਨ 'ਚ ਬਣੇ ਰਹਿੰਦੇ ਸੀ। ਪਵਿੱਤਰ ਆਤਮਾ ਉਹਨਾਂ ਤੇ ਆਉਣਾ ਸੀਗਾ। ਇਸੇ ਲਈ ਪ੍ਰਭੂ ਯਿਸੂ ਮਸੀਹ ਨੇ ਆਖਰੀ ਸਮੇਂ ਇਹ ਗੱਲਾਂ ਆਪਣੇ ਚੇਲਿਆਂ ਨੂੰ ਜ਼ਿਆਦਾ ਸਿਖਾਈਆਂ ਕਿ ਜਾਗੋ ਤੇ ਪ੍ਰਾਰਥਨਾ ਕਰੋ। ਫੋਰਸ ਕਰ ਰਿਹਾ ਸੀ ਉਹਨਾਂ ਨੂੰ, ਬਾਰ-ਬਾਰ ਕਹਿ ਰਹੇ ਸੀ ਪ੍ਰਾਰਥਨਾ ਕਰੋ। ਪਰ ਲਿਖਿਆ ਬਾਈਬਲ ਦੇ ਵਿੱਚ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸੀ। ਉਹਨਾਂ ਦੀਆਂ ਅੱਖਾਂ ਦੇ ਵਿੱਚ, ਅੱਖਾਂ ਉਹਨਾਂ ਦੀਆਂ ਜਿਹੜੀਆਂ ਸਰੀਰਕ ਹੀ ਸੀ ਖੁੱਲੀਆਂ ਆ, ਜੇ ਆਤਮਿਕ ਖੁੱਲੀਆਂ ਹੁੰਦੀਆਂ ਉਹਨਾਂ ਦੀਆਂ ਅੱਖਾਂ ਉਸ ਵੇਲੇ, ਤਾਂ ਮੇਰੇ ਉਹਨਾਂ ਨੂੰ ਫਿਰ ਨੀਂਦ ਦੀ ਪਰਵਾਹ ਨਹੀਂ ਹੋਣੀ ਸੀ। ਫਿਰ ਉਹਨਾਂ ਨੂੰ ਨੀਂਦ ਦੀ ਪਰਵਾਹ ਨਹੀਂ ਹੋਣੀ ਸੀ, ਫਿਰ ਉਹ ਆਤਮਿਕ ਹੀ ਹੋਣੇ ਸੀ। ਤੇ ਆਤਮਿਕ ਬੰਦਾ ਪਰਮੇਸ਼ਰ ਦੀ ਹਰ ਗੱਲ ਨੂੰ ਅੱਖਾਂ ਬੰਦ ਕਰਕੇ ਮੰਨ ਲੈਂਦਾ। ਉਹਨਾਂ ਨੇ ਨਹੀਂ ਮੰਨੀ, 1 ਵਾਰ ਨਹੀਂ ਮੰਨੀ, 2 ਵਾਰ ਨਹੀਂ ਮੰਨੀ, ਤੀਜੀ ਵਾਰ ਵੀ ਮੰਨੀ। ਪ੍ਰਭੂ ਯਿਸੂ ਮਸੀਹ ਕਹਿੰਦਾ ਹੁਣ ਤੁਸੀਂ ਸੁੱਤੇ ਰਹੋ। ਕੀ ਕਰੋ? ਸੁੱਤੇ ਰਹੋ। ਹੁਣ ਇੱਥੇ ਵੀ ਇਹ ਸੁੱਤੇ ਹੀ ਹੋਏ ਆ। ਯਿਸੂ ਮਸੀਹ ਸਵੇਰ ਮੂੰਹ ਨੇਰੇ ਹੀ ਫੜਾਏ ਗਏ ਆ, ਸ਼ਾਮ ਤੱਕ ਸਲੀਬ ਤੇ ਚੜ ਕੇ ਮਾਰੇ ਗਏ ਆ, ਦਫਨਾ ਦਿੱਤੇ ਗਏ ਆ। ਫਿਰ ਯਿਸੂ ਮਸੀਹ ਮਰੀਜ਼ੋ ਮੁਰਦਿਆਂ ਚੋਂ ਜੀ ਉੱਠੇ ਆ, ਫਿਰ ਦਰਸ਼ਨ ਦੇਣੇ ਸ਼ੁਰੂ ਕਰ ਦਿੱਤੇ ਆਪਣੇ ਚੇਲਿਆਂ ਨੂੰ। ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਖਾਲੀਪਨ ਕਿੰਨਾ ਖਤਰਨਾਕ ਆ। ਇਹ ਗੱਲ ਯਿਸੂ ਮਸੀਹ ਨੇ ਕਹੀ ਆ ਕਿ ਫਿਰ ਕੱਲਾ 7 ਨੂੰ ਇਕੱਠਿਆਂ ਕਰਕੇ ਲੈ ਕੇ ਆਉਂਦਾ, ਕੱਲਾ 7 ਨੂੰ ਇਕੱਠਿਆਂ ਕਰਕੇ ਲੈ ਕੇ ਆਉਂਦਾ। ਇਹ ਗੱਲ ਚੇਲਿਆਂ ਨੂੰ ਸਿਖਾ ਰਹੇ ਆ। ਪ੍ਰਾਰਥਨਾ ਕਰਨੀ ਵੀ ਚੇਲਿਆਂ ਨੂੰ ਦੱਸ ਰਹੇ ਆ ਕਿ ਪ੍ਰਾਰਥਨਾ ਕਰੋ, ਜਾਗੋ ਤੇ ਪ੍ਰਾਰਥਨਾ ਕਰੋ। ਉਹ ਨਹੀਂ ਮੰਨੇ। ਪਰ ਅੱਗੇ ਮੇਰੇ ਜਦੋਂ ਉਹਨਾਂ ਨੂੰ ਕੰਮ ਲਈ ਭੇਜਿਆ, ਡਿਊਟੀਆਂ ਤੇ ਭੇਜ ਦਿੱਤਾ, ਲੂਕਾ 10 ਉਹਦੀ 17 ਤੇ 18 ਆਇਤ, ਜਦੋਂ ਬਿਨਾਂ ਆਤਮਾ ਤੋਂ, ਬਿਨਾਂ ਸ਼ਕਤੀ ਤੋਂ, ਕਿਉਂਕਿ ਅਜੇ ਤੱਕ ਪ੍ਰਭੂ ਯਿਸੂ ਮਸੀਹ ਜੀਵਤ ਆ, ਤੇ ਉਹ ਪਵਿੱਤਰ ਆਤਮਾ ਜਿਹੜਾ ਪਰਮੇਸ਼ਰ ਦੇ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਵਰਗੋਂ ਭੇਜਿਆ ਜਾਣਾ ਸੀ, ਉਹ ਅਜੇ ਤੱਕ ਆਇਆ ਨਹੀਂ ਸੀ। ਉਹ ਅਜੇ ਆਇਆ ਨਹੀਂ ਸੀ। ਪਰ ਇਹਨਾਂ 17 ਨੂੰ ਭੇਜਿਆ 2-2 ਕਰਕੇ, ਤੇ ਲਿਖਿਆ ਗਿਆ ਉਹ ਵਾਪਸ ਆਏ। ਕਿੱਦਾਂ ਵਾਪਸ ਆਏ? ਪੜ੍ਹੀਏ ਲੂਕਾ ਦੀ ਕਿਤਾਬ ਦੇ ਵਿੱਚ। ਉਹ 70 ਆਨੰਦ ਨਾਲ ਮੁੜੇ। ਉਹ 70 ਜਿਨ੍ਹਾਂ ਨੂੰ ਯਿਸੂ ਮਸੀਹ ਨੇ ਭੇਜਿਆ ਸੀ, ਜਾਓ ਤੇ ਜਾ ਕੇ ਲੋਕਾਂ 'ਚ ਸੁਸਮਾਚਾਰ ਸੁਣਾਓ। ਕਹਿੰਦਾ ਉਹ ਆਨੰਦ ਨਾਲ ਮੁੜੇ, ਖੁਸ਼ੀ ਨਾਲ ਮੁੜੇ। ਪਰ ਬੋਲੇ ਕਿ ਪ੍ਰਭੂ ਜੀ, ਬੋਲੇ ਕਿ ਪ੍ਰਭੂ ਜੀ, ਤੇਰੇ ਨਾਮ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ। ਤੇਰੇ ਨਾਮ ਤੇ ਕਰਕੇ ਭੂਤ ਵੀ ਸਾਡੇ ਵੱਸ ਵਿੱਚ ਹਨ। ਉਸਨੇ ਉਹਨਾਂ ਨੂੰ ਆਖਿਆ, ਪਰ ਯਿਸੂ ਮਸੀਹ ਨੇ ਚੇਲਿਆਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂ ਆਕਾਸ਼ ਤੋਂ ਡਿੱਗਿਆ ਹੋਇਆ ਡਿੱਠਾ। ਆਕਾਸ਼ ਤੋਂ ਡਿੱਗਿਆ ਹੋਇਆ ਵੇਖਿਆ ਆ। ਕਾਦੇ ਲਈ? ਕਿ ਤੁਸੀਂ ਖਾਲੀ ਹੋਵੋ ਤੇ ਤੁਹਾਡੇ ਚ 7 ਹੋਰ ਸਾਥੀਆਂ ਨੂੰ ਲੈ ਕੇ ਵਾਸ ਕਰਨ। ਮੁੜ ਕੇ ਇਹਨਾਂ 17 ਦਾ ਜ਼ਿਕਰ ਹੋਇਆ ਕਿਸੇ ਪਾਸੇ? ਬੋਲੋ।
ਮੁੜ ਕੇ ਕਿਸੇ ਪਾਸੇ ਇਹਨਾਂ 70 ਦਾ ਜ਼ਿਕਰ ਹੋਇਆ, 70 ਚੋਂ ਕਿਸੇ ਇੱਕ ਦਾ ਨਾਮ ਵੀ ਦਿੱਤਾ ਗਿਆ ਬਾਈਬਲ 'ਚ ਨਹੀਂ। ਇਹ 70 ਚੰਗੇ ਵਿਸ਼ਵਾਸੀਆਂ ਨੂੰ ਦਰਸਾਉਂਦਾ ਸੀ। ਇਹ 70 ਦੀ ਗਿਣਤੀ ਚੰਗੇ ਵਿਸ਼ਵਾਸੀਆਂ ਨੂੰ ਦਰਸਾਉਂਦੀ ਆ ਕਿ ਹੁਣ ਸਾਡੇ ਜੀਵਨ 'ਚ ਗਵਾਹੀ ਬਣ ਚੁੱਕੀ ਆ। ਬੜੇ ਆਨੰਦ ਵਿੱਚ ਸੀ, ਬੜੀ ਖੁਸ਼ੀ ਦੇ ਵਿੱਚ ਸੀ। ਇਹ ਖੁਸ਼ੀ ਕਦ ਤੱਕ ਰਹਿਣੀ ਆ? ਜਦ ਤੱਕ ਪਵਿੱਤਰ ਆਤਮਾ ਸਾਡੇ ਵਿੱਚ ਆ, ਜਦ ਤੱਕ ਅਸੀਂ ਪਰਮੇਸ਼ਵਰ ਦੀ ਆਤਮਾ 'ਚ, ਪ੍ਰਾਰਥਨਾ 'ਚ, ਵਚਨ 'ਚ ਭਰੇ ਹੋਏ ਆ, ਜਦ ਤੱਕ ਅਸੀਂ ਅੰਦਰੋਂ ਭਰੇ ਹੋਏ ਆ। ਇਹ ਬਰਤਨ ਜੋ ਮਿੱਟੀ ਦੇ ਬਰਤਨ ਆ, ਪਰਮੇਸ਼ਵਰ ਨੇ ਇਹਨਾਂ ਨੂੰ ਸੰਸਾਰਿਕ ਖੁਆਇਸ਼ਾਂ ਲਈ ਨਹੀਂ, ਇਸ ਮਿੱਟੀ ਦੇ ਬਰਤਨ ਨੂੰ ਆਤਮਿਕ ਦਾਨਾਂ, ਵਰਦਾਨਾਂ, ਵਚਨ, ਪ੍ਰਾਰਥਨਾ, ਪ੍ਰਭੂ ਪ੍ਰਤੀ ਮੁਹੱਬਤ, ਪ੍ਰੇਮ ਦੇ ਲਈ ਪ੍ਰੇਮ ਤੋਂ ਚੁਣਿਆ, ਤਾਂ ਕਿ ਇਹ ਬਰਤਨ ਸਦਾ ਹੀ ਵਚਨ ਦੇ ਨਾਲ ਭਰੇ ਰਹਿਣ, ਪਰਮੇਸ਼ਰ ਦੀ ਹਜ਼ੂਰੀ ਨਾਲ ਭਰੇ ਰਹਿਣ। ਮੈਂ ਇੱਕ ਜਗ੍ਹਾ ਉੱਤੇ ਪ੍ਰਾਰਥਨਾ ਕਰਨ ਦੇ ਲਈ ਗਿਆ, ਮੈਨੂੰ ਪਰਮੇਸ਼ਰ ਨੇ ਉੱਥੇ ਮਿੱਟੀ ਦੇ ਬਰਤਨ ਦਿਖਾਏ। ਮਿੱਟੀ ਦੇ ਬਰਤਨ ਦਿਖਾਏ, ਉੱਤੇ ਉਹਨਾਂ ਦੇ ਢੱਕਣ ਨਹੀਂ ਸੀ, ਲੇਕਿਨ ਪਾਣੀ ਐਦਾਂ ਉਛਲਦਾ ਸੀ, ਵਿੱਚ ਉਛਲ ਕੇ ਫਿਰ ਵਿੱਚ ਹੀ ਪਈ ਜਾਂਦਾ ਸੀ। ਮੈਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ, ਮੈਂ ਪਰਮੇਸ਼ਰ ਕਾਦੀ ਨਿਸ਼ਾਨੀ ਦਿਖਾ ਰਿਹਾ। ਪਰਮੇਸ਼ਰ ਨੇ ਮੈਨੂੰ ਕਿਹਾ ਕਿ ਇਹ ਆ ਉਹ ਬਰਤਨ ਜਿਹੜੇ ਪਵਿੱਤਰ ਆਤਮਾ ਨਾਲ ਭਰੇ ਹੋਏ ਆ ਤੇ ਉਛਲਦੇ ਪਏ ਆ। ਪਵਿੱਤਰ ਆਤਮਾ ਨਾਲ ਭਰੇ ਪਏ, ਉਛਲਦੇ ਪਏ ਆ। ਉਹ ਅੰਮ੍ਰਿਤ ਜਲ ਪਵਿੱਤਰ ਆਤਮਾ ਨੂੰ ਦਰਸਾਉਂਦਾ ਸੀ। ਤੇ ਪ੍ਰਭੂ ਨੇ ਮੈਨੂੰ ਕਿਹਾ ਮੈਨੂੰ ਐਦਾਂ ਦੇ ਬਰਤਨ ਚਾਹੀਦੇ ਆ, ਮੈਨੂੰ ਐਦਾਂ ਦੇ ਬਰਤਨ ਚਾਹੀਦੇ ਆ, ਖਾਲੀ ਬਰਤਨ ਨਹੀਂ ਮੈਨੂੰ ਚਾਹੀਦੇ। ਹਾਲੇਲੂਇਆ। ਖਾਲੀ ਬਰਤਨ ਮੈਨੂੰ ਕਹਿੰਦਾ ਨਹੀਂ ਚਾਹੀਦੇ, ਕਿਉਂਕਿ ਖਾਲੀ ਬਰਤਨ ਆਪਣੇ ਆਪ ਲਈ ਖਤਰਾ ਆ। ਖਾਲੀ ਭਾਂਡਾ ਆਪਣੇ ਆਪ ਲਈ ਖਤਰਾ ਆ, ਮੁਸੀਬਤ ਆ। ਤੇ ਖਾਲੀ ਜ਼ਿੰਦਗੀ ਆਪਣੇ ਆਪ ਲਈ ਖਤਰਾ ਆ। ਬਹੁਤ ਸਾਰੇ ਲੋਕ ਛੁਟਕਾਰਾ ਪਾਉਂਦੇ ਆ ਬਿਮਾਰੀ ਤੋਂ, ਪ੍ਰੋਬਲਮ ਤੋਂ, ਮੇਰੇ ਤੋਂ ਆਜ਼ਾਦ ਹੋ ਜਾਂਦੇ ਆ। ਉਸ ਤੋਂ ਬਾਅਦ ਉਹਨਾਂ ਦੀ ਦੌੜ ਇਹ ਨਹੀਂ ਹੁੰਦੀ ਕਿ ਅਸੀਂ ਜਿਸ ਪਰਮੇਸ਼ਰ ਨੇ ਸਾਨੂੰ ਆਜ਼ਾਦ ਕੀਤਾ, ਅਸੀਂ ਉਹਦੇ ਨਾਲ ਨਜ਼ਦੀਕੀ ਬਣਾਈਏ ਔਰ ਉਹਦੇ ਅੱਗੇ ਪ੍ਰਾਰਥਨਾ ਲਈ ਜ਼ਿਆਦਾ ਸਮਾਂ ਦਈਏ, ਪਵਿੱਤਰ ਆਤਮਾ ਨੂੰ ਪਾਈਏ। ਉਹਨਾਂ ਦੇ ਅੰਦਰ ਦੌੜ ਲੱਗ ਜਾਂਦੀ ਹੈ ਮੇਰੇ ਜੋ ਹੋਰ ਸੰਸਾਰ ਦੇ ਕੰਮਾਂ ਦੇ ਲਈ। ਜਿਨ੍ਹਾਂ ਸੰਸਾਰ ਦੇ ਕੰਮਾਂ ਦੇ ਵਿੱਚ ਫਸ ਕੇ ਜਾ ਕੇ ਤੁਸੀਂ ਇਹਨਾਂ ਗੰਦੀਆਂ ਸ਼ਕਤੀਆਂ ਦੇ ਅੰਡਰ ਦੇ ਵਿੱਚ ਚਲੇ ਗਏ ਆ, ਫਿਰ ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਜ਼ਾਦ ਕੀਤੇ ਜਾਂਦੇ ਆ, ਫਿਰ ਤੁਸੀਂ ਉਹਨਾਂ ਸ਼ਕਤੀਆਂ ਵਿੱਚ ਚਲੇ ਜਾਂਦੇ ਹੋ। ਤਾਂ ਮੇਰੇ ਤੋਂ ਪਹਿਲਾਂ ਤਾਂ ਇੱਕ ਕਰਕੇ ਇੰਨੀ ਮੁਸੀਬਤ ਸੀ, ਹੁਣ 8 ਦੀ ਝੱਲਣੀ ਬੜੀ ਔਖੀ ਹੋ ਜਾਣੀ ਆ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ ਇਸ ਗੱਲ ਤੋਂ ਖੁਸ਼ ਨਾ ਹੋਵੋ ਕਿ ਭੂਤ ਵਸ 'ਚ ਕੀਤੇ ਗਏ ਆ। ਮੈਂ ਸ਼ੈਤਾਨ ਨੂੰ ਆਕਾਸ਼ ਤੋਂ ਧਰਤੀ ਦੇ ਉੱਤੇ ਬਿਜਲੀ ਦੇ ਵਾਂਗ ਡਿੱਗਦਿਆਂ ਵੇਖਿਆ ਆ। ਕਾਦੇ ਲਈ ਆਇਆ ਉਹ ਧਰਤੀ ਉੱਤੇ? ਤਾਂ ਕਿ ਜਿਹੜਾ ਮੈਨੂੰ ਖਾਲੀ ਮਿਲਿਆ ਮੈਂ ਫਿਰ ਮੁੜ ਕੇ ਪਟਕਾ ਸੁੱਟ ਦੇਣਾ। ਜਿਹੜਾ ਮੈਨੂੰ ਖਾਲੀ ਮਿਲਿਆ ਮੈਂ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਆਪਣੇ ਪੂਰੇ ਟੀਮ ਦੇ ਨਾਲ ਵਾਸ ਕਰਾਂਗਾ। ਜੇ ਇੱਕ ਨੇ ਇਹ ਹਾਲ ਕੀਤਾ ਹੈ ਤੇ ਫਿਰ 8 ਨਾਲ ਕੀ ਹਾਲ, 8 ਜਣੇ ਕੀ ਹਾਲ ਕਰਨਗੇ? ਜੇ ਇੱਕ ਬੰਦੇ ਦਾ, ਇੱਕ ਸ਼ਖਸੀ ਨੇ ਇਹ ਬੁਰਾ ਹਾਲ ਕੀਤਾ, ਤੁਸੀਂ ਇੱਕ ਰੋਟੀ ਖਾ ਕੇ ਕਹਿੰਦੇ ਆ ਕਿ ਢਿੱਡ ਭਰ ਗਿਆ, ਤੇ ਜੇ ਜ਼ਬਰਦਸਤੀ ਤੁਹਾਨੂੰ 8 ਖਿਲਾਤੀਆਂ ਜਾਣ ਫੇਰ ਕੀ ਹਾਲ ਹੋਊਗਾ? ਫੇਰ ਕੀ ਹਾਲ ਹੋਊਗਾ? ਜੇ 1 ਕੁਇੰਟਲ ਭਾਰੀ ਬੋਰੀ ਤੁਹਾਡੇ ਸਿਰ ਤੇ ਜ਼ਬਰਦਸਤੀ ਰੱਖ ਦਿੱਤੀ ਜਾਵੇ, ਉਹ ਝੱਲਣੀ ਔਖੀ ਹੈ, ਤੇ ਜੇ 8 ਬੋਰੀਆਂ ਰੱਖ ਦਿੱਤੀਆਂ ਜਾਣਗੀਆਂ ਤਾਂ ਕੀ ਹਾਲ ਹੋਵੇਗਾ? ਜੇ ਇੱਕ ਭ੍ਰਿਸ਼ਟ ਆਤਮਾ ਨੇ ਇੱਕ ਭ੍ਰਿਸ਼ਟ ਆਤਮਾ ਨੇ ਸਾਡਾ ਜੀਣਾ ਹਰਾਮ ਕੀਤਾ ਹੋਇਆ ਸੀ, ਤਾਂ ਫਿਰ 8 ਕੀ ਹਾਲ ਕਰਨਗੇ? ਇਹ ਬਾਈਬਲ 'ਚ ਲਿਖਿਆ ਹੋਇਆ ਆ, ਔਰ ਇਹ ਰਿਐਲਿਟੀ ਹੈ। ਹੁਣ ਇਹ ਹੋ ਰਿਹਾ ਤੇ ਹੋਣਾ ਵੀ, ਅੱਗੇ ਇਹ ਹੋਣਾ ਵੀ ਆ। ਪਰ ਕਿਹਨਾਂ ਲਈ? ਜਿਹੜੇ ਖਾਲੀ ਰਹਿੰਦੇ ਆ, ਜਿਹੜੇ ਕਹਿੰਦੇ ਸੀ ਤੁਰਦੇ ਫਿਰਦੇ ਪ੍ਰਾਰਥਨਾ ਕਰਦੇ ਆ ਜੀ, ਬਸ ਅਸੀਂ ਤੁਰਦੇ ਫਿਰਦੇ ਪ੍ਰਾਰਥਨਾ ਕਰਦੇ ਆ। ਤੁਰਦੇ ਫਿਰਦੇ ਤਾਂ ਸਰਦੀਆਂ ਨੂੰ ਕੋਈ ਗੱਚਕ ਖਾਂਦਾ, ਕੋਈ ਮਰੂੰਡਾ ਖਾਂਦਾ, ਤੇ ਕੋਈ ਮੂੰਗਫਲੀ ਖਾਂਦਾ, ਤੇ ਮੁੜ ਕੇ ਘਰ ਆ ਕੇ ਰੋਟੀ ਨਹੀਂ ਖਾਂਦਾ। ਜਿਵੇਂ ਸਾਨੂੰ ਪਤਾ ਕਿ ਬਾਹਰ ਜੋ ਮਰਜ਼ੀ ਖਾਂਦੇ ਪੀਂਦੇ ਅਸੀਂ ਤੁਰਦੇ ਫਿਰਦੇ, ਪਰ ਘਰ ਆ ਕੇ ਅਸੀਂ ਆਰਾਮ ਦੇ ਨਾਲ ਪੂਰੀ ਤਰ੍ਹਾਂ ਫਰੈਸ਼ ਹੋ ਕੇ ਇਸ਼ਨਾਨ ਕਰਕੇ ਆਰਾਮ ਦੇ ਨਾਲ ਰੈਸਟ ਦੇ ਵਿੱਚ ਬੈਠ ਕੇ ਅਸੀਂ ਖਾਣਾ ਖਾਂਦੇ ਆ ਤੇ ਸਾਨੂੰ ਤਸੱਲੀ ਹੁੰਦੀ ਆ। ਐਦਾਂ ਹੀ ਪ੍ਰਾਰਥਨਾ ਤਸੱਲੀ ਨਾਲ ਹੁੰਦੀ ਆ, ਬੈਠ ਉੱਠ ਕੇ ਤਸੱਲੀ, ਘੁੰਮ ਫਿਰ ਕੇ ਪ੍ਰਾਰਥਨਾ ਨਹੀਂ ਹੁੰਦੀ। ਬਾਈਬਲ ਆਪਣੀ ਗੋਦੀ 'ਚ ਖੋਲ ਕੇ ਬੈਠੋ, ਉਹਨੂੰ ਪੜ੍ਹੋ, ਆਪਣੀਆਂ ਅੱਖਾਂ ਦੇ ਨਾਲ ਵੇਖੋ, ਦਿਮਾਗ ਤੇ ਮਨ ਨਾਲ ਪੜ੍ਹੋ। ਉਹ ਬਾਈਬਲ ਪੜ੍ਹੀ ਜਾਂਦੀ ਆ, ਜਿਹੜੀ ਬਾਈਬਲ ਮੇਰੀ ਜੋ ਤੁਸੀਂ
ਲਾ ਦਿੰਦੇ ਆ, ਮੋਬਾਈਲ ਤੇ ਲਾ ਦਿੰਦੇ ਆ, ਲੱਗਾ ਆ ਮੋਬਾਈਲ, ਲੱਗਾ ਆ ਅੰਦਰ, ਨਾਲੇ ਚਾਰਜ ਤੇ ਲੱਗਾ, ਨਾਲੇ ਮੋਬਾਈਲ ਦੇ ਉੱਤੇ ਵਚਨ ਚੱਲੀ ਜਾਂਦਾ, ਤੇ ਅਸੀਂ ਪੋਚਾ ਵੀ ਲਾਈ ਜਾਂਦੇ ਆ, ਅਸੀਂ ਭਾਂਡੇ ਵੀ ਮਾਂਜੀ ਜਾਂਦੇ ਆ, ਅਸੀਂ ਗਾਲਾਂ ਵੀ ਵਿੱਚੇ ਕੱਢੀ ਜਾਂਦੇ ਆ, ਨਿਆਣਿਆਂ ਨੂੰ ਅਸੀਂ ਫਿਟੇ ਮੂੰਹ ਵੀ ਦੁਰ ਫਿਟੇ ਮੂੰਹ ਵੀ ਤੇਰਾ ਬੇੜਾ ਗਿਆ ਜਾਏ ਇਹ ਵੀ ਬੋਲੀ ਜਾਂਦੇ ਆ, ਤੇ ਮੋਬਾਈਲ ਵੀ ਵਚਨ ਵੀ ਚੱਲੀ ਜਾਂਦਾ ਆ। ਉੱਥੇ ਉਹ ਚੱਲਣ ਦਾ ਤੇ ਸਾਡੇ ਬੋਲਣ ਦਾ ਫਿਰ ਕੋਈ ਲਾਭ ਕੀ ਰਹਿ ਜਾਂਦਾ? ਇਹ ਸਾਰੀਆਂ ਨਿਸ਼ਾਨੀਆਂ ਖਾਲੀ ਬੰਦੀਆਂ ਆ, ਖਤਰੇ ਨੂੰ ਦਰਸਾਉਂਦੀਆਂ ਆ, ਤੇ ਪਰਮੇਸ਼ਵਰ ਸਾਨੂੰ ਇਸ ਖਤਰੇ ਚੋਂ ਕੱਢਣਾ ਚਾਹੁੰਦਾ ਹੈ। ਪਰਮੇਸ਼ਵਰ ਸਾਨੂੰ ਇਸ ਖਤਰੇ ਚੋਂ ਬਚਾਉਣਾ ਚਾਹੁੰਦਾ ਹੈ। ਪਰ ਖਤਰੇ ਚੋਂ ਨਿਕਲਾਂਗੇ ਕਦੋਂ? ਜਦੋਂ ਅਸੀਂ ਭਰ ਜਾਵਾਂਗੇ। ਖਾਲੀ ਤਾਂ ਖੇਤ ਛੱਡ ਦਿਓ ਤੇ ਝਾੜੀਆਂ ਤੇ ਬੂਝੇ ਉਹਦੇ ਵਿੱਚ ਉੱਗ ਪੈਂਦੇ ਆ। ਖਾਲੀ ਖੇਤ ਛੱਡ ਦਿਓ 2 ਸਾਲ ਤੇ ਉਹਦੇ ਵਿੱਚ ਦੀ ਲੰਘਣਾ ਔਖਾ ਹੋ ਜਾਂਦਾ, ਤੇ ਖਾਲੀ ਜ਼ਿੰਦਗੀ ਦਾ ਕੀ ਹਾਲ ਹੋਏਗਾ? ਹਾਲੇਲੂਇਆ। ਦੁੱਧ ਵਾਲਾ ਦਹੀਂ ਵਾਲਾ ਭਾਂਡਾ 2 ਦਿਨ ਖਾਲੀ ਛੱਡ ਦਿਓ, ਉਹਨੂੰ ਸੁੰਘਣਾ ਮੁਸ਼ਕਲ ਹੋ ਜਾਂਦਾ, ਉਹਨੂੰ ਸੁੰਘਣਾ ਮੁਸ਼ਕਲ ਹੋ ਜਾਂਦਾ, ਉਹ ਚੋਂ ਮੁਸ਼ਕ ਆਉਣਾ ਸ਼ੁਰੂ ਹੋ ਜਾਂਦਾ, ਤੇ ਖਾਲੀ ਜ਼ਿੰਦਗੀ ਦਾ ਕੀ ਹਾਲ ਹੋਏਗਾ? ਇੱਕ ਘਰ ਨੂੰ 1 ਸਾਲ ਲਈ ਬਣਾ ਕੇ ਖਾਲੀ ਛੱਡ ਕੇ ਚਲ ਜਾਓ, ਘੱਟੇ ਮਿੱਟੀ ਨਾਲ ਉਹ ਹਾਲ ਹੋਏਗਾ ਤੁਹਾਡਾ, ਮੁੜ ਕੇ ਮੇਰੇ ਤੋਂ ਅੰਦਰ ਵੜਨਾ ਮੁਸ਼ਕਲ ਹੋ ਜਾਏਗਾ, ਜਾਲੇ ਲੱਗ ਜਾਣਗੇ, ਤਾਂ ਫਿਰ ਖਾਲੀ ਜ਼ਿੰਦਗੀ ਦਾ ਕੀ ਹਾਲ ਹੋਏਗਾ? ਖਾਲੀ ਮਕਾਨ ਖੰਡਰ ਬਣ ਜਾਂਦਾ, ਖਾਲੀ ਜ਼ਮੀਨ ਬੰਜਰ ਬਣ ਜਾਂਦੀ, ਤੇ ਖਾਲੀ ਜ਼ਿੰਦਗੀ ਮੇਰੇ ਜੋ ਸ਼ੈਤਾਨ ਦਾ ਡੇਰਾ ਬਣ ਜਾਂਦੀ ਆ। ਹਾਲੇਲੂਇਆ। ਨਾ ਖਾਲੀ ਜ਼ਮੀਨ ਚੋਂ ਕੁਝ ਲੱਭਣਾ, ਨਾ ਖੰਡਰ ਚੋਂ ਕੁਝ ਲੱਭਣਾ, ਤੇ ਨਾ ਖਾਲੀ ਜ਼ਿੰਦਗੀ ਚੋਂ ਕੁਝ ਲੱਭਣਾ। ਆਪਣੀ ਜ਼ਿੰਦਗੀ ਨੂੰ ਹਮੇਸ਼ਾ ਮੇਰੇ ਤੋਂ ਇੱਕ ਜ਼ਮੀਨ ਦੇ ਮਨ ਨੂੰ ਰੱਖਿਆ ਕਰੋ ਕਿ ਮੈਂ ਇੱਕ ਚੰਗੀ ਜ਼ਮੀਨ ਆ, ਪਰਮੇਸ਼ਰ ਦਾ ਵਚਨ ਇੱਕ ਬੀਜ ਆ, ਔਰ ਮੇਰੇ ਅੰਦਰ ਜਿਹੜਾ ਬੀਜ ਬੀਜਿਆ ਗਿਆ, ਮੈਂ ਚੰਗੀ ਉਪਜਾਊ ਜ਼ਮੀਨ ਵਾਂਗ ਇਹਨੂੰ ਚੰਗਾ ਵਧਾਉਣਾ, ਫਲਾਉਣਾ ਤੇ ਫਲਵਾਉਣਾ ਆ। ਤੇ ਜੇ ਮੇਰੇ ਜੋ ਬੀਜ ਬੀਜੀ ਜਾ ਰਹੇ ਆ, ਉਗਦਾ ਕੁਛ ਨਹੀਂ, ਲੱਗਦਾ ਕੁਛ ਨਹੀਂ ਆ, ਫਿਰ ਉੱਤਰ ਨੈਗੇਟਿਵ ਹੀ ਆ, ਫਿਰ ਮੇਰੇ ਜੋ ਰਿਸਪੌਂਸ ਨੈਗੇਟਿਵ ਹੀ ਆ, ਤਾਂ ਫਿਰ ਉਹ ਜ਼ਮੀਨ ਬੰਜਰ ਕਲਰ ਸੋਰ ਜ਼ਮੀਨ, ਫਿਰ ਉਹ 'ਚ ਕੋਈ ਲਾਭ ਨਹੀਂ ਆ। ਜੇ ਤੁਹਾਨੂੰ ਕੋਈ ਲਾਭ ਨਹੀਂ, ਤਾਂ ਫਿਰ ਪਰਮੇਸ਼ਰ ਨੂੰ, ਤੁਹਾਡੇ ਆਂਢ ਗੁਆਂਢ ਨੂੰ ਕੀ ਲਾਭ ਹੋਵੇਗਾ? ਮੈਂ ਫਿਰ ਰਿਪੀਟ ਕਰਦਾ, ਖਾਲੀਪਨ ਖਤਰੇ ਦੇ ਨਿਸ਼ਾਨ ਆ। ਕੁਝ ਵੀ ਹੋ ਸਕਦਾ, ਕੋਈ ਗਰੰਟੀ ਨਹੀਂ ਆ, ਕਿਉਂਕਿ ਜਿਸ ਸ਼ੈਤਾਨ ਨੂੰ ਕੱਢਿਆ ਗਿਆ ਉਹ ਵਾਪਸ ਮੁੜ ਕੇ ਆਵੇਗਾ, ਕੱਲਾ ਨਹੀਂ ਬਲਕਿ ਸੱਤਾਂ ਨੂੰ ਨਾਲ ਲੈ ਕੇ ਆਵੇਗਾ। ਹਾਲੇਲੂਇਆ। ਸੱਤਾਂ ਨੂੰ ਨਾਲ ਲੈ ਕੇ ਆਵੇਗਾ। ਯੀਸ਼ੂ ਬਾਰ-ਬਾਰ ਕਹਿ ਰਿਹਾ ਸੀ ਆਪਣੇ ਚੇਲਿਆਂ ਨੂੰ, ਪ੍ਰਾਰਥਨਾ ਕਰੋ, ਪ੍ਰਾਰਥਨਾ ਕਰੋ। ਜਦੋਂ ਅਸੀਂ ਬਾਈਬਲ 'ਚ ਪੜ੍ਹਦੇ ਹਾਂ, ਚੇਲੇ ਨਾਲ ਰਹਿੰਦੇ ਸੀ। ਜਦੋਂ ਵੀ ਯਿਸੂ ਮਸੀਹ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਚੰਗਾ ਕਰਕੇ, ਪ੍ਰਚਾਰ ਕਰਕੇ, ਫਿਰ ਮੇਰੇ ਜੋ ਪਹਾੜ ਤੇ ਚਲਾ ਜਾਂਦਾ ਸੀ, ਕਿਤੇ ਲਿਖਿਆ ਹੈ ਕਿ ਚੇਲੇ ਵੀ ਨਾਲ ਹੀ ਘੁਟਨੇ ਟੇਕਦੇ ਸੀਗੇ, ਕਿਤੇ ਲਿਖਿਆ ਹੈ ਕਿ ਚੇਲੇ ਵੀ ਨਾਲ ਹੀ ਪ੍ਰਾਰਥਨਾ ਕਰਦੇ ਸੀਗੇ। ਯਿਸੂ ਮਸੀਹ ਇਕਾਂਤ ਵਿੱਚ ਜਾਂਦਾ ਸੀ ਪ੍ਰਾਰਥਨਾ ਕਰਨ ਲਈ। ਕਿਉਂ? ਕਿਉਂਕਿ ਚੇਲੇ ਤੁਰਦਾ ਹੀ ਨਹੀਂ ਸੀ, ਚੇਲੇ ਤੁਰਦਾ ਹੀ ਨਹੀਂ ਸੀ ਪ੍ਰਾਰਥਨਾ ਕਰਨ ਦੇ ਲਈ। ਤੇ ਹੁਣ ਲਾਸਟ ਮੂਮੈਂਟ ਦੇ ਉੱਤੇ ਆ ਕੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਤਿਆਰ ਕਰ ਰਿਹਾ ਕਿ ਜਾਗੋ ਤੇ ਪ੍ਰਾਰਥਨਾ ਕਰੋ। ਹਾਲੇਲੂਇਆ। ਗਿਹਾਜੀ ਕਿਉਂ ਮਾਰਿਆ ਗਿਆ? ਕਿਉਂ ਸ਼ਰਾਪਤ ਹੋਇਆ? ਅਲੀਸ਼ਾ ਨੇ ਕਿਹਾ ਇਹ ਬੇਲਾ। ਅਲੀਸ਼ਾ ਉਸ ਵੇਲੇ ਆਪਣੇ ਕਮਰੇ ਦੇ ਵਿੱਚ ਸੀ, ਤੇ ਇੱਕ ਭਗਤ ਜਦੋਂ ਆਪਣੇ ਕਮਰੇ 'ਚ ਹੋਵੇ ਤਾਂ ਉਹਦਾ ਮਤਲਬ ਕਿ ਉਹ ਜ਼ਰੂਰ ਗਿਆਨ ਧਿਆਨ ਲਈ ਬੈਠਾ ਆ। ਤੇ ਅਲੀਸ਼ਾ ਨੇ ਕਿਹਾ ਕਿ ਇਹ ਬੇਲਾ ਦੁਨਿਆਵੀ ਚੀਜ਼ਾਂ ਦੇ ਪਿੱਛੇ, ਕਾਮਯਾਬੀ ਦੇ ਪਿੱਛੇ ਦੌੜਨ ਦਾ ਆ, ਸਗੋਂ ਇਹ ਬੇਲਾ ਤਾਂ ਹੁਣ ਪਰਮੇਸ਼ਰ ਦੇ ਨਾਲ ਜੁੜਨ ਦਾ ਆ। ਅਲੀਸ਼ਾ ਉਸ ਵੇਲੇ ਪ੍ਰਾਰਥਨਾ 'ਚ ਸੀ। ਕਿੱਦਾਂ ਦੱਸ ਸਕਦੇ ਆ? ਇੱਥੋਂ ਇਹ ਪਤਾ ਲੱਗ ਜਾਂਦਾ ਆ ਕਿ ਜਦੋਂ ਗਿਹਾਜੀ ਮੇਰੇ ਜੋ ਲਾਲਚ ਵਸ ਉਹ ਚਲਾ ਗਿਆ ਉਸ ਥਾਂ ਨੂੰ ਛੱਡ ਕੇ, ਤੇ ਅਲੀਸ਼ਾ ਦੇ ਮਨ ਨੂੰ ਇਹ ਪਤਾ ਲੱਗ ਗਿਆ, ਅਲੀਸ਼ਾ ਦੀ ਰੂਹ ਨੂੰ ਇਹ ਪਤਾ ਲੱਗ ਗਿਆ ਕਿ ਗਿਹਾਜੀ ਹੇਰਾਫੇਰੀ ਕਰਦਾ ਪਿਆ। ਜੇ ਉਹ ਗਿਆਨ ਧਿਆਨ 'ਚ ਬੈਠਾ ਸੀ, ਇਸੇ ਲਈ ਅਲੀਸ਼ਾ ਦੇ ਮਨ ਨੇ, ਅਲੀਸ਼ਾ ਦੀ ਆਤਮਾ ਨੇ ਸਭ ਕੁਝ ਜਾਣ ਲਿਆ ਜੋ ਪਿੰਡ ਤੋਂ ਬਾਹਰ, ਨਗਰ ਤੋਂ ਬਾਹਰ ਹੋ ਰਿਹਾ ਸੀ ਗਿਹਾਜੀ ਨਾਲ। ਰੋਟੀ ਖਾਂਦੇ ਤੋਂ ਥੋੜਾ ਅਸੀਂ ਦੱਸ ਸਕਦੇ ਹਾਂ ਜੀ ਮੈਨੂੰ ਫਲਾਣੇ ਦਾ ਦਰਸ਼ਨ ਹੋ ਰਿਹਾ। ਅਸੀਂ ਰੋਟੀ ਖਾਂਦੇ ਹੋਈਏ, ਕੋਈ ਭਾਂਡੇ ਮਾਂਜਦਾ ਹੋਵੇ, ਕੋਈ ਮੇਰੇ ਜੋ ਭੈਣ ਪੋਚਾ ਲਾਉਂਦੀ ਹੋਵੇ, ਤਾਂ ਉਹ ਕਹੀ ਜਾਵੇ ਜੀ ਮੈਨੂੰ ਦਰਸ਼ਨ ਹੋ ਰਿਹਾ, ਮੈਨੂੰ ਦਰਸ਼ਨ ਹੋ ਰਿਹਾ। ਇਹ ਗੱਲਾਂ ਝੂਠੀਆਂ ਆ, ਏਦਾਂ ਨਹੀਂ ਹੋ ਸਕਦਾਗਾ। ਜਦ ਤੱਕ ਤੁਸੀਂ ਪਰਮੇਸ਼ਰ ਦੇ ਵਿੱਚ ਲੀਨ ਨਹੀਂ ਹੋ ਜਾਂਦੇ, ਪਰਮੇਸ਼ਰ ਨਾਲ ਇੱਕਮਿਕ ਨਹੀਂ ਹੋ ਜਾਂਦੇ, ਤਦ ਤੱਕ ਪਰਮੇਸ਼ਰ ਦਾ ਕੋਈ ਦਰਸ਼ਨ ਨਹੀਂ ਆ। ਹਾਲੇਲੂਇਆ। ਅਲੀਸ਼ਾ ਉਸ ਵੇਲੇ ਪ੍ਰੇਅਰ ਦੇ ਵਿੱਚ ਸੀ, ਇਸੇ ਲਈ ਜੋ ਅਲੀਸ਼ਾ ਦੀ ਪਿੱਠ ਪਿੱਛੇ ਗਿਹਾਜੀ ਕਰ ਰਿਹਾ ਸੀ, ਉਹ ਅਲੀਸ਼ਾ ਨੂੰ ਪਤਾ ਹੋ ਲੱਗੀ ਜਾਂਦਾ ਸੀਗਾ।
ਤੇ ਅਲੀਸ਼ਾ ਉਹਨੂੰ ਦੱਸਣਾ ਚਾਹੁੰਦਾ ਆ ਇਹ ਬੇਲਾ ਇਹਨਾਂ ਚੀਜ਼ਾਂ ਪਿੱਛੇ ਦੌੜਨ ਦਾ ਨਹੀਂ ਆ। ਜਦੋਂ ਅਸੀਂ ਚੰਗੇ ਹੋ ਜਾਂਦੇ ਆ ਦੌੜ ਪੈਂਦੇ ਆ, ਚਲੋ ਜੀ ਚੰਗਾ ਰਿਸ਼ਤਾ ਮਿਲ ਗਿਆ, ਚੰਗਾ ਮੁੰਡਾ ਮਿਲ ਗਿਆ, ਚਲੋ ਹੁਣ ਵਿਆਹ ਕਰ ਦਈਏ ਦਾਜ ਤੋਂ ਬਗੈਰ ਹੀ ਜੀ। ਕੁੜੀ ਉਹਨਾਂ ਨੇ ਕਿਹਾ ਸੀ ਇੱਕ ਸੂਈ ਵੀ ਨਹੀਂ ਚੁੱਕਣੀਗੀ। ਮੇਰੇ ਸੂਈ ਚੁੱਕਣੀ ਨਹੀਂ, ਮੁੜ ਕੇ ਸੂਈਆਂ ਬਿੰਨਣ ਜੋਗੀ ਤੁਹਾਡੀ ਕੁੜੀ ਕਰ ਦੇਣੀ ਉਹਨਾਂ ਨੇ। ਤੇ ਹੁੰਦਾ ਵੀ ਆ, ਕਿੰਨੇ ਕਿੰਨੇ ਟੀਕੇ ਲਗਾਉਣੇ ਪੈਂਦੇ ਆ। ਜਦੋਂ ਦਾ ਵਿਆਹ ਕੀਤਾ ਆ ਸੂਤ ਹੀ ਨਹੀਂ ਜ਼ਿੰਦਗੀ ਆਉਂਦੀ। ਇਦਾਂ ਹੀ ਹੁੰਦੀ ਆ, ਜਦੋਂ ਦਾ ਵਿਆਹ ਕੀਤਾ ਕੁੜੀ ਸੂਤ ਹੀ ਨਹੀਂ ਆਈ ਸਾਡੀ, ਸਹੀ ਹੋਈ ਨਹੀਂ। ਪਤਾ ਨਹੀਂ ਉਸ ਘਰ ਦੇ ਵਿੱਚ ਕੀ ਆ, ਉਸ ਘਰ ਵਿੱਚ ਨਹੀਂ ਹੈ ਕੁਛ। ਉਹਦੀ ਜ਼ਿੰਦਗੀ ਜਾ ਕੇ ਜਿਹੜੀ ਮਸੇ ਸ਼ੈਤਾਨ ਤੋਂ ਆਜ਼ਾਦ ਕੀਤੀ, ਤੁਸੀਂ ਮੁੜ ਕੇ ਫੇਰ ਸ਼ੈਤਾਨੀਆਂ ਹੱਥਾਂ 'ਚ ਫੜਾ ਦਿੱਤੀ। ਪਹਿਲਾਂ ਇੱਕ ਨਾਲ ਦੁਖੀ ਸੀ, ਹੁਣ 8 ਨਾਲ ਦੁਖੀ ਆ। ਪਹਿਲਾਂ ਇੱਕ ਭ੍ਰਿਸ਼ਟ ਆਤਮਾ ਤੋਂ ਤੰਗ ਸੀ, ਹੁਣ 8 ਭ੍ਰਿਸ਼ਟ ਆਤਮਾ ਦੇ ਕੇ ਤੰਗ ਆ। ਏਦਾਂ ਹੀ ਦੇਸ਼ਾਂ ਵਿਦੇਸ਼ਾਂ ਦੀ ਗੱਲ, ਫਟਾਫਟ ਇੱਕ ਚੋਂ ਭ੍ਰਿਸ਼ਟ ਆਤਮਾ ਨਿਕਲਿਆ, ਮਸਾਂ ਹੀ ਜ਼ੋਰ ਲਾ ਲਾ ਕੇ ਭ੍ਰਿਸ਼ਟ ਆਤਮਾ ਨਿਕਲਿਆ। ਮੁੜ ਕੇ ਅਗਲੇ ਹਫ਼ਤੇ ਪੂਰਾ ਟੱਬਰ ਪਾਸਪੋਰਟ ਲੈ ਕੇ ਆ ਗਿਆ ਜੀ। ਪਾਸਟਰ ਜੀ ਪ੍ਰਾਰਥਨਾ ਕਰੋ, ਮੁੰਡਾ ਸਾਡਾ ਹੁਣ ਠੀਕ ਆ, ਪੂਰਾ ਹਫ਼ਤਾ ਬਹੁਤ ਵਧੀਆ ਰਿਹਾ, ਤੁਸੀਂ ਪ੍ਰਾਰਥਨਾ ਕਰੋ ਮੁੰਡਾ ਚੱਲ ਜਾਵੇ। ਅਸੀਂ ਕੀ ਕਰਦੇ, ਕਰ ਦਿੱਤੀ ਪ੍ਰਾਰਥਨਾ, ਮੁੰਡਾ ਚਲਾ ਗਿਆ ਬਾਹਰ ਦੁਬਈ ਦੇ ਵਿੱਚ। ਜੋ ਦੁਬਈ 'ਚ ਗਿਆ ਮਹੀਨੇ ਕੇ ਬਾਅਦ ਖਬਰ ਆ ਗਈ ਜੀ ਮੁੰਡਾ ਤਾਂ ਕੰਮ ਤੇ ਜਾਂਦਾ ਹੀ ਨਹੀਂ, ਉਹ ਸ਼ਰਾਬ ਹੀ ਬੜੀ ਪੀਂਦਾ ਉੱਥੇ। ਘਰ ਦੇ ਕਹਿੰਦੇ ਪਾਸੇ ਕਰੋ ਪ੍ਰਾਰਥਨਾ। ਮੈਂ ਕਰੋ ਹੁਣ ਤੁਸੀਂ, ਤੁਹਾਨੂੰ ਕਾਲੀ ਪਈ ਸੀ ਕਿ ਖਾਲੀ ਖਾਲੀ ਮੁੰਡਾ ਭੇਜ ਦਈਏ, ਤੇ ਹੁਣ ਉੱਥੇ ਭਰੀ ਜਾਂਦਾ ਆ ਉਹ ਡਰਮਾਂ ਦੇ ਡਰਮ, ਤੇ ਹੁਣ ਉਹ ਜਿਹੜੇ ਕਮਾਈ ਕਰਦਾ ਹੈ ਉੱਥੇ ਹੀ ਲੱਗਣੇ, ਇੱਥੇ ਨਹੀਂ ਆਉਣੇ। ਸਾਨੂੰ ਹੁੰਦਾ ਖਾਲੀ ਨੂੰ ਭੇਜ ਦਿਓ ਜਿੱਥੇ ਭੇਜ ਹੁੰਦਾ, ਖਾਲੀ ਨੂੰ ਮੇਰੇ ਜੋ ਪ੍ਰਭੂ 'ਚ ਲਗਾ ਦਿਓ, ਖਾਲੀ ਨੂੰ ਪ੍ਰਾਰਥਨਾ 'ਚ ਲਗਾਓ, ਖਾਲੀ ਨੂੰ ਵਚਨ ਪੜ੍ਹਨਾ ਤੇ ਸਿੱਖਣਾ ਤੇ ਚੱਲਣਾ ਲਗਾਓ। ਕਿਉਂਕਿ ਖਾਲੀ ਜਿਹੜਾ ਉਹ ਭਰ ਜਾਵੇ, ਖਾਲੀ ਜਿਹੜਾ ਆ ਭਰ ਜਾਵੇ। ਖਾਲੀ ਇਨਸਾਨ ਜਿਹੜਾ ਆਤਮਾ ਤੋਂ, ਵਚਨ ਤੋਂ, ਪ੍ਰਾਰਥਨਾ ਤੋਂ ਖਾਲੀ ਆ, ਉਹ ਆਪਣੇ ਲਈ ਵੱਡਾ ਖਤਰਾ ਲੈ ਕੇ ਬੈਠਾ ਆ। ਉਹ ਆਪਣੇ ਆਪ ਲਈ ਤੇ ਆਪਣੀ ਫੈਮਿਲੀ ਲਈ ਖਤਰਾ ਆ। ਖਾਲੀਪਨ ਖਤਰੇ ਦਾ ਸੰਕੇਤ ਤੇ ਨਿਸ਼ਾਨ ਆ। ਜਾਗਣਾ ਪੈਣਾ ਆ। ਯਿਸੂ ਮਸੀਹ ਨੇ ਕਿਹਾ ਕਿ ਇਸ ਗੱਲ ਤੋਂ ਖੁਸ਼ ਨਾ ਹੋਵੋ ਕਿ ਭੂਤ ਤੁਹਾਡੇ ਵੱਸ 'ਚ ਹੋ ਗਏ ਆ। ਭੂਤ ਤੁਹਾਡੇ ਵੱਸ ਵਿੱਚ ਨਹੀਂ ਹੋਏ। ਮੈਂ ਤੁਹਾਨੂੰ ਅਧਿਕਾਰ ਦੇ ਕੇ ਭੇਜਿਆ ਸੀ, ਅਖਤਿਆਰ ਦੇ ਕੇ ਭੇਜਿਆ ਸੀ। ਤੇ ਇਹ ਅਖਤਿਆਰ ਇੱਕ ਵਾਰੀ ਹੋ ਸਕਦਾ ਆ, ਪਰ ਪਵਿੱਤਰ ਆਤਮਾ ਦੁਆਰਾ ਸਾਰੇ ਜੀਵਨ ਭਰ ਲਈ ਹੋ ਸਕਦਾ ਆ। ਹਾਲੇਲੂਇਆ। ਯਿਸੂ ਮਸੀਹ ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠੇ। ਔਰ ਬਾਈਬਲ 'ਚ ਲਿਖਿਆ ਹੈ ਕਿ ਪਤਰਸ ਨੂੰ ਕੀ ਕਿਹਾ ਸੀ ਪ੍ਰਭੂ ਯਿਸੂ ਮਸੀਹ ਨੇ ਕਿ ਮੈਂ ਤੈਨੂੰ ਹੁਣ ਮੱਛੀਆਂ ਦਾ ਸ਼ਿਕਾਰੀ ਨਹੀਂ, ਬਲਕਿ ਤੈਨੂੰ ਹੁਣ ਮੈਂ ਮਨੁੱਖਾਂ ਦਾ ਸ਼ਿਕਾਰੀ ਬਣਾਵਾਂਗਾ। ਉਹਦੇ ਵਿੱਚ ਉਹ ਸੰਸਾਰ ਦਾ ਲੋਭ, ਮੋਹ, ਸੰਸਾਰ ਕੋ ਸਾਰੀਆਂ ਖੁਆਇਸ਼ਾਂ ਵਾਲਾ ਸ਼ੈਤਾਨ ਪਤਰਸ ਤੋਂ ਨਿਕਲ ਗਿਆ। ਯਿਸੂ ਮਸੀਹ ਮਰ ਗਿਆ, ਤੀਜੇ ਦਿਨ ਮੁਰਦਿਆਂ ਚੋਂ ਜੀ ਉੱਠਿਆ। ਤੇ ਪਤਰਸ ਕਹਿੰਦਾ ਹੁਣ ਮੈਂ ਕੀ ਕਰਨਾ ਆ, ਮੈਂ ਚੱਲਾ ਹੁਣ ਮੱਛੀਆਂ ਫੜਨਾ। ਕੱਢੀਏ ਯਹੋਨਾ ਦੀ ਅੰਜੀਲ 21 ਅਧਿਆਏ, ਯਹੋਨਾ ਦੀ ਅੰਜੀਲ। ਉਸ ਤੋਂ ਬਾਅਦ ਰਸੂਲਾਂ ਦੇ ਕਰਤੱਵ 1, ਰਸੂਲਾਂ ਦੇ ਕਰਤੱਵ 2 ਤੇ ਰਸੂਲਾਂ ਦੇ ਕਰਤੱਵ 3। ਖਾਲੀਪਨ ਤੇ ਭਰੇ ਹੋਏ ਮਤਲਬ ਇੱਕ ਜੀਵਨ ਦੇ ਵਿੱਚ ਕਿੰਨੀ ਆਸ਼ੀਸ਼ ਆ। ਇਹ ਉਹ ਪਤਰਸ ਆ ਜਿਹਨੂੰ ਪ੍ਰਭੂ ਯਿਸੂ ਮਸੀਹ ਨੇ 3 ਵਾਰ ਗਤਸਮਨੀ ਬਾਗ ਦੇ ਵਿੱਚ ਪ੍ਰਾਰਥਨਾ ਲਈ ਪ੍ਰੇਰਿਆ ਕਿ ਜਾਗ ਉੱਠ ਪ੍ਰਾਰਥਨਾ ਕਰ, ਉੱਠ ਪ੍ਰਾਰਥਨਾ ਕਰ, ਕਿ ਮੇਰੇ ਜਾਣ ਤੋਂ ਬਾਅਦ ਵੀ ਜੇ ਪ੍ਰਾਰਥਨਾ ਕਰਦੇ ਰਹੋਗੇ ਪਵਿੱਤਰ ਆਤਮਾ ਫੇਰ ਪਾਓਗੇ। ਹਾਲੇਲੂਇਆ। ਪਰ ਉਸ ਵੇਲੇ ਇਹ ਨਹੀਂ ਉੱਠੇ। ਜਦੋਂ ਯਿਸੂ ਮਸੀਹ ਫੜਾਇਆ ਗਿਆ, ਜੇ ਪ੍ਰਾਰਥਨਾ ਕੀਤੀ ਹੁੰਦੀ ਤੇ ਪਤਰਸ ਜਾਣ ਲੈਂਦਾ ਕਿ ਮੁਕਤੀ ਦਾਤਾ ਹੈ ਤੇ ਮੈਂ ਤਾਂ ਇਨਕਾਰ ਨਹੀਂ ਕਰਨਾ। ਆਤਮਾ ਨਾ ਹੋਣ ਕਰਕੇ ਯਿਸੂ ਮਸੀਹ ਦਾ ਇਨਕਾਰ ਕਰ ਬੈਠਾ। ਹਾਲੇਲੂਇਆ। ਅਸੀਂ ਵੀ ਜਲਦੀ ਜਲਦੀ ਕੀ ਕਰਦੇ ਹਾਂ, ਜਦੋਂ ਖਾਲੀ ਹੁੰਨੇ ਨਾ ਫਟਾਫਟ ਵਿਆਹ ਸ਼ਾਦੀਆਂ, ਬਿਜ਼ਨਸ, ਦੇਸ਼ ਵਿਦੇਸ਼, ਫਲਾਨਾ ਕੰਮ, ਭਾਵ ਫਿਰ ਸੰਸਾਰ ਦੇ ਵਿੱਚ ਚਲੇ ਜਾਂਦੇ ਆ। ਦੁਨਿਆਵੀ ਰੂਪ ਦੇ ਵਿੱਚ ਅਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਆ, ਜਿਹਦੇ ਕਰਕੇ ਫਿਰ ਉੱਥੇ ਔਕੜਾਂ ਹੁੰਦੀਆਂ ਨੇ, ਮੁਸ਼ਕਲਾਂ ਹੁੰਦੀਆਂ ਆ, ਪਰੇਸ਼ਾਨੀਆਂ ਹੁੰਦੀਆਂ ਆ। ਪਤਰਸ ਨੇ ਪ੍ਰਾਰਥਨਾ ਨਹੀਂ ਕੀਤੀ, ਇਸੇ ਲਈ ਉਹਨੂੰ ਗਿਆਨ ਨਹੀਂ ਆਇਆ। ਦੂਏ ਦਿਨ ਸਵੇਰੇ ਹੀ, ਜਿਸ ਰਾਤ ਪ੍ਰਭੂ ਯਿਸੂ ਮਸੀਹ ਨੂੰ ਪ੍ਰਾਰਥਨਾ ਲਈ ਕਹਿ ਰਿਹਾ, ਪ੍ਰਾਰਥਨਾ ਨਾਲ ਭਰਨ ਨੂੰ ਕਹਿ ਰਿਹਾ, ਉਸੇ ਸਵੇਰੇ ਮੂੰਹ ਹਨੇਰੇ ਪਤਰਸ ਨੇ ਯਿਸੂ ਮਸੀਹ ਦਾ 3 ਵਾਰੀ ਇਨਕਾਰ ਕਰ ਦਿੱਤਾ। 3 ਵਾਰ ਇਨਕਾਰ ਕਰ ਦਿੱਤਾ, ਮੀਨਸ ਵਚਨ ਤੋੜ ਦਿੱਤਾ। ਤੇ ਇੱਥੇ ਵੀ ਉਹ ਕਈ ਲੋਕ ਏਦਾਂ ਦੇ ਆ ਜਿਹੜੇ ਖਾਲੀ ਹੋਣ ਕਰਕੇ, ਗਿਆਨ ਦੀ ਘਾਟ ਹੋਣ ਕਰਕੇ, ਖਾਲੀ ਆਪਣੇ ਜੀਵਨ ਦੇ ਕਈ ਫੈਸਲੇ ਸੰਸਾਰਕ ਰੂਪ ਚ ਲੈ ਲੈਂਦੇ ਆ, ਫੇਲ ਹੋ ਜਾਂਦੇ ਆ। ਪਤਰਸ ਇਸੇ ਲਈ ਉਸ ਵੇਲੇ ਫੇਲ ਹੋ ਗਿਆ ਜਦੋਂ ਉਹਨੇ ਇਨਕਾਰ ਕੀਤਾ, ਪ੍ਰਾਰਥਨਾ ਨਹੀਂ ਕੀਤੀ ਸੀ।
ਹੁਣ ਵੀ ਜਦੋਂ ਯਿਸੂ ਮਸੀਹ ਮੁਰਦਿਆਂ ਚੋਂ ਜੀ ਉੱਠਿਆ ਆ, ਹੁਣ ਵੀ ਪ੍ਰਭੂ ਯਿਸੂ ਮਸੀਹ ਨੇ ਮੇਰੇ ਇੱਕ ਬਚਨ ਚੋਂ ਅਸੀਂ ਦੇਖਦੇ ਆ, ਜਦੋਂ ਯਿਸੂ ਮਸੀਹ ਮੁਰਦਿਆਂ ਚੋਂ ਜੀ ਉੱਠਿਆ ਆ, ਪਰ ਅਜੇ ਤੱਕ ਪਤਰਸ ਦੇ ਉੱਤੇ ਦਰਸ਼ਨ ਅਜੇ ਨਹੀਂ ਹੋਇਆਗਾ। ਇਸ ਵੇਲੇ ਪੜ੍ਹਦੇ ਅਸੀਂ 21 ਦੀ 1 2 3 ਆਇਤ। ਇਹਦੇ ਪਿੱਛੋਂ ਯਿਸੂ ਨੇ ਫਿਰ ਆਪਣੇ ਤਾਈ ਤਿਬਰੀਆਸ ਦੀ ਝੀਲ ਉੱਤੇ ਚੇਲਿਆਂ ਨੂੰ ਵਿਖਾਲਿਆ, ਅਤੇ ਉਹਨੇ ਇਉਂ ਵਿਖਾਲਿਆ, ਸ਼ਮੌਨ ਪਤਰਸ ਅਰ ਥੋਮਾ ਜਿਹੜਾ ਦਿਦੁਮਸ ਕਹਾਉਂਦਾ ਹੈ, ਅਰ ਨਿਥਾਨੀਏਲ ਜੋ ਗਲੀਲ ਦੇ ਕਾਨਾ ਦਾ ਸੀ, ਅਤੇ ਜਬਦੀ ਦੇ ਪੁੱਤਰ, ਅਤੇ ਉਹਦੇ ਚੇਲਿਆਂ ਵਿੱਚੋਂ ਹੋਰ 2 ਇਕੱਠੇ ਸਨ। ਸ਼ਮੌਨ ਪਤਰਸ ਨੇ ਉਹਨਾਂ ਨੂੰ ਆਖਿਆ, ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ। ਸ਼ਮੌਨ ਪਤਰਸ ਨੇ ਨਾਲ ਦੇ ਚੇਲਿਆਂ ਨੂੰ ਆਖਿਆ, ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ। ਉਹਨਾਂ ਉਸ ਨੂੰ ਕਿਹਾ, ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਉਹ ਨਿਕਲ ਕੇ ਬੇੜੀ ਉੱਤੇ ਚੜੇ ਅਤੇ ਉਸ ਰਾਤ ਕੁਝ ਨਾ ਫੜਿਆ। ਬਸ ਹਾਲੇਲੂਇਆ। ਹੁਣ ਇੱਥੇ ਪ੍ਰਭੂ ਯਿਸੂ ਮਸੀਹ ਦੇ ਇਹ ਚੇਲੇ ਜਦੋਂ ਇਕੱਠੇ ਆ, ਯਿਸੂ ਮਸੀਹ ਨੇ ਪਤਰਸ ਨੂੰ ਕੀ ਕਿਹਾ ਸੀ, ਮੈਂ ਤੈਨੂੰ ਮੱਛੀਆਂ ਦਾ ਨਹੀਂ ਬਲਕਿ ਮਨੁੱਖਾਂ ਦਾ ਸ਼ਿਕਾਰੀ ਬਣਾਵਾਂਗਾ। ਜੇ ਯਿਸੂ ਮਸੀਹ ਨੇ ਲਾਸਟ ਨਾਈਟ ਉਹਨਾਂ ਨੂੰ ਪ੍ਰੇਅਰ ਕਰਨ ਦੇ ਲਈ ਕਿਹਾ, ਤੇ ਫਿਰ ਇਹਨਾਂ ਦਾ ਕੰਮ ਕੀ ਸੀ? ਪ੍ਰਾਰਥਨਾ ਕਰਨੀ ਤੇ ਪਰਮੇਸ਼ਰ ਦੇ ਕੰਮ ਵਿੱਚ ਬਣੇ ਰਹਿਣਾ। ਹੁਣ ਯਿਸੂ ਮਸੀਹ ਨੇ ਆਪਣਾ ਦਰਸ਼ਨ ਦੇਣਾ ਸੀ ਇਹਨਾਂ ਨੂੰ, ਤੇ ਲਿਖਿਆ ਗਿਆ ਬਾਈਬਲ ਦੇ ਵਿੱਚ, ਪਤਰਸ ਨੇ ਨਾਲ ਦੇ ਚੇਲਿਆਂ ਨੂੰ ਕਿਹਾ, ਮੈਂ ਮੱਛੀਆਂ ਫੜਨ ਜਾਂਦਾ ਹਾਂ। ਚੇਲੇ ਕਹਿੰਦੇ, ਅਸੀਂ ਵੀ ਤੇਰੇ ਨਾਲ ਚੱਲਦੇ ਹਾਂ। ਲਿਖਿਆ ਉਹਨਾਂ ਨੇ ਝੀਲ ਦੇ ਵਿੱਚ ਜਾਲ ਪਾਇਆ, ਪਰ ਸਾਰੀ ਰਾਤ ਕੁਛ ਨਾ ਫੜਿਆ, ਕੁਛ ਹੱਥ ਪੱਲੇ ਨਹੀਂ ਆਇਆ। ਕਿਉਂ ਹੱਥ ਪੱਲੇ ਕੁਛ ਨਹੀਂ ਪਿਆ? ਪੂਰੀ ਰਾਤ ਮਿਹਨਤ ਕੀਤੀ, ਪੂਰੀ ਰਾਤ ਪਾਣੀ ਦੇ ਥਪੇੜਿਆਂ ਨੇ, ਮੇਰੇ ਜੋ ਲਹਿਰਾਂ ਦੇ ਥਪੇੜਿਆਂ ਨੇ, ਹਵਾਵਾਂ ਦੇ ਥਪੇੜਿਆਂ ਨੇ ਇੰਨਾ ਖਤਕਾ ਦਿੱਤਾ ਸੀ ਕਿ ਮੇਰੇ ਧਿਆਨ ਤੇ ਉਹ ਬਾਈਬਲ 'ਚ ਲਿਖਿਆ ਗਿਆ ਪਤਰਸ ਨੰਗਾ ਸੀ ਉਸ ਵੇਲੇ। ਜਿਹੜਾ ਬੰਦਾ ਥੱਕਿਆ ਹੋਵੇ ਨਾ, ਤੇ ਉਹਨੂੰ ਇਹ ਹੁੰਦਾ ਹੈ ਕਿ ਮੈਂ ਹੁਣ ਪੂਰੀ ਤਰ੍ਹਾਂ ਪੱਖੇ ਥੱਲੇ ਬੈਠਾ ਰਵਾਂ, ਮੈਨੂੰ ਹਵਾ ਆਵੇ ਚਾਰੋਂ ਪਾਸੇ। ਇਹ ਕਿਉਂ ਖਾਲੀ? ਪੂਰੀ ਰਾਤ ਮਿਹਨਤ ਕਰਨ ਤੋਂ ਬਾਅਦ ਵੀ ਖਾਲੀ ਸੀ, ਕਿਉਂਕਿ ਪਤਰਸ ਪਰਮੇਸ਼ਵਰ ਦੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਵੀ ਪਰਮੇਸ਼ਵਰ ਦੀਆਂ ਗੱਲਾਂ 'ਚ ਬਣਿਆ ਨਹੀਂ ਰਿਹਾ। ਜਦਕਿ ਇਹ ਸਮਾਂ ਸੀ ਪ੍ਰਾਰਥਨਾ 'ਚ ਬਣੇ ਰਹਿਣ ਦਾ, ਇਹ ਸਮਾਂ ਸੀ ਵਚਨ 'ਚ ਬਣੇ ਰਹਿਣ ਦਾ, ਇਹ ਸਮਾਂ ਸੀ ਮੇਰੇ ਪ੍ਰਭੂ ਦੇ ਵਿੱਚ ਚੱਲਦੇ ਰਹਿਣ ਦਾ। ਪਰ ਇਹਨਾਂ ਨੇ ਕੀਤਾ, ਇਹਨਾਂ ਨੇ ਉਹ ਕੰਮ ਕਰਨਾ ਸ਼ੁਰੂ ਕਰਤਾ ਜਿਸ ਕੰਮ ਕਰਕੇ ਪਹਿਲਾਂ ਹੀ ਇਹ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਸੀ। ਪੂਰੀ ਰਾਤ ਮਿਹਨਤ ਕੀਤੀ, ਹੱਥ ਪੱਲੇ ਕੁਛ ਨਹੀਂ ਆਇਆ। ਕਾਰਨ ਕੀ ਸੀ? ਕਿ ਜੇ ਹੁਣ ਯਿਸੂ ਮਸੀਹ ਨੂੰ ਜਾਣ ਲਿਆ ਤਾਂ ਫਿਰ ਸੰਸਾਰਕ ਕੰਮਾਂ ਲਈ ਨਿਕਲ ਪਏ। ਪਤਰਸ ਖਾਲੀ ਸੀ। ਯਿਸੂ ਮਸੀਹ ਠੀਕ 4 ਦਿਨ ਪਹਿਲਾਂ ਇਹਨਾਂ ਨੂੰ ਪ੍ਰਾਰਥਨਾ ਕਰਨ ਲਈ ਇਸੇ ਲਈ ਕਹਿ ਰਹੇ ਸੀ ਕਿ ਇਹਨਾਂ ਨੂੰ ਹੁਣ ਮੈਂ ਮਨੁੱਖਾਂ ਦੇ ਸ਼ਿਕਾਰੀ ਬਣਾਉਣਾ ਆ, ਤੇ ਇਹ ਮਨੁੱਖਾਂ ਦਾ ਆਦਰ ਪਾਉਣ, ਮਨੁੱਖਾਂ ਦੇ ਦੁਆਰਾ ਆਦਰ ਪਾਉਣ, ਇਹ ਮਹਿਮਾ ਪਾਉਣ। ਪਰ ਖਾਲੀ ਹੋਣ ਕਰਕੇ ਮਹਿਮਾ ਤਾਂ ਕੀ ਮਿਲਣੀ ਸੀ, ਇੱਜ਼ਤ ਤਾਂ ਕੀ ਮਿਲਣੀ ਸੀ? ਮੇਰੇ ਜੋ ਹੱਥ ਪੱਲੇ ਦੀ ਕੁਛ ਪਿਆ ਰਿਹਾ ਸੀ। ਪੂਰੀ ਰਾਤ ਖਾਲੀ ਰਹੇ ਆ, ਪੂਰੀ ਰਾਤ ਮਿਲਿਆ ਕੁਛ ਨਹੀਂ, ਜਾਲ ਖਾਲੀ ਦੇ ਖਾਲੀ ਰਹੇ। ਉਹਦਾ ਕਾਰਨ ਕੀ ਸੀ? ਕਿ ਪਤਰਸ ਔਰ ਨਾਲ ਦੇ ਚੇਲੇ ਖਾਲੀ ਸੀ ਅੰਦਰੋਂ ਵੀ, ਇਹ ਪ੍ਰਾਰਥਨਾ ਨਹੀਂ ਕਰ ਰਹੇ ਸੀ। ਜਦ ਕਿ ਪ੍ਰਭੂ ਯਿਸੂ ਮਸੀਹ ਨੇ ਇਹਨਾਂ ਨੂੰ ਰਾਤ ਨੂੰ ਪ੍ਰਾਰਥਨਾ ਕਿਹਾ ਸੀ, ਫਿਰ ਰਾਤ ਵੇਲੇ ਕਿਹਾ ਪ੍ਰਾਰਥਨਾ ਕਰੋ। ਹੁਣ ਰਾਤ ਵੇਲੇ ਜਾਲ ਪਾਉਣ ਤੁਰ ਪਏ। ਇਹ ਰਾਤ ਜਦ ਤੱਕ ਧਰਤੀ ਤੇ ਪਾਪ ਆ, ਦੁਨੀਆ ਦੇ ਲਈ ਇਹ ਦਿਨ ਵੀ ਹਨੇਰਾ ਹੀ ਆ, ਦਿਨ ਵੀ ਹਨੇਰਾ ਹੀ ਆ। ਇਹ ਤਾਂ ਮਸੀਹ ਦੇ ਵਿੱਚ ਮਸੀਹ ਲੋਕਾਂ ਦੇ ਲਈ ਚਾਨਣ ਤੇ ਦਿਨ ਆ, ਕਿ ਉਹ ਦਿਨ ਦੇ ਵੇਲੇ ਆਪਣੀ ਕਿਰਪਾ ਨੂੰ ਬਣਾਏ ਰੱਖਦਾ। ਤੇ ਚਾਹੇ ਅੱਧੀ ਰਾਤ ਕਿਉਂ ਨਹੀਂ ਮਸੀਹ ਬੰਦੇ ਲਈ, ਉਸ ਵੇਲੇ ਵੀ ਉਹਦੇ ਲਈ ਦਿਨ ਹੀ ਆ, ਕਿਉਂਕਿ ਯਿਸੂ ਮਸੀਹ ਉਹਦਾ ਚਾਨਣ ਆ। ਹਾਲੇਲੂਇਆ। ਪਤਰਸ ਖਾਲੀ ਸੀ, ਜਿਹਦੇ ਕਰਕੇ ਉਹਦਾ ਜਾਲ ਵੀ ਖਾਲੀ ਰਿਹਾ। ਤੇ ਜੇ ਜਾਲ ਖਾਲੀ ਸੀ, ਢਿੱਡ ਵੀ ਫੇਰ ਖਾਲੀ ਰਿਹਾ। ਢਿੱਡ ਖਾਲੀ ਸੀ ਤੇ ਫਿਰ ਸੋਚ ਵੀ ਨੈਗੇਟਿਵ ਹੀ ਹੋ ਗਈ, ਵੀ ਨਾ ਸਾਡੇ ਜੋਗਾ ਨਾ ਸਾਡੀ ਫੈਮਿਲੀ ਜੋਗਾ ਕੁਛ। ਜੇ ਪਤਰਸ ਭੁੱਖਾ ਆ ਤਾਂ ਉਹਦੀ ਫੈਮਿਲੀ ਵੀ ਭੁੱਖੀ ਰਹਿ ਗਈ। ਜੇ ਪਤਰਸ ਨਿਰਾਸ਼ ਆ ਤਾਂ ਮੇਰੇ ਜੋ ਫੈਮਿਲੀ ਵੀ ਨਿਰਾਸ਼ ਆ। ਜੇ ਪਤਰਸ ਕੋਲ ਉਸ ਵੇਲੇ ਕੁਛ ਨਹੀਂ ਆ ਤੇ ਫਿਰ ਫੈਮਿਲੀ ਕੋਲ ਵੀ ਕੁਛ ਨਹੀਂ ਆ। ਇਹ ਹਾਲਾਤ ਉਹਨਾਂ ਜ਼ਿੰਦਗੀਆਂ ਦੇ ਆ ਜਿਹੜੀਆਂ ਜ਼ਿੰਦਗੀਆਂ ਪਰਮੇਸ਼ਰ ਤੋਂ ਆਸ਼ੀਸ਼ ਹੋਣ ਤੋਂ ਬਾਅਦ, ਪ੍ਰਭੂ ਨੂੰ ਜਾਣਨ ਤੋਂ ਬਾਅਦ ਆਪਣੇ ਆਪ ਨੂੰ ਖਾਲੀ ਰੱਖਦੀਆਂ ਆ। ਕੋਈ ਗੱਲ ਨਹੀਂ, ਕਰ ਲਾਂਗੇ ਪ੍ਰਾਰਥਨਾ। ਹੋਰ ਸਾਰੇ ਕੰਮਾਂ ਦੇ ਲਈ ਅਸੀਂ ਇੰਨੇ ਐਕਟਿਵ ਆ, ਇੰਨੇ ਫਾਸਟ ਆ, ਸਾਰੀ ਦੁਨਿਆਵੀ ਕੰਮ ਅਸੀਂ ਬੜੀ ਫਾਸਟ ਰੂਪ ਚ ਕਰਦੇ ਆ। ਪਰ ਜਦੋਂ ਪ੍ਰਭੂ ਦਾ ਕੰਮ ਕਰਨਾ ਹੋਵੇ, ਉਦੋਂ ਅਸੀਂ ਇੰਨਾ ਡਿਲੇ ਕਰ ਦਿੰਦੇ ਨਾ, ਇੰਨਾ ਡਿਲੇ ਕਰ ਦਿੰਦੇ ਆ। ਸਾਨੂੰ
ਸੋਚੀ ਨਹੀਂ ਰਹਿੰਦੀ ਕਿ ਅਸੀਂ ਤੁਰੇ ਕਿਹਦੇ ਲਈ ਆ, ਅਸੀਂ ਚੱਲੇ ਕਿਹਦੇ ਲਈ ਆ, ਸਾਨੂੰ ਸੱਦਿਆ ਕਿਹਨੇ ਆ। ਮੇਰੇ ਜੋ ਪਰਮੇਸ਼ਰ ਤੋਂ ਜਿਵੇਂ ਤੁਸੀਂ ਪ੍ਰਾਰਥਨਾ ਕਰਦੇ ਨਾ, ਪਰਮੇਸ਼ਰ ਅੱਜ ਹੀ ਸਾਡੇ ਜੀਵਨ 'ਚ ਆ ਕੰਮ ਹੋਵੇ, ਐਦਾਂ ਤੂੰ ਪਰਮੇਸ਼ਰ ਵੀ ਚਾਹੁੰਦਾ ਆ ਕਿ ਅੱਜ ਹੀ ਮੇਰਾ ਬੱਚਾ ਆਤਮਾ ਨਾਲ ਭਰੇ, ਅੱਜ ਹੀ ਪਰਮੇਸ਼ਰ ਮੈਨੂੰ ਖੁਸ਼ੀ ਦੀ ਖਬਰ ਮਿਲੇ, ਗੁੱਡ ਨਿਊਜ਼ ਮਿਲੇ। ਤੇ ਪਰਮੇਸ਼ਰ ਚਾਹੁੰਦਾ ਕਿ ਅੱਜ ਹੀ ਮੇਰੇ ਅੱਗੇ ਤੇਰਾ ਕਰੈਕਟਰ ਗੁੱਡ ਹੋਣਾ ਚਾਹੀਦਾ ਆ। ਜਿੰਨਾ ਫਾਸਟ ਤੁਸੀਂ ਪਰਮੇਸ਼ਰ ਤੋਂ ਮੰਗ ਰਹੇ ਆ, ਓਨਾ ਫਾਸਟ ਪਰਮੇਸ਼ਰ ਤੁਹਾਨੂੰ ਵੀ ਆਪਣੇ 'ਚ ਵੇਖਣਾ ਚਾਹੁੰਦਾ ਹੈ। ਹਾਲੇਲੂਇਆ। ਤੁਸੀਂ ਖਾਲੀ ਹੋ ਤਾਂ ਪਰਮੇਸ਼ਰ ਦੇ ਅੱਗੇ, ਨਜ਼ਰਾਂ ਦੇ ਅੱਗੇ ਤੁਹਾਡੇ ਲਈ ਸਭ ਕੁਝ ਖਾਲੀ ਰਹਿ ਜਾਣਾ। ਕਿੱਥੇ ਯਿਸੂ ਮਸੀਹ ਨੇ ਕਿਹਾ ਪਤਰਸ ਨੂੰ, ਜਦੋਂ ਯਿਸੂ ਮਸੀਹ ਖੁਦ ਪਤਰਸ ਦੇ ਨਾਲ ਸੀ, ਯਿਸੂ ਨੇ ਕਿਹਾ ਆਪਣੇ ਸੱਜੇ ਪਾਸੇ ਜਾਲ ਪਾ। ਜਦੋਂ ਜਾਲ ਪਾਇਆ, ਇੰਨੀਆਂ ਕੁ ਮੱਛੀਆਂ ਜਾਲ ਦੇ ਵਿੱਚ ਆ ਗਈਆਂ, ਲਿਖਿਆ ਗਿਆ ਨਾਲ ਦੀਆਂ ਨੇੜੇ ਦੀਆਂ ਬੇੜੀਆਂ ਵੀ ਮੱਛੀਆਂ ਨਾਲ ਭਰ ਗਈਆਂ ਤੇ ਡੁੱਬਣ ਨੂੰ ਸੀ, ਟੁੱਟਣ ਨੂੰ ਸੀ ਬੇੜੀਆਂ। ਕਿਉਂਕਿ ਉਸ ਵੇਲੇ ਯਿਸੂ ਮਸੀਹ ਚੇਲਿਆਂ ਦੇ ਨਾਲ ਆ। ਹੁਣ ਯਿਸੂ ਮਸੀਹ ਇਸ ਵਕਤ ਚੇਲਿਆਂ ਦੇ ਨਾਲ ਨਹੀਂ ਸੀ, ਤੇ ਪਰਮੇਸ਼ਵਰ ਦੀ ਇੱਛਾ ਸੀ ਕਿ ਜਦੋਂ ਮੈਂ ਤੁਹਾਡੇ ਤੋਂ ਲਿਖਿਆ ਨਾ, ਹੇ ਅਰਬ ਪੀੜੀ, ਮੈਂ ਕਦ ਤੱਕ ਤੁਹਾਡੇ ਨਾਲ ਰਹਿਣਾ, ਕਦ ਤੱਕ ਤੁਸੀਂ ਮੇਰੇ ਤੋਂ ਹੀ ਆਸ ਰੱਖੋਗੇ। ਕਿਉਂ ਨਹੀਂ ਉਹ ਬਾਲਕ ਚੇਲਿਆਂ ਤੋਂ ਚੰਗਾ ਹੋਇਆ, ਜਿਹੜਾ ਜਿਸ ਬਾਲਕ ਨੂੰ ਯਿਸੂ ਨੇ ਕਿਹਾ ਮੇਰੇ ਕੋਲ ਲੈ ਕੇ ਆਓ, ਤੇ ਯਿਸੂ ਮਸੀਹ ਨੇ ਪ੍ਰਾਰਥਨਾ ਕੀਤੀ, ਉਹਦੇ ਲਈ ਸ਼ਬਦ ਬੋਲੇ, ਉਹ ਚੰਗਾ ਹੋ ਗਿਆ। ਚੇਲਿਆਂ ਤੋਂ ਕਿਉਂ ਨਹੀਂ ਹੋਇਆ? ਕਿਉਂਕਿ ਯਿਸੂ ਮਸੀਹ ਨੇ ਸਾਨੂੰ ਇਹ ਗਾਈਡ ਕਰਨਾ ਸੀ, ਸਾਨੂੰ ਦੱਸਣਾ ਸੀ ਕਿ ਚੇਲੇ ਖਾਲੀ ਆ, ਅਜੇ ਤੱਕ ਇਹਨਾਂ ਕੋਲ ਹੈ ਕੁਛ ਨਹੀਂ ਆ। ਜਦੋਂ ਤਾਂ ਮੈਂ ਜਾਂਦਾ ਆ ਪਿੰਡਾਂ ਵਿੱਚ, ਨਗਰਾਂ ਵਿੱਚ, ਸ਼ਹਿਰਾਂ ਵਿੱਚ, ਉਦੋਂ ਤਾਂ ਰੋਟੀ ਪਾਣੀ ਦੇ ਲਾਲਚ ਨੂੰ ਮੇਰੇ ਨਾਲ ਤੁਰੇ ਰਹਿੰਦੇ ਆ। ਜਦੋਂ ਮੈਂ ਇਕਾਂਤ ਵਿੱਚ ਜਾਂਦਾ ਪ੍ਰਾਰਥਨਾ ਕਰਨ ਲਈ, ਇਹਨਾਂ ਦੀਆਂ ਤੀਵੀਆਂ ਯਾਦ ਆ ਜਾਂਦੀਆਂ, ਇਹਨਾਂ ਦੇ ਬੱਚੇ ਯਾਦ ਆ ਜਾਂਦੇ, ਘਰ ਯਾਦ ਆ ਜਾਂਦੇ, ਘਰੋਂ ਨਿਕਲ ਜਾਂਦੇ, ਮੈਂ ਪ੍ਰਾਰਥਨਾ ਕਰਨ, ਇਹ ਖਾਲੀ ਆ, ਮੈਂ ਫੇਰ ਜਾਂਦਾ ਆ। ਇਦਾਂ ਹੀ ਆ। ਜਦੋਂ ਯਿਸੂ ਮਸੀਹ ਪਿੰਡਾਂ ਦੇ ਵਿੱਚ ਜਾਂਦੇ ਆ, ਚੇਲੇ ਨਾਲ ਆ, ਝੋਲੇ ਵੀ ਨਾਲ ਹੀ ਲਈ ਫਿਰਦੇ, ਗੁਥਲੀਆਂ ਵੀ ਨਾਲ ਹੀ ਲਈ ਫਿਰਦੇ ਆ। ਇੱਥੋਂ ਤੱਕ ਇੱਕ ਔਰਤ ਨੇ ਇਤਰ ਲਿਆ ਕੇ ਯਿਸੂ ਮਸੀਹ ਦੇ ਸਿਰ 'ਚ ਪਾਤਾ। ਚੇਲਾ ਹੀ ਕਹਿੰਦਾ 150 ਦਾ ਵਿਕਣਾ ਸੀ ਇਹ, ਜੇ ਕਿਤੇ ਮੇਤੋਂ ਹੁੰਦਾ। ਕੀਮਤ ਵੀ ਲਾ ਦੇ ਨਾਲ ਹੀ। ਏਦਾਂ ਦੀ ਸੋਚ, ਧਿਆਨ ਖਾਣ ਵੱਲ, ਪੀਣ ਵੱਲ, ਪਹਿਨਣ ਵੱਲ, ਪੈਸੇ ਵੱਲ। ਤੇ ਮੁੜ ਕੇ ਉਸ ਤੋਂ ਬਾਅਦ ਜਦੋਂ ਫੇ ਪ੍ਰਭੂ ਯਿਸੂ ਮਸੀਹ ਇਕਾਂਤ ਵਿੱਚ ਭਰਨ ਜਾਂਦਾ ਸੀ, ਆਤਮਾ 'ਚ, ਪ੍ਰਾਰਥਨਾ 'ਚ, ਵਚਨ 'ਚ, ਪਰਮੇਸ਼ਰ ਨਾਲ ਗੱਲਾਂ ਕਰਨ 'ਚ, ਉਸ ਵੇਲੇ ਚੇਲੇ ਘਰੋਂ ਚਲ ਜਾਂਦੇ ਸੀਗੇ। ਮੁੜ ਕੇ ਫੇਰ ਸਵੇਰੇ ਉੱਠਦੇ, ਘਰ ਦੀ ਕਹਿੰਦੀ ਹੋਣੀ ਆ, ਹਾਂਜੀ ਹੁਣ ਲੱਸੀ ਪੀਣੀ ਹੈ, ਚਾਹ ਪੀਣੀ ਸਵੇਰੇ ਸਵੇਰੇ? ਨਹੀਂ ਨਹੀਂ, ਯਿਸੂ ਮਸੀਹ ਕੋ ਬਥੇਰੀ ਆ ਜਾਣੀ, ਉਸ ਉੱਥੇ ਪੀ ਲੈਣੀ, ਤੂੰ ਆਪਣੇ ਘਰ ਦੀ ਬਚਾ ਕੇ ਰੱਖ। ਉਸ ਤੋਂ ਬਾਅਦ ਖਾਲੀ ਰਹੇ, ਉਸ ਤੋਂ ਬਾਅਦ ਖਾਲੀ ਰਹੇ। ਅੱਜ ਆਹ ਹਾਲਾਤ ਆ। ਜਦੋਂ ਦੁੱਖ ਹੁੰਦਾ, ਮੁਸ਼ਕਲ ਆਉਂਦੀ, ਪਰੇਸ਼ਾਨੀ ਆਉਂਦੀ, ਚੱਲ ਯਿਸੂ ਦੇ ਕੋਲ ਚੱਲਦੇ ਆ, ਫੇਰ ਤਾਂ 8 ਵਜੇ ਆ ਕੇ ਇੱਥੇ ਬਹਿ ਜਾਂਦੇ ਆ। ਤੇ ਜਦੋਂ ਰੱਜ ਜਾਂਦੇ ਆ, ਉਦੋਂ ਫਿਰ ਦੁਨੀਆਦਾਰੀ ਯਾਦ ਆ ਜਾਂਦੀ ਆ, ਵਿਆਹ ਸ਼ਾਦੀਆਂ ਯਾਦ ਆ ਜਾਂਦੀਆਂ ਆ, ਆਲੇ ਦੁਆਲੇ ਦੇ ਕੰਮ ਯਾਦ ਆ ਜਾਂਦੇ ਆ। ਮੁੜ ਕੇ ਫੇਰ ਖਾਲੀ ਤੇ ਖਾਲੀ ਹੋ ਜਾਂਦੇ ਆ। ਖਾਲੀਪਨ ਖਤਰੇ ਦਾ ਸੰਕੇਤ ਆ। ਔਰ ਕਿੰਨੇ ਖਤਰੇ ਦਾ ਸੰਕੇਤ ਆ? ਜੇ ਇੱਕ ਦੀ ਮਾਰ ਨਹੀਂ ਝੱਲ ਹੋਈ, 8 ਦੀ ਮਾਰ ਨਾਲ ਕੀ ਹਾਲ ਹੋਏਗਾ। ਹਾਲੇਲੂਇਆ। ਚੈੱਕ ਕਰੋ ਕਿ ਕਿੰਨੇ ਕੁ ਅਸੀਂ ਭਰੇ ਰਹਿੰਦੇ ਪ੍ਰਾਰਥਨਾ 'ਚ, ਕਿੰਨੇ ਕੁ ਆਤਮਾ 'ਚ, ਕਿੰਨੇ ਕੁ ਵਚਨ ਨਾਲ ਭਰੇ ਰਹਿੰਦੇ ਆ। ਕਿਉਂ ਨਿਰਾਸ਼ਾ ਨਾਲ ਚਰਚ ਆਉਂਦੇ ਆ? ਕਿਉਂ ਮੇਰੇ ਜੋ 7 ਸਾਲ ਤੋਂ, 8 ਸਾਲ ਤੋਂ, 10 ਸਾਲ ਤੋਂ ਬੁੱਝੇ ਆਉਂਦੇ ਤੇ ਬੁੱਝੇ ਚਲ ਜਾਂਦੇ ਆ? ਕਿਉਂ? ਯਿਸੂ ਮਸੀਹ ਨੇ ਕਿਹਾ ਹੈ ਕਿ ਸ਼ੈਤਾਨ ਨੂੰ ਮੈਂ ਧਰਤੀ ਉੱਤੇ ਬਿਜਲੀ ਵਾਂਗ ਡਿੱਗਦਾ ਵੇਖਿਆ। ਹਾਲੇਲੂਇਆ। ਕੀ ਕਰਦਾ? ਡਿੱਗਦਾ ਹੋਇਆ। ਇੱਥੇ ਹੁਣ ਚੇਲੇ ਖਾਲੀ ਸੀ, ਮਿਹਨਤ ਕਰਨ ਚਲੇ ਗਏ। ਉਹੀ ਯਿਸੂ ਮਸੀਹ ਜਦੋਂ ਨਾਲ ਸੀ, ਤੇ ਮੇਰੇ ਜੋ ਇੱਕ ਜਾਲ ਪਾਉਣ ਦੇ ਨਾਲ 3 ਬੇੜੀਆਂ ਏਦਾਂ ਕਿ ਭਰ ਜਾਂਦੀਆਂ ਸੀ ਮੱਛੀਆਂ ਦੇ ਨਾਲ ਕਿ ਬੇੜੀਆਂ ਟੁੱਟਣ ਨੂੰ ਹੁੰਦੀਆਂ ਸੀ। ਤੇ ਹੁਣ ਇਹ ਖਾਲੀ ਆ, ਤੇ ਖਾਲੀ ਹੋਣ ਕਰਕੇ ਜਾਲ 'ਚ ਹੀ ਇੱਕ ਮੱਛੀ ਨਹੀਂ ਆਈ, ਤੇ ਬੇੜੀ 'ਚ ਕੀ ਆਉਣਾ? ਜਾਲ ਵਿੱਚ ਹੀ ਨਹੀਂ ਆਈ। ਪਤਰਸ ਕੀ ਕਹਿੰਦਾ ਸਾਰੀ ਰਾਤ ਜਾਲ ਪਾ ਰੱਖਿਆ, ਲੱਭਾ ਕੁਛ ਨਹੀਂ। ਕਿਉਂ ਨਹੀਂ ਲੱਭਾ? ਕਿਉਂਕਿ ਤੁਹਾਨੂੰ ਜਿਸ ਕੰਮ ਲਈ ਸੱਦਿਆ ਆ, ਤੁਸੀਂ ਉਹ ਕੰਮ ਨਹੀਂ ਕਰ ਰਹੇ, ਤੁਸੀਂ ਖਾਲੀ ਆ। ਇਸ ਲਈ ਸ਼ੈਤਾਨ ਨੇ ਸਭ ਕੁਝ ਰੋਕ ਦਿੱਤਾ। ਸ਼ੈਤਾਨ ਨੇ ਦੁੱਖ ਭੇਜਣਾ, ਸ਼ੈਤਾਨ ਨੇ ਤੰਗੀ ਦੇਣੀ ਆ। ਹਾਲੇਲੂਇਆ। ਕੁਛ ਨਹੀਂ ਆ ਖਾਲੀ ਹੋਣ ਕਰਕੇ। ਪਰ ਜਦੋਂ ਭਰ ਜਾਂਦੇ ਆ, ਜਦੋਂ ਅਸੀਂ ਭਰ ਜਾਂਦੇ ਆ, ਰਸੂਲਾਂ ਦੇ ਇੱਕ ਅਧਿਆਇ ਦੀ 4 ਆਇਤ 'ਚ ਪੜਾਂਗੇ ਅਸੀਂ, 1 ਤੋਂ 4 ਦੇ ਵਿੱਚ, ਰਸੂਲਾਂ ਦੀ 1 ਦੀ 4 ਆਇਤ। ਔਰ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸਨੇ ਉਹਨਾਂ ਨੂੰ ਹੁਕਮ ਦਿੱਤਾ,
ਪਰ ਯਰੂਸ਼ਲਮ ਤੋਂ ਬਾਹਰ ਨਾ ਜਾਓ। ਯਿਸੂ ਮਸੀਹ ਨੇ ਇਹ ਗੱਲ ਆਖੀ ਆਪਣੇ ਚੇਲਿਆਂ ਨੂੰ, ਕਹਿੰਦਾ ਜਰੂਸ਼ਲਮ ਚੋਂ ਭਾਵ ਮੇਰੀ ਹਜ਼ੂਰੀ ਤੋਂ ਬਾਹਰ ਨਾ ਜਾਓ, ਕਿਉਂਕਿ ਯਿਸੂ ਮਸੀਹ ਦੀ ਹਜ਼ੂਰੀ ਤੋਂ ਬਾਹਰੋਂ ਤੁਹਾਨੂੰ ਪਵਿੱਤਰ ਆਤਮਾ ਨਹੀਂ ਮਿਲਣਾਗਾ। ਪ੍ਰਭੂ ਦੀ ਹਜ਼ੂਰੀ ਚੋਂ ਬਾਹਰੋਂ ਤੁਹਾਡੀ ਪ੍ਰਾਰਥਨਾ ਨਹੀਂ ਸੁਣੀ ਜਾਣੀਗੀ। ਪਰਮੇਸ਼ਵਰ ਦਾ ਇੱਕ ਦਾਇਰਾ ਆ, ਪਰਮੇਸ਼ਵਰ ਦਾ ਇੱਕ ਦਾਇਰਾ ਆ, ਪ੍ਰਭੂ ਦੀ ਹਜ਼ੂਰੀ ਦਾ ਇੱਕ ਦਾਇਰਾ ਆ। ਹਾਲੇਲੂਇਆ। ਪ੍ਰਭੂ ਦੀ ਹਜ਼ੂਰੀ ਦਾ ਇੱਕ ਦਾਇਰਾ ਆ, ਉਸ ਦਾਇਰੇ ਚੋਂ ਕਹਿੰਦਾ ਬਾਹਰ ਨਾ ਜਾਓ। ਅਦਨ ਦੀ ਬਾਟਿਕਾ ਪਰਮੇਸ਼ਵਰ ਨੇ ਇਸ ਧਰਤੀ ਦੇ ਉੱਤੇ ਬਣਾਈ, ਕਿਤੇ ਨਹੀਂ ਲਿਖਿਆ ਬਾਈਬਲ 'ਚ। ਇਹ ਤਾਂ ਲਿਖਿਆ ਹੈ ਕਿ ਪਰਮੇਸ਼ਵਰ ਨੇ ਧਰਤੀ ਬਣਾਈ, ਪੂਰੀ ਧਰਤੀ ਨੂੰ ਫਲਦਾਰ ਰੁੱਖਾਂ ਦੇ ਨਾਲ, ਬ੍ਰਿਸ਼ਾਂ ਦੇ ਨਾਲ, ਸਾਗ ਪਤਾ ਨਾਲ ਭਰਿਆ, ਸਭ ਕੁਝ ਉਹਨੇ ਬਣਾਇਆ। ਲੇਕਿਨ ਪਰਮੇਸ਼ਵਰ ਨੇ ਸਭ ਕੁਝ ਬਣਾਉਣ ਤੋਂ ਬਾਅਦ ਇੱਕ ਅਦਨ ਦੀ ਬਾਟਿਕਾ ਪੂਰਬ ਦਿਸ਼ਾ ਦੇ ਵਿੱਚ ਬਣਾਈ, ਤੇ ਪਰਮੇਸ਼ਵਰ ਆਦਮ ਤੇ ਹਵਾ ਨੂੰ ਬਾਟਿਕਾ ਦੇ ਬਾਹਰ ਨਹੀਂ ਮਿਲਣ ਦਿੰਦਾ ਸੀ, ਬਾਟਿਕਾ ਦੇ ਅੰਦਰ ਮਿਲਦਾ ਸੀ। ਕਹਿੰਦਾ ਜਰੂਸ਼ਲਮ ਦੇ ਅੰਦਰ ਰਹੋ, ਬਾਹਰ ਨਾ ਜਾਓ, ਕਿਉਂਕਿ ਜਰੂਸ਼ਲਮ ਦੇ ਅੰਦਰ, ਵਾਟਿਕਾ ਦੇ ਅੰਦਰ ਪਰਮੇਸ਼ਵਰ ਨਾਲ ਮਿਲਾਪ ਤੇ ਜ਼ਿੰਦਗੀ ਦਾ ਹਰੇਕ ਸੁੱਖ ਸੀ। ਪਰ ਜਦੋਂ ਆਦਮ ਹਵਾ ਨੇ ਬਾਹਰਲੇ ਦੀ ਗੱਲ ਸੁਣੀ ਤਾਂ ਮੇਰੇ ਜੋ ਪਾਪ ਕੀਤਾ, ਪ੍ਰਭੂ ਨੇ ਕਿਹਾ ਹੁਣ ਜਿਸ ਜਗ੍ਹਾ ਤੇ ਤੁਸੀਂ ਜਾਣਾ ਆ ਉੱਥੇ ਮੂੰਹ ਤੇ ਮੁੜ ਕੇ ਨਾ ਰੋਟੀ ਖਾਣੀ ਪੈਣੀ ਆ, ਰੋਂਦੇ ਹੀ ਰਹਿਣਾ ਆ ਜਦ ਤੱਕ ਤੁਸੀਂ ਜਿਸ ਮਿੱਟੀ ਚੋਂ ਕੱਢੇ ਆ ਉਹਦੇ ਵਿੱਚ ਮਿਲ ਨਾ ਜਾਓ। ਹਾਲੇਲੂਇਆ। ਜਰੂਸ਼ਲਮ ਪਰਮੇਸ਼ਵਰ ਦੀ ਉਹ ਪਵਿੱਤਰ ਹਜ਼ੂਰੀ ਹੈ, ਇੱਕ ਦਾਇਰਾ ਆ ਜਿੱਥੇ ਪਰਮੇਸ਼ਵਰ ਨੇ ਤੁਹਾਡੇ ਨਾਲ ਗੱਲ ਕਰਨੀ ਆ। ਪਰਮੇਸ਼ਵਰ ਨੇ ਅਬਰਾਹਮ ਦੇ ਪੁੱਤਰ ਇਸਹਾਕ ਦੀ ਬਲੀ ਅਬਰਾਹਮ ਤੋਂ, ਅਬਰਾਹਮ ਦੇ ਘਰ ਵਿੱਚ, ਅਬਰਾਹਮ ਦੇ ਨਗਰ ਵਿੱਚ, ਅਬਰਾਹਮ ਦੇ ਏਰੀਏ ਵਿੱਚ ਕਿਉਂ ਨਹੀਂ ਲਈ? 3 ਦਿਨ ਦਾ ਪੈਂਡਾ, ਮੀਨਸ ਕਿੰਨੇ ਕਿਲੋਮੀਟਰ ਦੂਰ, ਕਿਉਂ ਉੱਥੇ ਲਈ? ਉਹਦੀ ਵਜ੍ਹਾ ਸੀ, ਉਹਦੀ ਵੀ ਵਜ੍ਹਾ ਹੈ। ਪਰਮੇਸ਼ਵਰ ਨੇ ਇਜ਼ਰਾਈਲੀ ਲੋਕਾਂ ਦੇ ਲਈ ਮੂਸਾ ਨੂੰ ਕਿਉਂ ਕਿਹਾ ਕਿ ਤੁਸੀਂ ਮਿਸਰ ਚੋਂ ਨਿਕਲੋ, 3 ਦਿਨ ਦੇ ਪੈਂਡੇ ਤੇ ਪਹਾੜ ਤੇ ਚੜ ਕੇ ਮੇਰੇ ਲਈ ਹੋਮ ਦੀਆਂ ਭੇਟਾਂ ਚੜਾਓ ਤੇ ਮੈਂ ਤੁਹਾਨੂੰ ਚੰਗਾ ਜੀਵਨ ਦਵਾਂਗਾ, ਚੰਗਾ ਸ਼ਹਿਰ, ਸਥਾਨ, ਦੇਸ਼ ਦਵਾਂਗਾ। ਤਾਂ ਮੇਰੇ ਯਿਸੂ ਪਰਮੇਸ਼ਵਰ ਇਜ਼ਰਾਈਲੀ ਲੋਕਾਂ ਦੇ ਲਈ ਮੂਸਾ ਨੂੰ ਕਹਿ ਸਕਦਾ ਤੂੰ ਇੱਥੇ ਹੀ ਬਲੀਦਾਨ ਚੜਾ, ਮੈਂ ਇੱਥੋਂ ਹੀ ਤੁਹਾਨੂੰ ਚੰਗਾ ਜੀਵਨ ਦੇ ਦੇਣਾ, ਮੈਂ ਮਿਸਰ ਨੂੰ ਲੱਦ ਕੇ ਰੱਖ ਦੇਣਾ। ਕਿਉਂ? ਕਿਉਂ ਪਰਮੇਸ਼ਵਰ ਨੇ 3 ਦਿਨ ਦੇ ਪੈਂਡੇ ਤੋਂ ਗਾਂਹ ਜਾ ਕੇ ਮੇਰੇ ਯਿਸੂ ਦੇਣ ਦਾ ਵਾਅਦਾ ਕੀਤਾ ਸੀ? ਕਿਉਂ ਉਸ 3 ਦਿਨ ਦੇ ਪੈਂਡੇ ਤੇ ਅੱਗੇ ਜਾ ਕੇ ਮੇਰੇ ਯਿਸੂ ਚੜਾਵਾ ਮੰਗਿਆ? ਪਰਮੇਸ਼ਵਰ ਨੇ ਆਦਮ ਦੀ ਬਾਟਿਕਾ ਤੋਂ ਬਾਹਰਲੇ ਰੁੱਖਾਂ ਤੋਂ ਕਿਉਂ ਨਹੀਂ ਪਰਮੇਸ਼ਵਰ ਨੇ ਆਦਮ ਨੂੰ ਕਿਹਾ ਕਿ ਕੋਈ ਗੱਲ ਨਹੀਂ, ਜਿਹੜੇ ਆਦਮ ਦੀ ਬਾਟਿਕਾ ਦੇ ਅੰਦਰ ਬ੍ਰਿਸ਼ਾਂ ਤੋਂ ਖਾਂਦਾ ਸੀ, ਇਹ ਬ੍ਰਿਸ਼ ਬਾਹਰ ਵੀ ਲੱਗੇ ਆ, ਕਿਉਂਕਿ ਲਿਖਿਆ ਗਿਆ ਆ ਜਦ ਧਰਤੀ ਦੇ ਜਿੰਨੇ ਫਲਦਾਰ ਬ੍ਰਿਕਸ਼ ਸੀ ਸਾਰੇ ਉਹਨੇ ਉੱਥੇ ਵੀ ਲਗਾਏ, ਆਦਮ ਦੀ ਬਾਟਿਕਾ 'ਚ ਲਗਾਏ। ਜਿਹੜੇ ਰੁੱਖਾਂ ਤੋਂ ਆਦਮ ਦੀ ਵਾਟਿਕਾ 'ਚ ਖਾਂਦਾ ਸੀ, ਉਹਨਾਂ ਦੇ ਨਾਲ ਦੇ ਉਸੇ ਕੁਆਲਿਟੀ ਦੇ ਰੁੱਖ ਆਦਮ ਦੀ ਵਾਟਿਕਾ ਤੋਂ ਬਾਹਰ ਸੀ, ਪਰ ਅੰਦਰਲੀ ਵਾਟਿਕਾ ਦੇ ਰੁੱਖਾਂ ਦੇ ਵਿੱਚੋਂ ਜੀਵਨ ਮਿਲਦਾ ਸੀ। ਬਾਹਰੋਂ ਉਹੀ ਰੁੱਖ ਕਿਉਂ ਮੂੰਹ ਤੇ ਮੁੜ ਕੇ ਦੀ ਰੋਟੀ ਵਾਲੇ ਬਣ ਗਏ? ਕਿਉਂ ਦੁੱਖ ਦੇ ਬਣ ਗਏ? ਪਰਮੇਸ਼ਵਰ ਦਾ ਇੱਕ ਦਾਇਰਾ ਆ, ਕਹਿੰਦਾ ਜਰੂਸ਼ਲਮ ਚੋਂ ਬਾਹਰ ਨਾ ਜਾਓ। ਜਦੋਂ ਤੁਸੀਂ ਬਾਹਰ ਜਾਓਗੇ ਤੁਸੀਂ ਖਾਲੀ ਹੋ ਜਾਓਗੇ। ਸ਼ੈਤਾਨ ਤੁਹਾਨੂੰ ਖਾਲੀ ਕਰਨ ਦੀਆਂ ਯੋਜਨਾ ਬਣਾ ਕੇ ਬਿਠਾ ਆ, ਜੇ ਕੋਈ ਭਰਿਆ ਵੀ ਨਹੀਂ ਤਾਂ ਸ਼ੈਤਾਨ ਖਾਲੀ ਕਰਨ ਦੀਆਂ ਯੋਜਨਾ ਬਣਾਉਂਦਾ ਜਿਹੜੇ ਕੋਈ ਭਰਿਆ ਵੀ ਆ। ਇਸੇ ਲਈ ਕਹਿੰਦਾ ਜੇ ਕੋਈ ਆਪਣੇ ਆਪ ਨੂੰ ਖੜਾ ਸਮਝਦਾ ਹੋਵੇ ਉਹ ਚੌਕਸ ਹੋ ਜਾਏ। ਖੜਾ ਮੀਨਸ ਭਰਿਆ ਹੋਇਆ ਆਪਣੇ ਆਪ ਨੂੰ ਸਮਝਦਾ ਹੈ ਤਾਂ ਚੌਕਸ ਹੋ ਜਾਏ। ਹਾਲੇਲੂਇਆ। ਕਿਤੇ ਇਹ ਨਾ ਹੋਵੇ ਕਿ ਭਰਿਆ ਹੋਇਆ ਵੀ ਡਿੱਗ ਜਾਵੇ। ਸ਼ੈਤਾਨ ਦੀਆਂ ਚਾਲਾਂ ਨੂੰ ਸਮਝੋ ਜੋ ਤੁਹਾਡੇ ਵਿਰੋਧ ਵਿੱਚ ਰਹਿੰਦੀਆਂ, ਸਦਾ ਹੀ ਤੁਹਾਡੇ ਵਿਰੋਧ ਵਿੱਚ। ਇਸੇ ਲਈ ਯਿਸੂ ਮਸੀਹ ਨੇ ਚੇਲਿਆਂ ਨੂੰ ਇਹ ਗੱਲ ਆਖੀ, ਕਹਿੰਦਾ ਜਰੂਸ਼ਲਮ ਚੋਂ ਬਾਹਰ ਨਾ ਜਾਓ। ਪਤਰਸ ਤੂੰ ਜਰੂਸ਼ਲਮ ਚੋਂ ਬਾਹਰ ਗਿਆ, ਮੈਂ ਤੈਨੂੰ ਆਪਣੇ ਲਈ ਸੱਦਿਆ ਪਰ ਤੂੰ ਫਿਰ ਮੇਰੇ ਦਾਇਰੇ ਚੋਂ ਬਾਹਰ ਚਲ ਗਿਆ, ਸੰਸਾਰਕ ਕੰਮਾਂ 'ਚ ਚਲ ਗਿਆ, ਇਸ ਲਈ ਤੂੰ ਖਾਲੀ ਆ, ਤੈਨੂੰ ਕੋਈ ਵੀ ਲਾਭ ਹੋਣਾ ਨਹੀਂ ਆ। ਹੁਣ ਇੱਥੇ ਯਿਸੂ ਮਸੀਹ ਚੇਲਿਆਂ ਨੂੰ ਰਸੂਲਾਂ ਦੇ ਕਿਤਾਬ 'ਚ ਕਹਿ ਰਿਹਾ, ਕਹਿੰਦਾ ਤੁਸੀਂ ਜਰੂਸ਼ਲਮ ਚੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ। ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ। ਉਡੀਕ ਦਾ ਮਤਲਬ ਪ੍ਰਾਰਥਨਾ 'ਚ ਬਣੇ ਰਹੋ। ਜਿਹੜਾ ਕਰਾਰ ਪਿਤਾ ਨੇ ਤੁਹਾਡੇ ਲਈ ਕੀਤਾ ਹੋਇਆ। ਜਦੋਂ ਅਸੀਂ ਲੂਕਾ ਨੂੰ ਪੜ੍ਹਦੇ ਹਾਂ, ਇੱਥੇ ਵੀ ਨਿਸ਼ਾਨ ਰੱਖੀਏ, ਲੂਕਾ ਦੀ ਕਿਤਾਬ ਖੋਲੀਏ,
24 ਅਧਿਆਏ ਉਹਦੀ 49 ਆਇਤ। ਪਿਤਾ ਦਾ ਕਿਹੜਾ ਕਰਾਰ ਆ? ਯਿਸੂ ਮਸੀਹ ਨੇ ਗੱਲ ਆਖੀ ਹੈ। ਹਾਂਜੀ, ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ। ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ, ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ, ਉੱਪਰੋਂ ਆਈ ਸ਼ਕਤੀ ਨਾਲ ਭਰ ਨਾ ਜਾਓ, ਸ਼ਹਿਰ ਵਿੱਚ ਰਹੋ। ਤੁਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਣੇ ਰਹੋ। ਪਿਤਾ ਦਾ ਕਰਾਰ ਆ ਪਰਮੇਸ਼ਵਰ ਦਾ ਗਿਆਨ, ਪਵਿੱਤਰ ਆਤਮਾ, ਉਹਦਾ ਵਚਨ, ਉਹਦੀ ਸਪਿਰਿਟ, ਉਹਦੀ ਤਾਕਤ। ਜਦ ਤੱਕ ਕਹਿੰਦਾ ਸ਼ਕਤੀ ਨਹੀਂ ਮਿਲ ਜਾਂਦੀ ਉੱਥੇ ਹੀ ਬਣੇ ਰਹੋ। ਅਸੀਂ ਤਾਂ ਚੁੱਕਦੇ ਆਂ ਬੇੜੀਆਂ, ਤਾਂ ਚਲੋ ਜੀ ਆਪਣੇ ਲਈ ਪੈਂਡੇ ਤੈਅ ਕਰਦੇ ਆਂ, ਅਸੀਂ ਆਪਣੀ ਮਰਜ਼ੀ ਨਾਲ ਦੌੜਨਾ ਸ਼ੁਰੂ ਕਰ ਦਿੰਨੇ ਆਂ, ਹੁੰਦੇ ਖਾਲੀ ਆਂ। ਫਿਰ ਜਦੋਂ ਡਿੱਗਦੇ ਆਂ ਮੁੱਦੇ ਮੂੰਹ ਠੋਡੀਆਂ ਬਣਾ ਕੇ ਫਿਰ ਵਾਪਸ ਹੁੰਨੇ, ਦਾਲ ਜੀ ਤਾਂ ਹੋਇਆ ਕਿਉਂ? ਤੁਸੀਂ ਤਾਂ ਕਹਿੰਦੇ ਸ਼ੈਤਾਨ ਨਿਕਲ ਗਿਆ, ਤੁਸੀਂ ਤਾਂ ਕਹਿੰਦੇ ਆ ਚੀਜ਼ ਚਲ ਗਈ, ਇਹ ਵਾਪਸ ਕਿਉਂ ਆਈ, ਐਦਾਂ ਵਾਪਸ ਕਿਉਂ ਹੋਇਆ? ਦਾਸ ਨੇ ਇਹ ਤਾਂ ਨਹੀਂ ਕਿਹਾ ਸੀਗਾ ਕਿ ਤੁਸੀਂ ਖਾਲੀ ਨਿਕਲ ਜਾਓ, ਖਾਲੀ ਦੌੜ ਜਾਓ। ਯਿਸੂ ਮਸੀਹ ਕੀ ਕਹਿ ਰਿਹਾ ਚੇਲਿਆਂ ਨੂੰ? ਪੜ੍ਹੀਏ ਫਿਰ ਲੂਕਾ ਦੇ ਵਿੱਚੋਂ। ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ, ਆਪਣੇ ਪਿਤਾ ਦਾ ਵਾਅਦਾ ਤੁਹਾਡੇ ਉੱਤੇ ਘੱਲਦਾ ਹਾਂ। ਤੁਹਾਡੇ ਉੱਤੇ ਘੱਲਦਾ ਆ। ਕਿਹੜਾ ਵਾਅਦਾ, ਕਿਹੜਾ ਕਰਾਰ ਘੱਲਣਾ? ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਨੇ ਸਾਡੇ ਉੱਤੇ। ਹਾਂਜੀ, ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਜਦ ਪਾਓ, ਤੱਕ ਤੁਸੀਂ ਸਵਰਗੀ ਸ਼ਕਤੀ ਨੂੰ ਨਾ ਪਾਓ, ਜਦ ਤੱਕ ਤੁਸੀਂ ਉਸ ਸਪਿਰਿਟ ਨੂੰ ਨਾ ਪਾ ਲਵੋ, ਸ਼ਹਿਰ ਵਿੱਚ ਰਹੋ ਤੇ ਪ੍ਰਭੂ ਦੀ ਹਜ਼ੂਰੀ 'ਚ ਬਣੇ ਰਹੋ। ਹਾਲੇਲੂਇਆ। ਪ੍ਰਭੂ ਦੀ ਹਜ਼ੂਰੀ 'ਚ ਬਣੇ ਰਹੋ। ਕੌਣ ਹੈ ਜਿਹੜਾ ਪ੍ਰਭੂ ਦੀ ਹਜ਼ੂਰੀ 'ਚ ਬਣਿਆ ਰਹਿੰਦਾ? ਫਿਰ ਤਾਂ ਫੜਾਫੜ ਨਿਕਲਣ ਦੀ ਕਰਦੇ ਆ ਕਿ ਚਲੋ ਜੀ ਹੁਣ ਇੱਧਰ ਵੀ ਮੱਲਾ ਮੱਲ ਲਈਏ, ਉਧਰ ਵੀ ਕਬਜ਼ਾ ਕਰ ਲਈਏ, ਉਧਰੋਂ ਵੀ ਲੈ ਆਈਏ, ਉਧਰੋਂ ਵੀ ਲੈ ਆਈਏ। ਮੁੜ ਕੇ ਜਿੱਥੇ ਲਿਆ ਕੇ ਰੱਖਿਆ ਹੁੰਦਾ ਹੈ ਕਿ ਸਰਫਾ ਕਰਕੇ ਸੁੱਤੀ, ਇਕੱਠਾ ਕਰਕੇ ਸੁੱਤੀ, ਆਟਾ ਖਾ ਕੇ ਖੁੱਤੀ। ਜੋ ਸਰਫਾ ਕੀਤਾ ਹੁੰਦਾ ਆ, ਇਕੱਠਾ ਕੀਤਾ ਹੁੰਦਾ ਆ, ਪਤਾ ਨਹੀਂ ਲੱਗਦਾ ਕੌਣ ਲੈ ਜਾਂਦਾ। ਫਿਰ ਉਸੇ ਵਿਸ਼ੇ ਲਈ ਪ੍ਰਾਰਥਨਾ ਹੁੰਦਾ ਕਿ ਨਹੀਂ ਹੁੰਦਾ? ਕਈ ਲੋਕ ਕਹਿੰਦੇ ਪਾਸਟਰ ਜੀ ਪਿਛਲੇ ਐਤਵਾਰ ਮੈਂ ਠੀਕ ਹੋ ਗਿਆ ਸੀਗਾ, ਪਿਛਲੇ ਐਤਵਾਰ ਮੇਰੇ ਕੋਈ ਦਰਦ ਨਹੀਂ ਹੋਈ, ਕੋਈ ਪੇਨ ਨਹੀਂ ਹੋਈ, ਪਰ ਕੱਲ ਰਾਤੀ ਪਤਾ ਨਹੀਂ ਫੇਰ ਕੀ ਹੋਇਆ। ਜਿਹੜੇ 5 ਦਿਨ ਵਿਹਲੇ ਰਹੇ ਆ, ਖਾਲੀ ਰਹੇ ਅੰਦਰੋਂ। ਪਰਮੇਸ਼ਵਰ ਨੇ ਜੇ ਤੁਹਾਡੇ ਚੋਂ ਇੱਕ ਬਿਮਾਰੀ ਕੱਢੀ, ਇੱਕ ਦਰਦ ਕੱਢੀ ਆ, ਉਸ ਸਥਾਨ ਨੂੰ ਸ਼ਕਤੀ ਨਾਲ, ਸਾਮਰਥ ਨਾਲ, ਵਚਨ ਦੇ ਨਾਲ, ਪ੍ਰਾਰਥਨਾ ਨਾਲ ਭਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਜਿਸ ਸਥਾਨ, ਜਿਸ ਸਰੀਰ ਦੇ ਅੰਗ ਨੂੰ ਪਰਮੇਸ਼ਵਰ ਨੇ ਗੰਦੀ ਬਿਮਾਰੀ ਤੋਂ ਆਜ਼ਾਦ ਕੀਤਾ, ਉਹ ਸਥਾਨ ਪਰਮੇਸ਼ਵਰ ਦੀ ਸਪਿਰਿਟ ਨਾਲ, ਸ਼ਕਤੀ ਨਾਲ ਭਰ ਜਾਵੇ, ਤਾਂ ਕਿ ਦੁਬਾਰਾ ਉਹ ਗੰਦੀ ਸ਼ਕਤੀ, ਗੰਦੀ ਬਿਮਾਰੀ ਉਹਦੇ ਉੱਤੇ ਰਾਜ ਨਾ ਕਰ ਸਕੇ। ਹਾਲੇਲੂਇਆ। ਅਸੀਂ ਉਹਨੂੰ ਖਾਲੀ ਛੱਡ ਦਿੰਦੇ ਆ, ਅਸੀਂ ਉਹਨੂੰ ਖਾਲੀ ਛੱਡ ਦਿੰਦੇ ਆ। ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਕੰਧਾਂ ਦੇ ਨੇੜੇ ਨੇੜੇ ਕੁੱਤੇ ਟੋਏ ਪੱਟ ਪੱਟ ਕੇ ਮਿਲ ਪੈਂਦੇ ਆ। ਗਰਮੀਆਂ 'ਚ ਕੰਧਾਂ ਦੇ ਨਾਲ ਨਾਲ ਲਾ ਕੇ ਤੁਸੀਂ ਉਹਨੂੰ ਪੂਰ ਦਿਓ ਪੈਰ ਨਾਲ, ਕਈ ਨਾ ਪੂਰ ਦਿਓ, ਤੁਸੀਂ ਫੇਰ ਉੱਥੋਂ ਚੱਲ ਜਾਓ, ਉਹ ਦੇਖੋ ਦੂਜੇ ਦਿਨ ਕੁੱਤਾ ਫੇਰ ਉੱਥੇ ਟੋਆ ਪੱਟ ਕੇ ਬੈਠਾ ਹੋਣਾ। ਫਿਰ ਤੁਸੀਂ ਪੂਰ ਜਾਓ, 2 ਗਾਲਾਂ ਵੀ ਕੱਢ ਜਾਓ ਖਾਲੀ ਟੋਏ ਨੂੰ, ਪੂਰ ਤੋਂ ਫੇਰ ਚੱਲ ਜਾਓ, ਫੇਰ ਜਦੋਂ ਤੀਜੇ ਦਿਨ ਆਉਂਗੇ ਫਿਰ ਕੁੱਤਾ ਉੱਥੇ ਹੀ ਬੈਠਾ ਹੋਣਾ ਟੋਆ ਪੱਟ ਕੇ। ਫੇਰ ਕੀ ਕਹਿੰਦੇ ਆ ਯਾਰ, ਜਾਂ ਤਾਂ ਹੁਣ ਇੱਥੇ ਮਿੱਟੀ ਪਾ ਕੇ ਨਾ, ਜਾਂ ਤਾਂ ਗਮਲੇ ਰੱਖ ਦੇਣੇ ਆ, ਤੇ ਜਾਂ ਮੈਂ ਇੱਟਾਂ ਰੱਖ ਦੇਣੀਆਂ, ਜਾਂ ਰੋੜੇ ਰੱਖ ਦੇਣੇ ਆ। ਇਹ ਥਾਂ ਨੂੰ ਹੀ ਭਰ ਦੇਣਾ। ਜਦੋਂ ਤੁਸੀਂ ਗਮਲੇ ਰੱਖ ਦੋਗੇ, ਇੱਟਾਂ ਰੱਖ ਦੋਗੇ, ਮੁੜ ਕੇ ਕੁੱਤੇ ਨੇ ਉੱਥੇ ਨਹੀਂ ਬਹਿਣਾ। ਕਿਉਂ? ਜਦ ਤੱਕ ਉਹਨੂੰ ਉਹ ਜਗ੍ਹਾ ਜਿਹੜੀ ਪਸੰਦ ਆ ਗਈ ਆ, ਖਾਲੀ ਮਿਲਦੀ ਆ, ਉਹਨੇ ਉੱਥੇ ਰਹਿਣਾ ਹੀ ਰਹਿਣਾ ਆ। ਪਰ ਉਹ ਜਗ੍ਹਾ ਜਦੋਂ ਜਿਹੜੀ ਉਹਨੂੰ ਪਸੰਦ ਆਈ ਆ, ਪਰ ਜੇ ਉਹ ਭਰ ਜਾਵੇ ਫਿਰ ਉਹਨੂੰ ਛੱਡ ਕੇ ਜਾਣਾ ਪੈਣਾ। ਪਰ ਜਿਹੜੀ ਜਗ੍ਹਾ ਸ਼ੈਤਾਨ ਨੂੰ ਪਸੰਦ ਆਈ ਆ, ਜੇ ਉਹ ਮੇਰੇ ਜੋ ਖਾਲੀ ਹੋ ਜਾਏ, ਖਾਲੀ ਹੋ ਜਾਏ, ਉਹ ਚੀਜ਼ ਤਾਂ ਉਹਨੂੰ ਪਸੰਦ ਆ, ਉਹ ਲੈਣੀ ਲੈਣੀ ਉਹਨੇ, ਉੱਥੇ ਆਉਣਾ ਹੀ ਆਉਣਾ ਆ। ਪਰ ਜੇ ਉਹ ਪਰਮੇਸ਼ਵਰ ਦੀ ਸਾਮਰਥ ਨਾਲ ਭਰ ਜਾਏਗੀ, ਫਿਰ ਉਹ ਉੱਥੇ ਨਹੀਂ ਆਏਗਾ, ਫਿਰ ਸ਼ੈਤਾਨ ਉੱਥੇ ਨਹੀਂ ਆਏਗਾ, ਬਿਮਾਰੀ ਉੱਥੇ ਨਹੀਂ ਆਏਗੀ। ਪਰ ਜੇ ਉਹ ਖਾਲੀ ਰਹੂਗੀ ਕਿ ਚਲੋ ਹੁਣ ਜੀ ਬਿਮਾਰੀ ਤੋਂ ਵੀ ਮੇਰਾ ਸਰੀਰ ਆਜ਼ਾਦ ਹੋ ਗਿਆ, ਹੁਣ ਮੇਰੇ ਪ੍ਰਭੂ ਕੋਲ ਵੀ ਜਾਣ ਦੀ ਲੋੜ ਨਹੀਂ ਆ, ਪ੍ਰਭੂ ਕੋਲ ਵੀ ਜਾਣ ਦੀ ਲੋੜ ਨਹੀਂ ਆ, ਉਹ ਖਾਲੀ ਆ, ਪਤਰਸ ਵਾਂਗ ਖਾਲੀ ਆ। ਇੰਨਾ ਚਿਰ 3.5 ਸਾਲ ਯਿਸੂ ਮਸੀਹ ਦੇ ਪਿੱਛੇ ਤੁਰਦਾ ਰਿਹਾ ਪਤਰਸ। ਆਖਰ ਜਦੋਂ ਪ੍ਰਭੂ ਯਿਸੂ ਮਸੀਹ ਮੇਰੇ ਤੋਂ ਮਾਰੇ ਗਏ, ਤੀਸਰੇ ਦਿਨ ਮੁਰਦੇ ਤੋਂ ਜੀ ਉੱਠੇ, ਔਰ ਪਤਰਸ ਨੂੰ ਪਤਾ ਸੀ ਕਿ ਯਿਸੂ ਮਸੀਹ ਨੇ ਗੱਲ ਆਖੀ ਆ ਕਿ ਮੈਂ ਤੀਸਰੇ ਦਿਨ ਤੁਹਾਨੂੰ ਗਲੀਲ ਦੇ ਵਿੱਚ ਮਿਲਾਂਗਾ। ਕੋਈ ਦਿਮਾਗ 'ਚ ਨਹੀਂ,
ਕਿਉਂਕਿ ਜੇ ਉਹਨਾਂ ਦੇ ਮਨ ਸ਼ਕਤੀ ਨਾਲ ਪ੍ਰਾਰਥਨਾ ਕਰਦੇ ਹੁੰਦੇ ਤਾਂ ਉਹਨਾਂ ਨੂੰ ਯਾਦ ਰਹਿਣਾ ਸੀ ਕਿ ਯਿਸੂ ਮਸੀਹ ਨੇ ਇਹ ਗੱਲ ਕਹੀ ਆ ਕਿ ਮੈਂ ਮਰਾਂਗਾ, ਤੀਸਰੇ ਦਿਨ ਮੁਰਦੇ ਤੋਂ ਜੀ ਉਠਾਂਗਾ ਤੇ ਤੁਹਾਨੂੰ ਗਲੀਲ ਵਿੱਚ ਮਿਲਾਂਗਾ। ਤੇ ਪਤਰਸ ਮੇਰੇ ਇਜ਼ੋ ਫਿਰ ਜਿੱਥੇ ਯਿਸੂ ਮਸੀਹ ਦੱਫਿਆ ਆ, ਜਿੱਥੇ ਪਤਰਸ ਰਹਿੰਦਾ ਆ, ਉੱਥੇ ਨਹੀਂ, ਤੀਸਰੇ ਦਿਨ ਗਲੀਲ ਵਿੱਚ ਹੋਣਾ ਸੀ। ਉਹ ਯਿਸੂ ਦੇ ਜੀ ਉੱਠਣ ਤੋਂ ਪਹਿਲਾਂ ਹੀ ਮੇਰੇ ਇਜ਼ੋ ਪਤਰਸ ਗਲੀਲ ਵਿੱਚ ਪਹੁੰਚ ਜਾਣਾ ਸੀ। ਉਹਨੂੰ ਇਹ ਯਾਦ ਰਹਿਣਾ ਸੀ ਕਿ ਯਿਸੂ ਮਸੀਹ ਨੇ ਕਿਹਾ ਆ। ਕਿੰਨੇ ਨਿਸ਼ਾਨ ਪਤਰਸ ਦੇ ਲਈ ਯਿਸੂ ਮਸੀਹ ਨੇ ਆਖੇ, ਲੇਕਿਨ ਪ੍ਰਾਰਥਨਾ ਨਾ ਹੋਣ ਕਰਕੇ, ਪਰਮੇਸ਼ਵਰ ਦੇ ਕਹੀ ਹੋਏ ਸ਼ਬਦਾਂ ਨੂੰ ਨਾ ਮੰਨਣ ਕਰਕੇ ਪਤਰਸ ਤੋਂ ਨਿਕਲ ਗਿਆ। ਕਹਿੰਦਾ ਠੀਕ, ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰੀ ਮੇਰਾ ਇਨਕਾਰ ਕਰੇਂਗਾ। ਕੀਤਾ ਕਿ ਨਹੀਂ ਕੀਤਾ? ਕੀਤਾ ਕਿ ਨਹੀਂ ਕੀਤਾ? ਦੂਜੀ ਗੱਲ ਮੇਰੇ ਇਜ਼ੋ ਪਤਰਸ ਨੂੰ ਇਹ ਗੱਲ ਕਹੀ ਸੀ ਕਿ ਮੈਂ ਪਾਪੀਆਂ ਦੇ ਹੱਥੀਂ ਫੜਾਇਆ ਜਾਵਾਂਗਾ, ਮਾਰਿਆ ਜਾਵਾਂਗਾ, ਦਫਨਾਇਆ ਜਾਵਾਂਗਾ। ਨਾਲ ਇਹ ਵੀ ਕਿਹਾ ਸੀ ਕਿ ਮੈਂ ਤੀਸਰੇ ਦਿਨ ਮੁਰਦਿਆਂ ਚੋਂ ਜੀ ਉਠਾਂਗਾ। ਮੇਰੇ ਜੋ ਇਹ ਗੱਲ ਪਤਰਸ ਨੂੰ ਕਹੀ ਆ, ਲੇਕਿਨ ਪਤਰਸ ਨੇ ਭੁਲਾ ਦਿੱਤੀ ਸੀ। ਫਿਰ ਪਤਰਸ ਨੂੰ ਇਹ ਵੀ ਗੱਲ ਕਹੀ ਸੀ ਕਿ ਮੈਂ ਤੀਸਰੇ ਦਿਨ ਆਪਣੇ ਚੇਲਿਆਂ ਨੂੰ ਕਿੱਥੇ ਮਿਲਾਂਗਾ? ਗਲੀਲ ਵਿੱਚ, ਉਹਨਾਂ ਦੇ ਅੱਗੇ ਅੱਗੇ ਮੈਂ ਉਹਨਾਂ ਨੂੰ ਮਿਲਾਂਗਾ। ਇਹ ਵੀ ਗੱਲ ਉਹਨਾਂ ਨੇ ਭੁਲਾ ਦਿੱਤੀ। ਕਿਉਂ ਭੁਲਾਈ? ਇਹ ਤਿੰਨਾਂ ਦਿਨ ਦੀਆਂ ਸਾਰੀਆਂ ਗੱਲਾਂ ਪਤਰਸ ਨੇ ਕਿਉਂ ਭੁਲਾਈਆਂ? ਕਿਉਂਕਿ ਯਿਸੂ ਮਸੀਹ ਫੜਾਏ ਜਾਣ ਤੋਂ ਪਹਿਲਾਂ ਹੀ ਰਾਤ ਨੂੰ ਕਹਿ ਰਿਹਾ ਸੀ, ਪ੍ਰਾਰਥਨਾ ਕਰੋ, ਪ੍ਰਾਰਥਨਾ ਕਰੋ, ਪ੍ਰਾਰਥਨਾ ਕਰੋ, ਕਿਉਂਕਿ ਪ੍ਰਾਰਥਨਾ 'ਚ ਸ਼ਕਤੀ ਹੈ। ਸ਼ਕਤੀ ਦੁਆਰਾ ਤੁਹਾਡੀਆਂ ਸਾਰੀਆਂ ਆਤਮਿਕ ਗੱਲਾਂ ਤੁਹਾਨੂੰ ਯਾਦ ਰਹਿਣੀਆਂ ਆ। ਜੇ ਪ੍ਰਾਰਥਨਾ ਕਰੋਗੇ ਤਦੇ ਹੀ ਤੁਹਾਡੀ ਬਲੈਸਿੰਗ ਤੁਹਾਡੇ ਕੋਲ ਹੋਵੇਗੀ, ਤਦੇ ਹੀ ਤੁਹਾਡੀ ਮੁਕਤੀ ਤੁਹਾਡੇ ਕੋਲ ਹੋਵੇਗੀ, ਤਦੇ ਤੁਹਾਡੀ ਤੰਦਰੁਸਤੀ ਤੁਹਾਡੇ ਕੋਲ ਹੋਵੇਗੀ, ਤੁਹਾਡੀ ਚੰਗਿਆਈ ਤੁਹਾਡੇ ਕੋਲ ਹੋਵੇਗੀ, ਤੁਹਾਡੀ ਬਲੈਸਿੰਗ ਤੁਹਾਡੇ ਤੋਂ ਹੋਏਗੀ। ਜੇ ਤੁਸੀਂ ਪ੍ਰਾਰਥਨਾ ਹੀ ਨਾ ਕਰੋਗੇ ਤੁਹਾਡੇ ਤੋਂ ਹੋਣਾ ਕੀ ਆ? ਇਹ ਤਿੰਨੋਂ ਹੀ ਗੱਲਾਂ ਮੇਰੇ ਜੋ ਜਿਹੜੀਆਂ ਮੇਨ ਵੱਡੀਆਂ ਗੱਲਾਂ ਕਹੀਆਂ ਆ, ਇਹ ਪਤਰਸ ਨੂੰ ਯਾਦ ਹੀ ਨਹੀਂ। ਮਰੀਅਮ ਮਗਦਲੀਨੀ ਨੇ ਔਰ ਮਰੀਅਮ ਨੇ ਸਲੋਮੀ ਨੇ ਆ ਕੇ ਉਹਨੂੰ ਕਿਹਾ ਵੀ ਮੈਂ ਹੀ ਕਬਰ ਤੇ ਗਈਆਂ ਸੀ, ਯਿਸੂ ਮਸੀਹ ਜਿੱਥੇ ਦੱਬਿਆ ਗਿਆ ਸੀਗਾ, ਜਿਸ ਕਬਰ 'ਚ ਰੱਖਿਆ ਆ ਉੱਥੇ ਨਹੀਂ ਆ। ਪਰ ਉੱਥੇ ਦੂਤ ਨੇ ਇਹ ਗੱਲ ਆਖੀ ਆ ਕਿ ਤੁਹਾਨੂੰ ਕੀ ਕਿਹਾ ਸੀ? ਯਾਦ ਕਰੋ ਯਿਸੂ ਮਸੀਹ ਨੇ ਮਰਨ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਗਲੀਲ ਦੇ ਵਿੱਚ ਮਿਲਾਂਗਾ, ਤੇ ਜਾਓ ਜਾ ਕੇ ਪਤਰਸ ਨੂੰ ਤੇ ਚੇਲਿਆਂ ਨੂੰ ਕਹੋ ਕਿ ਮੈਨੂੰ ਗਲੀਲ ਵਿੱਚ ਆ ਕੇ ਮਿਲਣ। ਜਦੋਂ ਫਿਰ ਮੇਰੇ ਉਹਨਾਂ ਨੇ ਔਰਤਾਂ ਨੇ ਉਹਨਾਂ ਨੂੰ ਇਹ ਗੱਲਾਂ ਆਖੀਆਂ, ਫੇਰ ਦੌੜੇ ਓਹੋ ਸਾਨੂੰ ਚੇਤਾ ਹੀ ਨਹੀਂ ਸੀ। ਜਦੋਂ ਵਚਨ ਟੁੱਟ ਜਾਂਦਾ ਆ, ਉਹ ਤੁਹਾਡਾ ਭਲਾ ਹੋ ਜੇ, ਚੇਤਾ ਹੀ ਨਹੀਂ ਵਚਨ ਦਾ। ਜਦੋਂ 11 ਵੱਜ ਜਾਂਦੇ ਆ, ਓਹੋ ਪਤਾ ਹੀ ਨਹੀਂ ਅੱਜ ਤਾਂ ਸਬਤ ਆ। ਬਿਮਾਰੀ ਦਾ ਪਤਾ ਆ, ਫਲਾਣਾ ਡਾਕਟਰ ਕਿਹੜੇ ਦਿਨ ਕਿੱਥੇ ਮਿਲਣਾ ਹੈ, ਫਲਾਣਾ ਡਾਕਟਰ ਕਿਹੜੇ ਦਿਨ ਕਿੱਥੇ ਮਿਲਣਾ ਹੈ, ਕਿਹੜੇ ਡਾਕਟਰ ਦੀ ਕਿਹੜੀ ਕਿੰਨੇ ਰੁਪਏ ਪਰਚੀ ਆ, ਕਿਹੜੇ ਡਾਕਟਰ ਨੇ ਮੈਡੀਕਲ ਸਟੋਰ ਕਿੱਥੇ ਖੋਲਿਆ ਹੈ, ਉਹ ਸਭ ਕੁਝ ਪਤਾ। ਲੇਕਿਨ ਪਰਮੇਸ਼ਰ ਦੇ ਪਵਿੱਤਰ ਵਚਨ ਦਾ ਪਤਰਸ ਵਾਂਗ ਕਿਸੇ ਵੀ ਨਹੀਂ ਪਤਾ। ਇਸੇ ਲਈ ਖਾਲੀ ਸੀ ਜਾਲ ਉਹਦਾ। ਜਾਲ ਜੀਵਨ ਨੂੰ ਦਰਸਾਉਂਦਾ ਹੈ, ਜਾਲ ਜਿਹੜਾ ਜ਼ਿੰਦਗੀ ਨੂੰ ਦਰਸਾਉਂਦਾ ਹੈ। ਜਾਲ ਜ਼ਿੰਦਗੀ ਨੂੰ ਦਰਸਾਉਂਦਾ ਆ ਕਿ ਹਰ ਇੱਕ ਸ਼ੈ ਅਸੀਂ ਚਾਹੁੰਦੇ ਆ ਕਿ ਸਾਡੇ ਜਾਲ 'ਚ ਸਾਡੀ ਜ਼ਿੰਦਗੀ 'ਚ ਹੋਵੇ, ਹਰੇਕ ਖੁਸ਼ੀ ਸਾਡੀ ਜ਼ਿੰਦਗੀ 'ਚ ਹੋਵੇ। ਲੇਕਿਨ ਖਾਲੀ ਸੀ ਪਤਰਸ ਦੀ ਜ਼ਿੰਦਗੀ, ਪਤਰਸ ਦਾ ਜਾਲ। ਤੇ ਹੁਣ ਉਹੀ ਪ੍ਰਭੂ ਯਿਸੂ ਮਸੀਹ ਫਿਰ ਉਹ ਗੱਲ ਕਹਿ ਰਿਹਾ, ਕਹਿੰਦਾ ਜਦ ਤੱਕ ਪਿਤਾ ਦਾ ਕਰਾਰ ਨਾ ਪਾ ਲਵੋ, ਸ਼ਹਿਰ 'ਚੋਂ ਬਾਹਰ ਨਾ ਜਾਇਓ, ਪ੍ਰਭੂ ਦੇ ਵਚਨ 'ਚੋਂ ਬਾਹਰ ਨਾ ਜਾਇਓ, ਪਰਮੇਸ਼ਰ ਦੀ ਹਜ਼ੂਰੀ 'ਚੋਂ ਬਾਹਰ ਨਾ ਜਾਇਓ, ਕਿਉਂਕਿ ਤੁਸੀਂ ਖਾਲੀ ਆ। ਤੇ ਖਾਲੀ ਸਥਾਨ ਹਮੇਸ਼ਾ ਬਰਬਾਦੀ ਦੇ ਉੱਤੇ ਹੁੰਦਾ ਆ। 4 ਦਿਨ ਫ੍ਰਿਜ ਬੰਦ ਕਰਕੇ, ਖਾਲੀ ਕਰਕੇ ਬੰਦ ਕਰ ਦਿਓ, ਚੌਥੇ ਦਿਨ ਜਦੋਂ ਖੋਲੋਗੇ ਕੀ ਹੋਏਗਾ? ਕੀ ਹੋਏਗਾ? ਉੱਲੀ ਲੱਗ ਜਾਂਦੀ ਫ੍ਰਿਜ 'ਚ। ਤੇ ਫਿਰ ਜੇ 4 ਦਿਨ ਖਾਲੀ ਫ੍ਰਿਜ 'ਚ ਉੱਲੀ ਲੱਗ ਸਕਦੀ ਆ, ਤੇ ਫਿਰ ਬੰਦੇ ਦਾ ਕੀ ਹਾਲ ਹੋਊਗਾ ਜਿਹੜਾ ਖਾਲੀ ਆ? ਬੰਦੇ ਦਾ ਕੀ ਹਾਲ ਹੋਊਗਾ? ਬੋਲੋ। ਕਦੀ ਕਹਿੰਦਾ ਜੀ ਸੱਜੇ ਪਾਸੇ ਹੁੰਦੀ ਸੀ, ਇੱਥੋਂ ਤੁਰ ਕੇ ਜੀ ਇੱਥੇ ਆ ਗਈ, ਹੁਣ ਇੱਥੋਂ ਤੁਰ ਕੇ ਪਤਾ ਨਹੀਂ ਪਿੱਛੇ ਕਿੱਥੇ ਚਲ ਗਈ। ਪਾਸਟਰ ਜੀ ਇਹ ਸ਼ੈਤਾਨੀ ਤਾਕਤ ਲੱਗਦੀ ਹੈ, ਬਿਮਾਰੀ ਤੁਰਦੀ ਆ ਅੰਦਰ, ਤੁਰਦੀ ਨਹੀਂ ਆ। 8 ਜਣੇ ਆਇਓ ਆ, ਥਾਂ ਲੱਭਦੇ ਬੈਠਣ ਨੂੰ, ਥਾਂ ਬਣਾਉਂਦੇ ਬੈਠਣ ਨੂੰ। ਹਾਲੇਲੂਇਆ। ਕੀ ਕਰਦੇ ਆ? ਥਾਂ। ਗੱਡੀ ਨੂੰ ਧੱਕਾ ਲਾਉਣਾ ਹੋਵੇ ਨਾ ਤਾਂ ਪੋਲੇ ਪੋਲੇ ਪੈਰੀ ਨਹੀਂ ਲਾਉਣਾ ਹੁੰਦਾ। ਕਿੱਦਾਂ ਲਾਉਂਦੇ ਆ? ਗੱਡੀ ਤੇ ਹੱਥ ਰੱਖ ਕੇ ਪਹਿਲਾਂ ਪੈਰਾਂ ਨੂੰ ਜਮਾਉਂਦੇ ਆਪਾਂ, ਕਿਤੇ ਨਾ ਹੋਵੇ ਗੱਡੀ ਨੂੰ ਧੱਕਾ ਲਾਉਣ ਲੱਗੇ ਪੈਰ ਪਿੱਛੇ ਨੂੰ ਖਿੱਚਦੇ, ਠੋਡੀ ਸਾਡੀ ਭੱਜ ਜਾਏ। ਪਹਿਲਾਂ ਕੀ ਕਰਦੇ? ਪਹਿਲਾਂ ਪੈਰਾਂ ਨੂੰ ਜਮਾਉਂਦੇ ਆ। ਸ਼ੈਤਾਨ ਵੀ ਪਹਿਲਾਂ ਨਾ ਫਿਰ ਕਦੀ ਇੱਥੇ ਅੱਡੀ ਰੱਖਦਾ, ਕਦੀ ਇੱਥੇ ਪੰਜਾ ਰੱਖਦਾ, ਕਦੀ ਇੱਥੋਂ ਫੜ ਲੈਂਦਾ, ਕਦੀ ਕਿਤੇੋਂ ਫੜ ਲੈਂਦਾ। ਫਿਰ ਕੀ ਕਰਦੇ ਆ? ਤੇ ਡਾਕਟਰ ਕਹਿੰਦਾ ਜੀ ਰੀੜ ਦੀ ਹੱਡੀ ਦੀ ਸਕੈਨਿੰਗ ਕਰਾ ਲਓ। ਹੁਣ ਏਦਾਂ ਹੀ ਆ। ਹੁੰਦਾ ਕੀ ਆ? ਸ਼ੈਤਾਨ ਸਾਨੂੰ ਨੈਗੇਟਿਵ ਵਾਲੇ ਪਾਸੇ, ਤਬਾਹੀ ਵਾਲੇ ਪਾਸੇ ਧੱਕਾ ਲਾਉਣ ਲਈ ਤਿਆਰ ਹੋਇਆ ਹੁੰਦਾ ਆ। ਪਹਿਲਾਂ ਇੱਕ ਨੇ ਢਾਇਆ ਸੀ ਤੇ ਹੁਣ 8 ਨੇ ਤਾਂ ਮੇਰੇ ਤੋਂ ਮਧੋਲ ਕੇ ਰੱਖ ਦੇਣਾ। 8 ਨੇ ਕੀ ਕਰ ਦੇਣਾ? ਮਧੋਲ ਕੇ ਰੱਖ ਦੇਣਾ। ਭੁੱਬਲ ਦੇ ਵਿੱਚ ਆਲੂ ਤੇ ਛੱਲੀ ਭੁੰਨ ਕੇ ਦੇਖਿਓ, ਬੜੀ ਸਵਾਦ ਹੁੰਦੀ ਆ। ਪਰ ਕਿੱਦਾਂ? ਚਮਟੇ ਨਾਲ ਆਲੂ ਫੜ ਲਓ,
ਗਰਮ ਗਰਮ ਸਵਾਦ ਦੇ ਵਿੱਚ ਚਾਰ ਵਾਰੀ ਐ ਕਰੋ ਭੁੱਜ ਜਾਂਦਾ। ਐਦਾਂ ਮੇਰੇ ਜੋ ਭੋਲਦਾ ਉਹ ਵੀ ਫੇਰ ਨਹੀਂ ਪਤਾ ਲੱਗਦਾ ਦਿਨ ਕਦੋਂ ਚੜਿਆ ਤੇ ਰਾਤ ਕਦੋਂ ਹੋ ਗਈ। ਫੇਰ ਨਹੀਂ ਪਤਾ ਲੱਗਦਾ ਰਾਤ ਤੋਂ ਦਿਨ ਕਦੋਂ ਹੋ ਗਿਆ। ਫਿਰ ਡੇਟਾਂ ਵੀ ਨਹੀਂ ਯਾਦ ਰਹਿੰਦੀਆਂ, ਦਿਨ ਵੀ ਨਹੀਂ ਯਾਦ ਕਰਦਾ। ਅੱਜ ਕੀ ਵਾਰ ਬੁੱਧਵਾਰ ਅੱਜ ਆ, ਮੈਨੂੰ ਤਾਂ ਬਿਮਾਰੀ ਨੇ ਏਦਾਂ ਚੇਤਾ ਭੁਲਾਤਾ, ਪਤਾ ਨਹੀਂ ਲੱਗਦਾ ਬੁੱਧਵਾਰ ਕਿ ਵੀਰਵਾਰ ਅੱਜ। ਏਦਾਂ ਕਰਦੇ ਕਿ ਨਹੀਂ ਕਰਦੇ? ਇਹ ਸ਼ੈਤਾਨ ਮੱਤ ਮਾਰਦਾ। ਤੁਹਾਡੀ ਘੜੀ ਦੇ ਉੱਤੇ ਡੇਟ ਟਾਈਮ ਆ, ਤੁਹਾਡੇ ਮੋਬਾਈਲ ਦੇ ਉੱਤੇ ਡੇਟ ਟਾਈਮ ਆ, ਤੁਹਾਡੇ ਕੈਲੰਡਰਾਂ ਉੱਤੇ ਡੇਟ ਟਾਈਮ ਆ, ਕਲੌਕ ਵੱਡੇ ਵੱਡੇ ਲੱਗੇ ਆ, ਫਿਰ ਵੀ ਤੁਸੀਂ ਕਹਿੰਦੇ ਸਾਨੂੰ ਟਾਈਮ ਦਾ ਨਹੀਂ ਪਤਾ ਲੱਗਦਾ, ਸਾਨੂੰ ਦਿਨ ਦਾ ਨਹੀਂ ਪਤਾ ਲੱਗਦਾ। ਕਿਉਂ? ਕਿਉਂਕਿ ਤੁਹਾਡੇ ਕਲੌਕ ਉਹ ਸਭ ਕੁਝ ਸਹੀ ਚਲੀ ਜਾਂਦਾ, ਲੇਕਿਨ ਤੁਹਾਡੀ ਜ਼ਿੰਦਗੀ ਸ਼ੈਤਾਨ ਨੇ ਗਲਤ ਕੀਤੀ ਹੋਈ ਹੈ। ਇਸੇ ਲਈ ਨਹੀਂ ਸਮਾਂ ਸਹੀ ਆ ਰਿਹਾ, ਇਸੇ ਲਈ ਸਮਾਂ ਸਹੀ ਨਹੀਂ ਆ ਰਿਹਾ। ਪਤਰਸ ਨੂੰ ਕੀ ਕਿਹਾ ਹੁਣ? ਕਹਿੰਦਾ ਜਦ ਤੱਕ ਉੱਪਰੋਂ ਪਿਤਾ ਦੀ ਸ਼ਕਤੀ ਨੂੰ ਨਾ ਪਾ ਲਵੋ, ਜਦ ਤੱਕ ਤੁਸੀਂ ਆਪਣੇ ਆਪ ਨੂੰ ਭਰ ਨਾ ਲਵੋ, ਪ੍ਰਭੂ ਦੀ ਹਜ਼ੂਰੀ ਚੋਂ ਬਾਹਰ ਨਾ ਨਿਕਲਿਓ। ਕਿਉਂਕਿ ਪਤਰਸ ਨੂੰ ਚੇਲਿਆਂ ਨੂੰ ਜਦ 17 ਚੇਲਿਆਂ ਨੂੰ ਇਹ ਲੱਗਦਾ ਸੀ ਕਿ ਸਾਡੇ ਮੂੰਹ ਚੋਂ ਸ਼ਬਦ ਨਿਕਲੇ ਆ ਤਾਂ ਭ੍ਰਿਸ਼ਟ ਆਤਮੇ ਛੱਡੀ ਜਾਂਦੇ ਲੋਕਾਂ ਨੂੰ। ਯਿਸੂ ਮਸੀਹ ਕਹਿੰਦਾ ਕਿ ਮੈਂ ਜਿਹੜੀ ਚੀਜ਼ ਚੇਲਿਆਂ ਨੂੰ ਦਿਖਾਈ ਨਹੀਂ ਦਿੱਤੀ ਗਈ, ਕਿਉਂਕਿ ਚੇਲੇ ਉਸ ਵੇਲੇ ਯਿਸੂ ਮਸੀਹ ਦੇ ਇਰਦ ਗਿਰਦ ਸੀ। ਸ਼ੈਤਾਨ ਯਿਸੂ ਮਸੀਹ ਦੇ ਨੇੜੇ ਆ ਨਹੀਂ ਸਕਦਾ ਸੀ, ਚੇਲੇ ਉਹਦੇ ਨੇੜੇ ਸੀ। ਪਰ ਯਿਸੂ ਮਸੀਹ ਨੂੰ ਉਸ ਰੇਂਜ ਚੋਂ ਬਾਹਰ ਸ਼ੈਤਾਨ ਧਰਤੀ ਤੇ ਡਿੱਗਿਆ ਹੋਇਆ ਦਿਖਾਈ ਦੇ ਦਿੱਤਾ। ਯਿਸੂ ਮਸੀਹ ਨੇ ਜਿਹੜਾ ਚੀਜ਼ ਤੁਹਾਨੂੰ ਦਿਖਾਈ ਨਹੀਂ ਦਿੰਦੀ, ਮੈਂ ਦੇਖ ਲਈ ਆ, ਧਰਤੀ ਤੇ ਆ ਗਈ ਆ, ਉਹ ਕਿਹਦੇ ਵਾਸਤੇ ਆ? ਸ਼ੈਤਾਨ ਨੂੰ ਪਤਾ ਯਿਸੂ ਮਸੀਹ ਦਾ ਕੁਝ ਕਰ ਨਹੀਂ ਸਕਦਾ। ਹੁਣ ਆ ਜਿਹੜੇ 70 ਆ ਨਾ, ਇਹ ਵਿਸ਼ਵਾਸੀ ਆ, ਮੈਂ ਇਹ ਹਿਲਾਉਣੇ ਆ, ਉਹ ਹਿਲਾ ਦਿੱਤੇ। ਇਸੇ ਲਈ ਮੁੜ ਕੇ ਦੁਬਾਰਾ 17 ਦਾ ਜ਼ਿਕਰ ਨਹੀਂ ਕੀਤਾ ਗਿਆ ਬਾਈਬਲ 'ਚ, ਨਵੇਂ ਨੇਮ 'ਚ 17 ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਸੀ ਉਹ ਖਾਲੀ ਸੀ, ਇਸੇ ਲਈ ਕਾਮਯਾਬ ਨਹੀਂ ਹੋਏ। ਤੇ ਜੇ ਅੱਜ ਦਾ ਵਿਸ਼ਵਾਸੀ ਖਾਲੀ ਆ ਤਾਂ ਕਾਮਯਾਬ ਨਹੀਂ ਹੋਵੇਗਾ। ਤੇ ਜੇ ਕਹੋ ਜਦੋਂ ਸਮਾਂ ਆਵੇਗਾ ਉਦੋਂ ਭਰਨ ਦੀ ਕੋਸ਼ਿਸ਼ ਕਰਾਂਗੇ, ਜਦੋਂ ਲੋੜ ਪਊਗੀ ਨਾ ਮੈਂ ਫਾਸਟਿੰਗ ਚਲ ਜਾਣਾ, ਮੈਂ 72 ਘੰਟੇ ਦਾ ਵਰਤ ਰੱਖਣਾ, ਮੈਂ ਪੂਰਾ ਇੱਕ ਦਿਨ 18 ਘੰਟੇ ਪੂਰੇ ਮੈਂ ਪ੍ਰਾਰਥਨਾ 'ਚ ਬਿਠਾ ਰਹਿਣਾ, ਪੂਰੀ ਰਾਤ ਪ੍ਰਾਰਥਨਾ ਕਰੀ ਜਾਣੀ ਆ, ਕੋਈ ਲਾਭ ਨਹੀਂ ਹੋਣਾ, ਕੋਈ ਲਾਭ ਨਹੀਂ ਹੋਣਾ। ਡੇਟ ਲੱਗਣ ਤੋਂ ਬਾਅਦ ਜੇ ਫਾਰਮ ਭਰ ਕੇ ਬੜੇ ਬੜੇ ਅਫਸਰਾਂ ਦੇ ਵੀ ਤੁਸੀਂ ਉੱਤੇ ਮੇਰੇ ਉਹਨੂੰ ਉੱਤੇ ਸਾਈਨ ਕਰਾ ਕੇ ਲੈ ਜਾਓਗੇ ਨਾ, ਫਿਰ ਵੀ ਉਹ ਫਾਰਮ ਕੈਂਸਲ ਕਰ ਦਿੱਤੇ ਜਾਂਦੇ ਆ। ਏਦਾਂ ਹੀ ਪ੍ਰਾਰਥਨਾਵਾਂ ਆ ਜਿਹੜੀਆਂ ਸਮੇਂ ਤੋਂ ਬਾਅਦ ਕੀਤੀਆਂ ਜਾਂਦੀਆਂ ਆ, ਉਹਨਾਂ ਦਾ ਕੋਈ ਲਾਭ ਨਹੀਂ ਆ। ਬਾਈਬਲ 'ਚ ਲਿਖਿਆ ਗਿਆ, ਫਿਰ ਪੜਾਂਗੇ ਅਸੀਂ ਲੂਕਾ ਦੀ ਕਿਤਾਬ ਦੇ ਵਿੱਚ, ਕਿਹੜਾ ਕਰਾਰ? ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ। ਵੇਖੋ ਮੈਂ ਪਿਤਾ ਦਾ ਵਾਅਦਾ ਤੁਹਾਡੇ ਉੱਤੇ ਘੱਲਦਾ ਹਾਂ, ਪਰ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ, ਜਦ ਤੱਕ ਤੁਸੀਂ ਪਰਮੇਸ਼ਰ ਦੇ ਵੱਲੋਂ ਭੇਜੀ ਹੋਈ ਸ਼ਕਤੀ ਨਾਲ ਭਰ ਨਾ ਜਾਓ, ਸ਼ਹਿਰ ਵਿੱਚ ਰਹੋ। ਸ਼ਹਿਰ ਦੇ ਵਿੱਚ ਰਹੋ। ਤੇਰੇ ਜੀਵਨ ਦਾ, ਤੇਰੇ ਜਾਲ ਦਾ ਖਾਲੀ ਹੋਣਾ, ਖਾਲੀ ਰਹਿਣ ਦਾ ਕਾਰਨ ਕੀ ਹੈ? ਤੁਸੀਂ ਖਾਲੀ ਆ। ਤੁਹਾਡਾ ਖਾਲੀਪਨ ਤੁਹਾਡੇ ਜੀਵਨ ਨੂੰ ਖਾਲੀ ਕਰ ਰਿਹਾ, ਇਸੇ ਕਰਕੇ ਤੁਹਾਡੇ ਹੱਥ ਪੱਲੇ ਕੁਝ ਨਹੀਂ ਆ। ਕਿਉਂਕਿ ਤੁਸੀਂ ਰੱਬ ਦੀ ਵਚਨ 'ਚ, ਰੱਬ ਦੀ ਬਾਣੀ 'ਚ, ਪ੍ਰਭੂ ਦੇ ਕਈਆਂ ਹੋਈਆਂ ਗੱਲਾਂ ਵਿੱਚ ਨਹੀਂ ਰਹੇ, ਬਲਕਿ ਆਪਣੇ ਜਾਲ ਚੁੱਕ ਲਏ ਤੇ ਆਪਣੇ ਜਾਲ ਲੈ ਕੇ ਤੁਰ ਪਏ। ਇਹ ਜਾਲ ਪਾਉਣਾ ਹੀ ਹੁੰਦਾ ਹੈ ਕਿ ਜਦੋਂ ਬੰਦਾ ਚੰਗਾ ਹੋ ਜਾਂਦਾ ਫਿਰ ਚੱਲ ਪੈਂਦਾ ਆਪਣੀ ਮਨਮਰਜ਼ੀ ਕਰਨ, ਤੇ ਫਿਰ ਖਾਲੀ ਦਾ ਖਾਲੀ ਰਹਿ ਜਾਂਦਾ, ਫਿਰ ਖਾਲੀ ਦਾ ਖਾਲੀ ਰਹਿ ਜਾਂਦਾ। ਰੱਬ ਵੱਲੋਂ ਵੀ ਖਾਲੀ ਤੇ ਜੱਗ ਵੱਲੋਂ ਵੀ ਖਾਲੀ। ਤੇ ਇਹੀ ਗੱਲ ਹੁਣ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਮੇਰੇ ਤੋਂ ਮੁਰਦਿਆਂ ਚੋਂ ਜੀ ਉੱਠ ਕੇ ਸਮਝਾ ਰਹੇ ਆ। ਜਿਹੜੀ ਰਸੂਲਾਂ ਦੇ ਕਰਤੱਵ ਦੇ ਵਿੱਚ ਮੁਰਦਿਆਂ ਚੋਂ ਜੀ ਉੱਠਣ ਤੋਂ ਬਾਅਦ ਦੀ ਗੱਲ ਆ, ਤੇ ਯਿਸੂ ਮਸੀਹ ਹੁਣ ਯਾਦ ਕਰਾ ਰਿਹਾ ਕਿ ਲੂਕਾ ਦੇ ਵਿੱਚ ਪੜ੍ਹ ਕੇ ਦੇਖੋ ਕਿ ਮੈਂ ਕੀ ਕਿਹਾ ਸੀ। ਫਿਰ ਪੜ੍ਹੀਏ ਰਸੂਲਾਂ ਦੇ ਕਰਤੱਵ, ਫਿਰ ਜਾਵਾਂਗੇ ਅਸੀਂ ਲੂਕਾ 'ਚ ਇੱਕ ਵਾਰੀ। ਮਰਦਿਆਂ ਚੋਂ ਜੀ ਉੱਠਣ ਤੋਂ ਬਾਅਦ ਦੀ ਉਹਨਾਂ ਚੇਲਿਆਂ ਨੂੰ ਗੱਲ ਆ। ਹਾਂਜੀ, ਔਰ ਇਹ ਗੱਲ ਪਹਿਲਾਂ ਜਿਉਂਦੇ ਜੀ ਵੀ ਪਰਮੇਸ਼ਰ ਨੇ ਕਹੀ ਸੀ ਚੇਲਿਆਂ ਨੂੰ, ਪਰ ਉਹਨਾਂ ਨੇ ਨਹੀਂ ਮੰਨੀ। ਤੇ ਹੁਣ ਮੁਰਦਿਆਂ ਚੋਂ ਜੀ ਉੱਠ ਕੇ ਵੀ ਪਰਮੇਸ਼ਰ ਦਾ ਪੁੱਤਰ ਯਿਸੂ ਮਸੀਹ ਚੇਲਿਆਂ ਨੂੰ ਉਹੀ ਗੱਲ ਕਹਿ ਰਿਹਾ, ਮੇਰੇ ਮਰਨ ਤੋਂ ਪਹਿਲਾਂ ਵੀ ਇਹੀ ਗੱਲ ਹੋਣੀ ਹੈ ਪੂਰੀ, ਮਰਨ ਤੋਂ ਬਾਅਦ ਵੀ ਇਹੀ ਗੱਲ ਪੂਰੀ ਹੋਣੀ ਆ। ਜੇ ਜਿਉਂਦੇ ਜੀ ਤੁਹਾਡੇ ਹੱਥ ਵੱਸ ਦੇ ਵਿੱਚ ਬਹੁਤ ਕੁਝ ਸੀਗਾ, ਤੇ ਮਰਨ ਤੋਂ ਬਾਅਦ ਵੀ ਹੱਥ ਵੱਸ ਵਿੱਚ ਬਹੁਤ ਕੁਝ ਹੋ ਸਕਦਾ, ਪਰ ਜਿਵੇਂ ਜਿਉਂਦੇ ਜੀ ਤੁਸੀਂ ਮੇਰੇ ਨਾਲ ਰਹੇ ਆ, ਹੁਣ ਮੇਰੇ ਉਠਾਏ ਜਾਣ ਤੋਂ ਬਾਅਦ ਵੀ ਮੇਰੇ ਨਾਲ ਰਹਿਣਾ ਆ। ਹਾਲੇਲੂਇਆ, ਹਾਲੇਲੂਇਆ। ਉਹ ਆ ਪਰਮੇਸ਼ਰ ਦੀ ਹਜ਼ੂਰੀ ਜਿੱਤੋਂ ਅਸੀਂ ਅੱਡ ਨਹੀਂ ਹੋਣਾ। ਜਦੋਂ ਯਿਸੂ ਮਸੀਹ ਜਿਉਂਦਾ ਸੀ, ਚੇਲੇ ਉਦੋਂ ਵੀ ਉਹਦੇ ਨਾਲ ਸੀ, ਤੇ ਹੁਣ ਚੇਲੇ ਉਹਦੇ ਨਾਲ ਨਹੀਂ ਆ, ਪਰ ਯਿਸੂ ਮਸੀਹ ਸਮਝਾ ਰਿਹਾ ਹੈ ਕਿ ਹੁਣ ਵੀ ਤੁਹਾਨੂੰ ਚੱਲਣਾ ਪੈਣਾ ਆ। ਕਿੱਦਾਂ? ਹਾਂਜੀ, ਰਸੂਲਾਂ ਦੇ ਕਿਤਾਬ 4 ਅਧਿਆਇ 1 ਦੇ 4 ਆਏ। ਔਰ ਉਹਨਾਂ ਦੇ ਨਾਲ ਇਕੱਠੀ ਹੋ ਕੇ ਉਸਨੇ ਉਹਨਾਂ ਨੂੰ ਹੁਕਮ ਦਿੱਤਾ, ਪਰ ਯਰੂਸ਼ਲਮ ਤੋਂ ਬਾਹਰ ਨਾ ਜਾਓ। ਯਰੂਸ਼ਲਮ ਤੋਂ ਬਾਹਰ ਨਾ ਜਾਓ।
ਆਪਣੀ ਜ਼ਿੰਦਗੀ ਦੇ ਲਈ ਜਾਲ ਨਾ ਪਾਉਣੇ ਸ਼ੁਰੂ ਕਰ ਦਿਓ। ਆਪਣੀ ਜ਼ਿੰਦਗੀ ਦੀਆਂ ਆਪਣੀਆਂ ਸੋਚਾਂ, ਆਪਣੇ ਦਿਮਾਗ ਦੇ ਘੋੜੇ ਦੌੜਾ ਕੇ ਆਪਣੀ ਕਾਮਯਾਬੀ ਲਈ ਬਾਹਰ ਨਾ ਦੌੜੇ ਭੱਜੋ ਫਿਰੋ, ਕਿਉਂਕਿ ਜਿਹੜਾ ਤੁਹਾਡੇ ਚੋਂ ਕੱਢਿਆ ਗਿਆ ਆ ਉਹ ਬਾਹਰ ਹੀ ਆਪਣੇ ਲਈ ਜਗ੍ਹਾ ਲੱਭਦਾ ਪਿਆ। ਜੇ ਤੁਹਾਨੂੰ ਉਹਨੇ ਖਾਲੀ ਵੇਖ ਲਿਆ, 7 ਸਾਥੀਆਂ ਨੂੰ ਨਾਲ ਲੈ ਕੇ ਤੁਹਾਡੇ ਵਿੱਚ ਵਸ ਜਾਣਾ। ਇਸ ਲਈ ਕਹਿੰਦਾ ਬਾਹਰ ਨਾ ਨਿਕਲੋ, ਪ੍ਰਾਰਥਨਾ ਚ, ਬਚਨ ਚ ਬਣੇ ਰਹੋ। ਫਿਰ ਪੜੀਏ। ਔਰ ਉਹਨਾਂ ਨਾਲ ਇਕੱਠੇ ਹੋ ਕੇ ਉਸਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ, ਜੀ। ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ। ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ। ਜਿਉਂਦਾ ਹੋਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਉਸ ਗੱਲ ਵੱਲ ਇਸ਼ਾਰਾ ਕੀਤਾ ਜਿਹੜੀ ਲੂਕਾ ਦੇ ਵਿੱਚ ਲਿਖੀ ਗਈ ਆ ਕਿ ਮੈਂ ਪਿਤਾ ਦਾ ਕਰਾਰ ਤੁਹਾਡੇ ਉੱਤੇ ਭੇਜਾਂਗਾ। ਉਡੀਕ ਵਿੱਚ ਰਹਿਣਾ ਮੀਨਸ ਜਦ ਤੱਕ ਪਿਤਾ ਦੀ ਸ਼ਕਤੀ ਉੱਪਰੋਂ ਸ਼ਕਤੀ ਨਾ ਪਾ ਲਵੋ, ਉਹਦੀ ਹਜ਼ੂਰੀ 'ਚ ਬਣੇ ਰਹੋ। ਜਿਹੜੀ ਗੱਲ ਦੇਹ ਦੇ ਵਿੱਚ ਰਹਿੰਦਿਆਂ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਆਖੀ, ਚੇਲਿਆਂ ਦੇ ਖਾਲੀ ਹੋਣ ਕਰਕੇ, ਫੇਲ ਹੋਣ ਕਰਕੇ, ਫਿਰ ਯਿਸੂ ਮਸੀਹ ਨੇ ਜੀ ਉੱਠ ਕੇ ਇਹ ਗੱਲ ਰਿਪੀਟ ਕੀਤੀ ਆ। ਯਾਰ ਯਾਦ ਕਰੋ, ਮੈਂ ਤੁਹਾਨੂੰ ਗੱਲ ਕਹੀ ਸੀ, ਉਡੀਕ ਕਰੋ ਪਰਮੇਸ਼ਰ ਦੀ ਸ਼ਕਤੀ ਦੀ। ਐਡਾ ਤੁਸੀਂ ਜਾਲ ਪਾਇਆ, ਮਿਲਿਆ ਤੁਹਾਨੂੰ ਕੁਛ ਨਹੀਂ, ਲੋਕਾਂ 'ਚ ਤੁਸੀਂ ਬਦਨਾਮੀ ਕਰਵਾ ਦਿੱਤੀ ਹੜ ਕੇ। ਲਓ ਜੀ, ਇਹ ਚਰਚ ਜਾਂਦੇ ਕੰਮ ਤਾਂ ਹੋਇਆ ਨਹੀਂ। ਕਿਉਂ ਨਹੀਂ ਹੋਇਆ? ਕਿਉਂਕਿ ਖਾਲੀ ਹੋ ਕੇ ਚਲਿਓ ਕੰਮ ਕਰਨ ਵਾਸਤੇ। ਖਾਲੀ ਹੋ ਕੇ ਕਹਿਣ ਡਏ ਜੀ ਰੱਬ ਆ ਵੀ ਕਰੂ, ਉਹ ਵੀ ਕਰੇ, ਨਹੀਂ ਕਰੇਗਾ। ਆਪ ਤਾਂ ਸ਼ਰਮਿੰਦੇ ਹੋਣਾ ਹੀ ਹੋਣਾ ਆ, ਤੁਸੀਂ ਪਰਮੇਸ਼ਰ ਦੀ ਆਤਮਾ ਨੂੰ ਵੀ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦੇ ਆ। ਹੁਣ ਜਦੋਂ ਜਾਲ ਖਾਲੀ ਕੱਢਿਆ ਤਾਂ ਉਸ ਨੂੰ ਕਿਸੇ ਦੇ ਮਨ 'ਚ ਤਾਂ ਆਇਆ ਹੀ ਹੋਊਗਾ, ਯਾਰ ਇਹ ਯਿਸੂ ਮਸੀਹ ਦੇ ਚੇਲੇ, ਜਾਲ ਖਾਲੀ। ਯਿਸੂ ਮਸੀਹ ਦੇ ਮਾਰਾਂ ਖਾਣ ਲਈ ਤਿਆਰ ਹੋਣ ਵਾਲਿਆਂ ਦੇ ਜਾਲ ਖਾਲੀ, ਜ਼ਿੰਦਗੀ ਖਾਲੀ। ਇਸੇ ਲਈ ਮੇਰੇ ਜੋ 21 ਤੋਂ ਬਾਅਦ, ਯਹੋਨਾ ਦੀ ਆਖਰੀ ਅਧਿਆਇ ਤੋਂ ਬਾਅਦ, ਰਸੂਲਾਂ ਦੇ ਪਹਿਲੇ ਅਧਿਆਇ ਦੇ ਵਿੱਚ ਹੀ ਉਹਨੇ ਇਸ ਗੱਲ ਨੂੰ ਪ੍ਰਗਟ ਕੀਤਾ ਕਿ ਦੇਰ ਨਹੀਂ ਕੀਤੀ ਯਿਸੂ ਮਸੀਹ ਨੇ ਇਸ ਗੱਲ ਨੂੰ ਪ੍ਰਗਟ ਕਰਨ ਦੇ ਲਈ ਵੀ ਇਹ ਤਾਂ ਖਾਲੀ ਬੈਠੇ ਆ। ਤੇ ਮੈਂ ਹੁਣ ਇਹਨਾਂ ਨੂੰ ਦਰਸ਼ਨ ਦੇ ਕੇ ਇਹਨਾਂ ਨੂੰ ਦੱਸ ਦਵਾਂ ਕਿ ਪਿਤਾ ਦੇ ਕਰਾਰ ਨੂੰ ਯਾਦ ਕਰੋ ਕਿ ਜਦ ਤੱਕ ਸ਼ਕਤੀ ਨਾ ਪਾਓ, ਬਾਹਰ ਨਾ ਦੌੜੋ ਭੱਜੋ ਫਿਰੋ, ਸ਼ਕਤੀ ਨੂੰ ਪਾਓ। ਅੱਜ ਜੇ ਪੰਜਾਬ ਦੇ ਵਿੱਚ ਮਸਲੇ ਖਰਾਬ ਹੋਏ ਪਏ ਆ, ਉਹਦਾ ਅਸਲ ਕਾਰਨ ਕੀ ਆ? ਜੇ ਸਾਡੇ ਘਰਾਂ ਦੇ ਮਸਲੇ ਖਰਾਬ ਆ, ਉਹਦਾ ਕਾਰਨ ਕੀ ਆ? ਸਾਡੇ ਜੀਵਨ ਦਾ ਮਸਲਾ ਖਰਾਬ ਆ, ਉਹਦਾ ਕਾਰਨ ਕੀ? ਸਾਡੇ ਤੋਂ ਪੈਦਾ ਹੋਏ ਸਾਡੇ ਬੱਚਿਆਂ ਦੇ ਮਸਲੇ ਖਰਾਬ ਹੋਏ, ਉਹਦਾ ਕਾਰਨ ਕੀ? ਇੱਕੋ ਹੀ ਕਾਰਨ ਆ, ਇੱਕੋ ਹੀ ਕਾਰਨ ਆ। 2 ਖੰਭ ਨਿਕਲਦੇ ਤਾਂ ਅਸੀਂ ਉੱਡਣਾ ਸ਼ੁਰੂ ਕਰ ਦਿੰਨੇ ਆ, ਤੇ 2 ਬਹੁਤਾ ਚਿਰ ਨਹੀਂ ਰਹਿੰਦੇ, ਝੜ ਜਾਂਦੇ ਆ। 2 ਖੰਭਾਂ ਤੇ ਤੋਤਾ ਬਹੁਤੀ ਦੇਰ ਨਹੀਂ ਉੱਡ ਸਕਦਾ, ਤੇ ਅਸੀਂ ਉਡਾਉਣ ਦੀ ਕੋਸ਼ਿਸ਼ ਕਰਦੇ ਆ। ਚੱਲ ਬਈ ਪਾਰ, 7 ਸਮੁੰਦਰੋਂ ਪਾਰ, ਫੇਲ ਹੋ ਜਾਵਾਂਗੇ। ਚੰਗੀ ਤਰ੍ਹਾਂ ਪਰਮੇਸ਼ਰ ਦੀ ਸ਼ਕਤੀ ਨੂੰ ਪਾਓ, ਤਾਂ ਕਿ ਜੇ ਤੁਸੀਂ 10 ਬੰਦਿਆਂ ਵਿੱਚ ਵੀ ਖੜੇ ਹੋ, ਤੁਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਦੁਆਰਾ ਮੇਰੇ ਜ਼ੁਰਾਂ ਨੂੰ ਜਿੱਤ ਸਕੋ, ਉਹਨਾਂ ਨਾਲ ਗੱਲ ਕਰ ਸਕੋ। ਮੇਰੀ ਗੱਲ ਅੱਜ ਪੰਜਾਬ ਦੇ ਮਸਲਿਆਂ ਤੇ ਨਹੀਂ ਹੈ, ਮੇਰੀ ਗੱਲ ਹੈਗੀ ਅੱਜ ਤੁਹਾਡੀਆਂ ਆਪਣੀਆਂ ਪਰਸਨਲ ਜ਼ਿੰਦਗੀਆਂ ਦੇ ਉੱਤੇ ਕਿ ਤੁਸੀਂ ਫੇਲ ਕਿਉਂ ਆ। ਜਰੀਕ ਭਰਨ ਦੀ ਕੋਸ਼ਿਸ਼ ਕਰਦੇ, ਜਰੀਕ ਭਰਨ ਦੀ ਕੋਸ਼ਿਸ਼ ਕਰਦੇ, ਫੇਰ ਖਾਲੀ ਹੋ ਜਾਂਦੇ ਆ, ਫੇਰ ਨਿਕਲ ਪੈਂਦੇ ਆ। ਲਓ ਜੀ, ਮੈਂ ਤਾਂ ਪਤਾ ਨਹੀਂ ਕੀ ਬਣ ਗਿਆ, ਮੇਰੇ ਨਾਲ ਪਤਾ ਨਹੀਂ ਕੀ ਹੋ ਗਿਆ। ਕਹਿੰਦਾ ਯਾਦ ਕਰੋ ਉਸ ਗੱਲ ਨੂੰ, ਮੈਂ ਜਿਉਂਦੇ ਜੀ ਵੀ ਤੁਹਾਨੂੰ ਕਿਹਾ ਸੀ, ਮੈਂ ਪਿਤਾ ਦਾ ਕਰਾਰ ਤੁਹਾਡੇ ਉੱਤੇ ਭੇਜਾਂਗਾ। ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾ ਲਵੋ, ਪਰਮੇਸ਼ਰ ਦੀ ਹਜ਼ੂਰੀ ਨਾਲ ਬਣੇ ਰਹੋ। ਤੇ ਮੁਰਦਿਆਂ ਤੋਂ ਜੀ ਉੱਠ ਕੇ ਵੀ ਪ੍ਰਭੂ ਯਿਸੂ ਮਸੀਹ ਨੇ ਇਸੇ ਗੱਲ ਨੂੰ ਕਿਹਾ। ਇਹ ਆ 1 ਅਧਿਆਇ। ਹੁਣ ਜਾਵਾਂਗੇ 2 ਅਧਿਆਇ ਦੇ ਵਿੱਚ, ਰਸੂਲਾਂ ਦੇ ਕਰਤੱਵ 2 ਅਧਿਆਇ ਦੇ ਵਿੱਚ, 2 ਦੀ 1 ਤੋਂ 4 ਤੱਕ ਪੜਾਂਗੇ। ਰਸੂਲਾਂ ਦੇ ਕਰਤੱਵ ਨਾਲ ਲੱਗਦੇ ਪ੍ਰਭੂ ਯਿਸੂ ਮਸੀਹ ਨੇ ਹੋਰ ਇਹਨਾਂ ਨੂੰ ਸਿੱਖਿਆ ਦਿੱਤੀ ਆ, ਔਰ ਉਸ ਸਿੱਖਿਆ ਦੇ ਉੱਤੇ ਚੱਲਣਾ ਸ਼ੁਰੂ ਕੀਤਾ। ਪੜ੍ਹੀਏ। ਪੰਤੇਕੁਸਤ ਮੈਂ ਪੜਦਾ। ਜਦ ਪੰਤੇਕੁਸਤ ਦਾ ਦਿਨ ਆਇਆ, ਉਹ ਸਭ ਇੱਕ ਥਾਂ ਇਕੱਠੇ ਸਨ, ਔਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੜੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ, ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ, ਔਰ ਉਹਨਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਦਿਖਾਈ ਦਿੱਤੀਆਂ, ਅਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ। ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ, ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਲਈ ਕਿਹਾ। ਹਾਲੇਲੂਇਆ। ਹੁਣ ਪਿਤਾ ਦੇ ਇਕਰਾਰ ਦੇ ਬਾਰੇ ਪ੍ਰਭੂ ਯਿਸੂ ਮਸੀਹ ਚੇਲਿਆਂ ਨੂੰ ਆਖ ਰਿਹਾ, ਤੇ ਹੁਣ ਇਹ ਚੇਲੇ ਪ੍ਰਾਰਥਨਾ ਲਈ ਬੈਠੇ ਆ। ਹੁਣ ਕਾਹਦੇ ਲਈ ਬੈਠੇ ਆ? ਪ੍ਰਾਰਥਨਾ ਲਈ। ਖਾਲੀਪਨ ਦੇ ਨਾਲ ਫੇਲ ਹੋਣਾ ਉਹਨਾਂ ਨੇ ਦੇਖ ਲਿਆ ਸੀ ਕਿ ਫੇਲ ਆ ਖਾਲੀਪਨ ਚ। ਸ਼ੈਤਾਨ ਜੇ ਵਿੱਚ ਹੈਗਾ ਤਦ ਵੀ ਫੇਲ ਆ, ਜੇ ਖਾਲੀ ਹੈ ਤਦ ਵੀ ਫੇਲ ਸੀ। ਪਰ ਹੁਣ ਜਦੋਂ ਪ੍ਰੇਅਰ ਦੇ ਲਈ ਬੈਠ ਗਏ, ਸਾਰੇ ਇਕੱਠੇ ਹੋ ਗਏ, ਲਿਖਿਆ ਆਕਾਸ਼ ਵਿੱਚੋਂ ਵੱਡੀ ਹਨੇਰੀ ਦੇ ਵਗਣ ਵਰਗੀ ਗੂੰਜ ਆਵਾਜ਼ ਆਈ।
ਪੜ੍ਹੀਏ, ਵੱਡੀ ਹਨੇਰੀ ਦੀ ਆਵਾਜ਼। ਅਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ। ਜਦੋਂ ਪ੍ਰਾਰਥਨਾ ਕਰਨ ਲੱਗੇ, ਕਦੋਂ ਦੀ ਪ੍ਰਾਰਥਨਾ ਕਰਨ ਨੂੰ ਪਰਮੇਸ਼ਰ ਨੇ ਕਿਹਾ ਸੀ? ਅਸੀਂ ਬਹੁਤਿਆਂ ਨੂੰ ਕਹਿੰਦੇ ਪ੍ਰਾਰਥਨਾ ਕਰੋ, ਨਹੀਂ ਕਰਦੇ। ਅਸੀਂ ਬਹੁਤਿਆਂ ਨੂੰ ਕਹਿੰਦੇ ਆ ਪਰਮੇਸ਼ਰ ਦਾ ਵਚਨ ਇਸ ਰੂਹ 'ਚ ਪੂਰਾ ਕਰੋ, ਤੁਸੀਂ ਨਹੀਂ ਕਰਦੇ। ਯਿਸੂ ਮਸੀਹ ਨੇ ਜਿਉਂਦੇ ਜੀ ਆਪਣੇ ਚੇਲਿਆਂ ਨੂੰ ਕਿਹਾ ਪ੍ਰਾਰਥਨਾ ਕਰੋ, ਨਹੀਂ ਕੀਤੀ। ਯਿਸੂ ਮਸੀਹ ਮਰ ਗਿਆ, ਤੀਸਰੇ ਦਿਨ ਮੁਰਦੇ ਜੋ ਜੀ ਉੱਠਿਆ, ਪਤਰਸ ਨੇ ਚੇਲਿਆਂ ਨੇ ਕੋਈ ਪ੍ਰਾਰਥਨਾ ਨਹੀਂ ਕੀਤੀ, ਉੱਠੇ ਤੇ ਚੱਲ ਗਏ ਆਪਣੇ ਕੰਮ ਨੂੰ। ਲਾਓ ਜੀ, ਜੇ ਭੂਤ ਸਾਡੇ ਵੱਸ ਵਿੱਚ ਆ ਤਾਂ ਮੱਛੀਆਂ ਵੀ ਸਾਡੇ ਵੱਸ ਵਿੱਚ ਹੀ ਹੋਣੀਆਂ ਆ। ਨਹੀਂ ਹੋਇਆ ਕੁਝ ਵੀ। ਹੁਣ ਪ੍ਰਭੂ ਯਿਸੂ ਮਸੀਹ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਪਿਤਾ ਦੇ ਇਕਰਾਰ ਨੂੰ ਯਾਦ ਕਰੋ ਤੇ ਜਰੂਸਲਮ 'ਚ ਬਣੇ ਰਹੋ। ਜਰੂਸਲਮ 'ਚ ਰਹਿ ਕੇ ਹੀ ਤੁਸੀਂ ਪਰਮੇਸ਼ਰ ਦੀ ਸ਼ਕਤੀ ਨੂੰ ਪਾ ਸਕਦੇ ਆ। ਹੁਣ ਚੇਲੇ ਇਕੱਠੇ ਹੋਏ ਤੇ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ। ਆਕਾਸ਼ ਤੋਂ ਇੱਕ ਗੂੰਜ ਆਈ, ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਜਿਵੇਂ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਆਵਾਜ਼ ਹੁੰਦੀ ਆ। ਤੇ ਉਹਨਾਂ ਨੇ ਅੱਗ ਦੀਆਂ ਜੀਭਾਂ ਵੱਖੋ ਵੱਖਰੀਆਂ ਹੁੰਦੀਆਂ ਵੇਖੀਆਂ। ਤਦੇ ਹੀ ਕਹਿੰਦੇ ਸਾਰੇ ਹੀ ਪਵਿੱਤਰ ਆਤਮਾ ਨਾਲ ਕੀ ਹੋ ਗਏ? ਭਰ ਗਏ। ਪਹਿਲਾਂ ਕੀ ਸੀ? ਉਹ ਖਾਲੀ। ਇਸੇ ਲਈ ਜਾਲ ਵੀ ਖਾਲੀ ਸੀ, ਜ਼ਿੰਦਗੀ ਵੀ ਖਾਲੀ ਸੀ। ਹੁਣ ਕੀ ਆ? ਹੁਣ ਲਿਖਿਆ ਗਿਆ ਕਿ ਜਦੋਂ ਪ੍ਰਾਰਥਨਾ ਲਈ ਬੈਠ ਗਏ ਤੇ ਉਹ ਪਵਿੱਤਰ ਆਤਮਾ ਨਾਲ ਭਰ ਗਏ। ਕਾਹਦੇ ਨਾਲ? ਹੁਣ ਮੈਂ ਇੱਥੇ ਇੱਕ ਨਾ ਗੱਲ ਮੈਂ ਕਰਨੀ ਚਾਹੁੰਦਾ ਆ। ਇੱਕ ਪਾਸਟਰ ਨੇ ਨਾ ਪ੍ਰਾਰਥਨਾ ਕੀਤੀ, ਬੀਬੀਆਂ ਸੱਦ ਲਈਆਂ, ਕਹਿੰਦਾ ਆਓ ਬੀਬੀਆਂ ਆਓ। ਪਾਸਟਰ ਕਹਿੰਦਾ ਬੀਬੀਆਂ ਨੂੰ, ਕਹਿੰਦਾ ਤੁਸੀਂ ਸਾਰੀਆਂ ਕੰਧ ਤੇ ਹੱਥ ਰੱਖ ਲਓ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਆ। ਤੁਹਾਡੇ ਹੱਥ ਹੁਣ ਕੰਧ ਨਾਲ ਚਿੰਬੜ ਜਾਣੇ ਆ। ਜਿਹੜੀ ਬੀਬੀ ਆਤਮਕ ਆ ਉਹਦਾ ਹੱਥ ਚਿੰਬੜ ਜਾਣਾ, ਜਿਹੜੀ ਬੀਬੀ ਆਤਮਕ ਨਹੀਂ ਆ ਉਹਦਾ ਹੱਥ ਨਹੀਂ ਚਿੰਬੜਨਾ। ਉਹ 10 ਬੀਬੀਆਂ ਇਕੱਠੀਆਂ ਕਰ ਲਈਆਂ, ਕੰਧ ਨਾਲ ਹੱਥ ਜੜਾ ਦਿੱਤੇ। ਉਹਨੇ ਇੱਕ ਪ੍ਰਾਰਥਨਾ ਕੀਤੀ, ਕਹਿੰਦਾ 1 2 3, ਕਹਿੰਦਾ ਉਠਾਓ। ਜਿਹਦਾ ਨਹੀਂ ਵੀ ਜੁੜਿਆ ਸੀ ਉਹ ਵੀ ਬੀਬੀ ਐਂ ਹੀ ਲਈ, ਕਹਿੰਦੀ ਨਹੀਂ ਮੇਰਾ ਵੀ ਜੋੜੀ ਗਿਆ, ਮੇਰਾ ਵੀ ਜੋੜੀ ਗਿਆ। ਮਤਲਬ ਉਹ ਦੱਸਣਾ ਚਾਹੁੰਦੀ ਸੀ ਕਿ ਜੇ ਇਹ 9 ਸਹੀ ਹੈ ਤਾਂ ਮੈਂ ਵੀ ਸਹੀ ਆ। ਕਹਿੰਦੀ ਮੇਰਾ ਵੀ ਜੋੜੀ ਗਿਆ, ਇਹ ਹਟਦਾ ਹੀ ਨਹੀਂ ਚੁੱਕ ਹੁੰਦਾ। ਕਈ ਵਾਰੀ ਇਦਾਂ ਵੀ ਆਤਮਾ ਨਾਲ ਭਰੇ ਹੋਏ ਲੋਕ ਹੁੰਦੇ ਆ। ਜੇ ਲਾਗੇ ਵਾਲੀ ਬੀਬੀ ਟੱਪਦੀ ਆ, ਛਾਲ ਮਾਰਦੀ ਆ, ਦੂਜੀ ਜਿਹਨੂੰ ਨਹੀਂ ਵੀ ਆਤਮਾ ਉਤਰਦਾ ਉਹ ਵੀ ਕਹਿੰਦੀ ਮੈਨੂੰ ਵੀ ਆ ਹੀ ਗਿਆ, ਮੈਂ ਤੇ ਵੀ ਉੱਤਰ ਹੀ ਗਿਆ, ਮੈਂ ਵੀ ਭਾਰੀ ਗਈ। ਇਹ ਡੰਡ ਪਖੰਡ ਆ। ਬਾਈਬਲ ਅਸਲੀ ਜੀਵਨ ਆ, ਬਾਈਬਲ ਸੱਚਾਈ ਆ ਤੇ ਤੁਸੀਂ ਸੱਚਾਈ ਨੂੰ ਪੇਸ਼ ਕਰੋ। ਨਹੀਂ ਆਤਮਾ, ਕੋਈ ਗੱਲ ਨਹੀਂ, ਖੁਦਾ ਨੂੰ ਕਹੋ ਪਰਮੇਸ਼ਰ ਮੇਰੇ ਵਿੱਚ ਆਤਮਾ ਨਹੀਂ ਆ ਤੇ ਨਾ ਮੈਨੂੰ ਪਤਾ ਹੀ ਆਤਮਾ ਮਿਲਣਾ ਕਿੱਦਾਂ ਹੈ, ਪਰ ਮੈਂ ਤੇਰੇ ਵਚਨ ਦੇ ਅਨੁਸਾਰ ਚੱਲਦੀ ਆ। ਮੈਨੂੰ ਆਤਮਾ ਦੇ ਤੇ ਮੈਨੂੰ ਸਿਖਾ ਤੇ ਮੈਨੂੰ ਚਲਾ, ਤੂੰ ਮੈਨੂੰ ਸਿਖਾ ਮੈਨੂੰ ਚਲਾ। ਉਹ ਸਿਖਾਵੇਗਾ। ਤੇ ਜੇ ਕਹੀਏ ਨਹੀਂ ਜੀ ਮੇਰਾ ਵੀ ਜੋੜ ਹੀ ਗਿਆ ਹੱਥ, ਹੁਣ ਮੈਂ ਵੀ ਮੇਰੀ ਜੋੜ ਗਈ, ਮੈਂ ਵੀ ਦਾਸ ਨੇ ਕਿਹਾ ਸੀ ਮੈਂ ਵੀ ਜੁੜ ਗਈ। ਕਮਾਲ ਦੀ ਗੱਲ ਹੈ, ਇੱਥੇ ਸੀਮੈਂਟ ਨਾਲ ਇੱਟ ਨਹੀਂ ਜੁੜਦੀ, ਇੱਥੇ ਜਨਾਨੀਆਂ ਦੇ ਹੱਥ ਕੰਧਾਂ ਨਾਲ ਜੁੜੀ ਜਾਂਦੇ ਆ। ਸਾਨੂੰ ਤਾਂ ਸਮਝ ਨਹੀਂ ਆਉਂਦੀ। ਇੱਥੇ ਇੱਟ ਨਾਲ ਇੱਟ ਸੀਮੈਂਟ ਨਹੀਂ ਜੋੜਦੀ, ਇੰਨਾ ਸੀਮੈਂਟ ਕਮਜ਼ੋਰ ਆ ਗਿਆ ਆ। ਇੱਥੇ ਕੰਧਾਂ ਨਾਲ ਜਿਹੜੇ ਨਹੀਂ ਵੀ ਜੁੜਦਾ ਉਹ ਵੀ ਕਹਿੰਦੇ ਮੈਂ ਜੁੜ ਗਈ ਆ। ਜੇ ਕਹੀਏ ਨਾ ਗੈਰ ਭਾਸ਼ਾ 'ਚ ਪ੍ਰਾਰਥਨਾ ਕਰੋ, ਜਿਹਨੂੰ ਨਹੀਂ ਹੁੰਦੀ ਹਲ ਐਂ ਕਰੀ ਜਾਂਦੇ ਆ। ਉਹ ਕੀ ਆ? ਇਹ ਡੰਡ ਪਖੰਡ ਤੇ ਧੋਖਾ ਆ। ਜੋ ਹੈ ਉਹ ਪ੍ਰਗਟ ਕਰੋ। ਇਹ ਬਾਰੇ ਚੇਲੇ ਜਿਹੜੇ ਪ੍ਰਾਰਥਨਾ ਲਈ ਇਕੱਠੇ ਹੋ ਗਏ ਆ, ਯਹੂਦਾ ਨਹੀਂ ਆ। 12ਵਾਂ ਯਹੂਦਾ ਨਹੀਂ ਆ, ਮਥਿਆਸ ਆ, ਜਿਹੜਾ ਦੋਵਾਂ ਚੋਂ ਇੱਕ ਚੁਣਿਆ ਗਿਆ ਸੀ 12ਵੇਂ ਥਾਂ ਤੇ। ਜਦੋਂ ਪ੍ਰੇਅਰ ਲਈ ਬੈਠੇ ਆ, ਆਕਾਸ਼ ਵਿੱਚ ਇੱਕ ਵੱਡੀ ਗੂੰਜ ਦੀ, ਜਿਵੇਂ ਵੱਡੀ ਹਨੇਰੀ ਦੀ ਆਵਾਜ਼ ਹੋਵੇ, ਉਹ ਆਈ। ਕਹਿੰਦਾ ਅੱਗ ਦੀਆਂ ਜੀਭਾਂ ਵੱਖੋ ਵੱਖਰੀਆਂ ਹੋਈਆਂ, ਉਹ ਸਭਨਾਂ ਤੇ ਉਤਰੀਆਂ, ਉਹ ਵੱਖ-ਵੱਖ ਭਾਸ਼ਾ ਬੋਲਣ ਲੱਗ ਪਏ ਤੇ ਪਵਿੱਤਰ ਆਤਮਾ ਨਾਲ ਭਰ ਗਏ। ਹੁਣ ਖਾਲੀ ਨਹੀਂ ਆ, ਹੁਣ ਖਾਲੀ ਨਹੀਂ ਆ। ਜਿਹੜਾ ਖਾਲੀ ਨਹੀਂ ਆ, ਕਿਰਪਾ ਉਹਦੇ ਉੱਤੇ ਤੇ ਉਹਦੇ ਦੁਆਰਾ ਦੂਜਿਆਂ ਤੇ ਹੋਣੀ ਸ਼ੁਰੂ ਹੋ ਜਾਂਦੀ ਆ। ਜਿਹੜਾ ਭਰਿਆ ਹੋਇਆ ਆ, ਤੇ ਜਿਹੜਾ ਖਾਲੀ ਕਹੀ ਜੇ ਮੈਂ ਭਰਿਆ ਆ, ਉੱਥੇ ਤਾਂ ਕਿਰਪਾ ਕੀ ਹੋਣੀ, ਦੂਜੇ ਤੇ ਵੀ ਨਹੀਂ ਹੋਣੀ। ਫਿਰ ਆਪਣੇ ਆਪ ਨੂੰ ਸਹੀ ਢੰਗ ਨਾਲ, ਜਿਵੇਂ ਬਾਈਬਲ 'ਚ ਲਿਖਿਆ ਸੱਚਾਈ ਨੂੰ ਜਾਣੋ ਤਾਂ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਪਰਮੇਸ਼ਵਰ ਦੇ ਵਚਨ ਨੂੰ ਜਾਣੋ। ਚੇਲਿਆਂ ਨੇ ਯਿਸੂ ਮਸੀਹ ਨੂੰ ਜਾਣ ਲਿਆ ਸੀ, ਲੇਕਿਨ ਉਹਨਾਂ ਨੇ ਆਪਣੇ ਅੰਦਰ ਨਹੀਂ ਲਿਆ ਸੀ। ਉਹਨਾਂ ਨੂੰ ਕਿਉਂ ਨਹੀਂ ਲਿਆ ਸੀ? ਤੁਰੇ ਜ਼ਰੂਰ ਸੀ ਨਾਲ, ਲੇਕਿਨ ਉਹਦੀਆਂ ਗੱਲਾਂ ਨੂੰ ਫੋਲੋ ਨਹੀਂ ਕਰ ਪਾ ਰਹੇ ਸੀ। ਜਦ ਪਤਾ ਸੀ ਕਿ ਮੈਂ ਅੱਜ ਫੜਾਇਆ ਜਾਣਾ, ਅੱਜ ਹੀ ਇਹ ਕੰਮ ਹੋਣਾ ਆ, ਤੇ ਮੇਰੇ ਜੋ ਯਿਸੂ ਮਸੀਹ ਨੇ ਲਾਸਟ ਟਾਈਮ ਪ੍ਰਾਰਥਨਾ ਲਈ ਕਿਹਾ, ਕੋਈ ਮੰਨਿਆ ਹੀ ਨਹੀਂ।
ਮੰਨਿਆ ਕੋਈ ਪ੍ਰਾਰਥਨਾ ਲਈ? ਕਿਉਂ ਖਾਲੀ ਸੀ। ਜਿਹੜਾ ਬੰਦਾ ਖਾਲੀ ਆ ਗੱਲ ਸੁਣ ਲੈਂਦਾ, ਮੰਨਦਾ ਨਹੀਂ ਹੁੰਦਾ। ਜਿਹੜਾ ਬੰਦਾ ਅੰਦਰੋਂ ਖਾਲੀ ਹੈ ਨਾ, ਉਹ ਸੁਣ ਲੈਂਦਾ ਆ ਪਰ ਮੰਨਦਾ ਨਹੀਂ ਹੁੰਦਾ। ਠੀਕ, ਚੋਂਦੀ ਹੋਈ ਬੋਤਲ, ਚੋਂਦੇ ਹੋਏ ਘੜੇ ਵਰਗਾ ਪਾਣੀ ਆਪਣੇ ਅੰਦਰ ਲੈ ਤਾਂ ਲੈਂਦਾ, ਲੇਕਿਨ ਸਾਂਭ ਨਹੀਂ ਹੁੰਦਾ। ਉਤੋਂ ਵਚਨ ਸਾਡੇ ਅੰਦਰ ਚੱਲ ਜਾਂਦਾ, ਲੇਕਿਨ ਠਹਿਰਦਾ ਨਹੀਂ ਸਾਡੇ ਅੰਦਰ। ਫਿਰ ਇੱਥੇ ਲਿਖਿਆ ਗਿਆ ਕਿ ਉਹ ਪਵਿੱਤਰ ਆਤਮਾ ਨਾਲ ਭਰ ਗਏ। ਜਦੋਂ ਪਵਿੱਤਰ ਆਤਮਾ ਨਾਲ ਭਰੇ ਆ, ਹੁਣ ਜਾਲ ਲੈ ਕੇ ਬਾਹਰ ਨਹੀਂ ਗਏ। ਜਦੋਂ ਪਵਿੱਤਰ ਆਤਮਾ ਨਾਲ ਭਰੇ ਆ ਤਾਂ ਮੇਰੇ ਇਸ ਸਰੀਰ ਦੀਆਂ ਚੀਜ਼ਾਂ ਵਾਸਤੇ ਨਹੀਂ ਦੌੜੇ। ਸਰੀਰ ਦੀਆਂ ਵਸਤਾਂ ਦੀ ਲੋਚ, ਲਾਭ ਤੇ ਲਾਲਚ ਨਹੀਂ ਰੱਖਿਆ ਉਹਨਾਂ ਨੇ ਆਪਣੇ ਅੰਦਰ। ਜਦੋਂ ਭਰੇ ਆ ਫਿਰ ਲਗਾਤਾਰ ਮੇਰੇ ਜੋ ਪ੍ਰਭੂ ਦੀ ਹਜ਼ੂਰੀ ਨਾਲ ਜੁੜ ਗਏ ਆ। ਜਿਵੇਂ ਬਾਈਬਲ 'ਚ ਲਿਖਿਆ ਗਿਆ ਕਿ ਜਦੋਂ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ, ਜਿਵੇਂ ਆਤਮਾ ਨੇ ਉਹਨਾਂ ਨੂੰ ਆਖਿਆ। ਔਰ ਉਸ ਤੋਂ ਬਾਅਦ ਬਾਈਬਲ 'ਚ ਲਿਖਿਆ ਗਿਆ, ਜਦੋਂ ਇਹਦੀ 2 ਦੀ ਅਸੀਂ 42 ਪੜ੍ਹਦੇ ਹਾਂ ਤਾਂ ਲਿਖਿਆ ਗਿਆ ਕਿ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਤੇ ਸੰਗਤ ਵਿੱਚ ਰੋਟੀ ਤੋੜਨ ਵਿੱਚ, ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਮੀਨਸ ਉਹ ਵਿਸ਼ਵਾਸੀਆਂ ਦੀ ਗੱਲ ਆ। ਹੁਣ ਕੀ ਕਰਨ ਲੱਗ ਪਏ ਵਿਸ਼ਵਾਸੀ ਵੀ? ਕਹਿੰਦਾ ਲਗਾਤਾਰ ਰਸੂਲਾਂ ਦੀ ਸਿੱਖਿਆ ਉੱਤੇ, ਸੰਗਤ ਉੱਤੇ ਰੋਟੀ ਤੋੜਨ ਤੇ ਲਗਾਤਾਰ ਪ੍ਰਾਰਥਨਾ ਕਰਨ ਵਿੱਚ ਲੱਗ ਪਏ। ਉਹਨਾਂ ਨੂੰ ਪਤਾ ਸੀ ਜਿਹੜਾ ਪਵਿੱਤਰ ਆਤਮਾ ਸਾਡੇ ਉੱਤੇ ਆਇਆ ਆ, ਉਹ ਪ੍ਰਾਰਥਨਾ ਦੇ ਦੁਆਰਾ ਤੇ ਵਚਨ ਦੇ ਦੁਆਰਾ ਹੀ ਠਹਿਰਨਾ ਆ। ਪ੍ਰਾਰਥਨਾ ਦੇ ਦੁਆਰਾ ਤੇ ਵਚਨ ਦੇ ਦੁਆਰਾ ਹੀ ਅੰਦਰ ਟਿਕਿਆ ਰਹਿਣਾ ਆ। ਜੇ ਪ੍ਰਾਰਥਨਾ ਨਹੀਂ ਆ, ਵਚਨ ਨਹੀਂ ਆ, ਵਚਨ ਦੇ ਉੱਤੇ ਚੱਲਣਾ ਨਹੀਂ ਆ, ਤਾਂ ਪਵਿੱਤਰ ਆਤਮਾ ਕਦੇ ਵੀ ਸਾਡੇ ਉੱਤੇ ਟਿਕਿਆ ਨਹੀਂ ਰਹੇਗਾ, ਕਦੇ ਵੀ ਸਾਡੇ ਨਾਲ ਠਹਿਰੇਗਾ ਨਹੀਂ। ਤੇ ਜੇ ਪਵਿੱਤਰ ਆਤਮਾ ਸਾਡੇ ਉੱਤੇ ਨਹੀਂ ਠਹਿਰੇਗਾ ਤਾਂ ਮੇਰੇ ਜੋ ਸ਼ੈਤਾਨ ਨੂੰ ਵੀ ਵਚਨ ਬਹੁਤ ਹੁੰਦਾ ਆ। ਸ਼ੈਤਾਨ ਕੋਲ ਵੀ ਆਤਮਾ ਆ। ਇਹ ਗੱਲ ਵੱਖਰੀ ਹੈ ਕਿ ਉਹਦੇ ਕੋਲ ਸੱਚਾਈ ਦਾ ਆਤਮਾ ਨਹੀਂ, ਉਹਦੇ ਕੋਲ ਦੂਜਾ ਆਤਮਾ ਆ, ਲੇਕਿਨ ਹੈ ਤਾਂ ਹੈ ਨਾ, ਹੈਗਾ ਤਾਂ ਹੈ ਉਹਦੇ ਕੋਲ ਆਤਮਾ। ਸ਼ੈਤਾਨ ਕੋਲ ਆਪਣਾ ਹੀ ਆਤਮਾ ਹੈਗਾ ਆ। ਵਚਨ ਵੀ ਬਹੁਤ ਉਹਦੇ ਕੋਲ। ਅੱਜ ਮੈਂ ਤੁਹਾਨੂੰ ਕਹਾਂ ਕਿ ਕੋਈ ਇੱਕ ਭੈਣ ਉੱਠ ਕੇ, ਕੋਈ ਇੱਕ ਭਾਈ ਉੱਠ ਕੇ, ਕੋਈ ਉੱਠ ਸਕਦਾ ਕਿ ਮਾਈਕ ਲੈ ਕੇ ਇਹਨਾਂ ਨੂੰ ਵਚਨ ਸੁਣਾਵੇ? ਸੁਣਾ ਸਕਦਾ ਕੋਈ ਵਚਨ ਇਸ ਵੇਲੇ? ਕੋਈ ਬੋਲੋ। ਇੱਕ ਵਿਸ਼ਵਾਸੀ 10 ਵਿਸ਼ਵਾਸੀਆਂ ਨੂੰ ਵਚਨ ਸੁਣਾਉਣ ਤੋਂ ਡਰਦਾ ਆ। ਸ਼ੈਤਾਨ ਖੁਦਾ ਦੇ ਮੋਹਰੇ ਖੜਾ ਹੋ ਕੇ ਵਚਨ ਲਾ ਪਿਆ ਸੀ ਸੁਣਾਉਣ। ਇੰਨੀ ਹੈਸੀਅਤ ਤੇ ਉਹ ਮੇਰੇ ਤੋਂ ਗੜਸ ਰੱਖਦਾ ਆ, ਉਹ ਇੰਨੀ ਤਾਕਤ ਰੱਖਦਾ ਆ ਕਿ ਉਹ ਪ੍ਰਭੂ ਯਿਸੂ ਮਸੀਹ ਦੇ ਮੋਹਰੇ ਖੜਾ ਹੋ ਕੇ ਵਚਨ ਸੁਣਾਉਣ ਲੱਗ ਪਿਆ ਸੀ ਯਿਸੂ ਮਸੀਹ ਨੂੰ। ਇਹ ਨਾ ਸਮਝੋ ਕਿ ਕਮਜ਼ੋਰ ਆ, ਪਰ ਉਹਨੂੰ ਹਰਾ ਕੇ ਦੱਸ ਸਕਦੇ ਵਚਨ ਦੇ ਦੁਆਰਾ। ਜੇ ਯਿਸੂ ਮਸੀਹ ਨਹੀਂ ਹਾਰਿਆ ਤਾਂ ਕੇਵਲ ਇਸ ਕਰਕੇ ਕਿ ਉਹ ਵਚਨ 'ਚ ਸੀ, ਸ਼ੈਤਾਨ ਵਚਨ ਵਿੱਚ ਨਹੀਂ ਸੀ। ਹਾਲੇਲੂਇਆ। ਹੁਣ ਲਿਖਿਆ ਗਿਆ ਕਿ ਸਭ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਦੇ ਵਿੱਚ, ਆਤਮਾ ਦੇ ਵਿੱਚ, ਲਗਾਤਾਰ ਪ੍ਰਭੂ ਦੀ ਮਹਿਮਾ ਦੇ ਵਿੱਚ ਇਕੱਠੇ ਬੈਠਣ ਲੱਗ ਪਏ। ਤੇ ਜਿਹੜੀ ਸ਼ਕਤੀ ਉੱਤੋਂ ਆਈ ਸੀ ਉਹ ਉਹਨਾਂ ਦੇ ਅੰਦਰ ਠਹਿਰ ਗਈ। ਪਤਰਸ ਦਾ ਖਾਲੀਪਨ ਖਤਮ ਹੋ ਗਿਆ। ਪਤਰਸ ਆਤਮਿਕ ਸ਼ਕਤੀ ਨਾਲ ਭਰ ਗਿਆ। ਤੇ ਅੱਗੇ ਜਦੋਂ ਜਾਂਦੇ ਅਸੀਂ 3 ਅਧਿਆਏ ਦੇ ਵਿੱਚ, ਤੇ ਉਹਦੇ ਵਿੱਚ ਬਿਆਨ ਕੀਤਾ ਕਿ ਜਦੋਂ ਪਤਰਸ ਤੇ ਯੋਹੰਨਾ ਹੈਕਲ ਨੂੰ ਪ੍ਰਚਾਰ ਮੇਰੇ ਜੋ ਬੰਦਗੀ ਲਈ ਗਏ, ਤਾਂ ਇੱਕ ਲੰਗੜਾ ਮਨੁੱਖ ਜਿਹੜਾ ਫਾਟਕ ਦੇ ਅੱਗੇ ਰੱਖਿਆ ਜਾਂਦਾ ਸੀ। ਸੁਣਿਓ, ਪਤਰਸ ਤੇ ਯੋਹੰਨਾ ਪ੍ਰਾਰਥਨਾ ਕਰਨ ਦੇ ਵੇਲੇ 30 ਪੈਰ ਹੈਕਲ ਨੂੰ ਚਲੇ ਜਾਂਦੇ ਸਨ ਅਤੇ ਲੋਕ ਇੱਕ ਜਮਾਂਦਰੂ ਲੰਗੇ ਨੂੰ ਚੁੱਕੀ ਲਈ ਜਾਂਦੇ ਸਨ, ਜਿਹਨੂੰ ਰੋਜ਼ ਹੈਕਲ ਦੇ ਫਾਟਕ ਕੋਲ ਜਿਹੜਾ ਸੋਹਣਾ ਸਦੀਦਾ ਹੈ ਬਹਾਲ ਦਿੰਦੇ ਸਨ। ਭਾਈ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭਿੱਛਿਆ ਮੰਗੇ, ਜਾਂ ਉਹਨੇ ਪਤਰਸ ਤੇ ਯੋਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਹਨਾਂ ਤੋਂ ਭਿੱਛਿਆ ਮੰਗੀ। ਤਦੋਂ ਪਤਰਸ ਤੇ ਯੋਹੰਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੀ ਵੱਲ ਵੇਖ। ਤਾਂ ਉਹਨੇ ਉਹਨਾਂ ਕੋਲੋਂ ਕੁਝ ਲੱਭਣ ਦੀ ਆਸ ਕਰਕੇ ਉਹਨਾਂ ਵੱਲ ਧਿਆਨ ਕੀਤਾ। ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ, ਪਰ ਜੋ ਕੁਝ ਮੇਰੇ ਕੋਲ ਹੈ ਸੋ ਮੈਂ ਤੈਨੂੰ ਦਿੰਦਾ ਹਾਂ। ਹਾਲੇਲੂਇਆ। ਹੁਣ ਧਿਆਨ ਦਿਓ, ਜਦੋਂ ਪਤਰਸ ਹੁਣ ਸ਼ਕਤੀ ਨਾਲ ਭਰ ਗਿਆ, ਪਤਰਸ ਮੇਰੇ ਜੋ ਖਾਲੀ ਨਹੀਂ ਰਿਹਾ, ਪਤਰਸ ਪੂਰੀ ਤਰ੍ਹਾਂ ਭਰਪੂਰ ਆ। ਤੇ ਮੇਰੇ ਜੋ ਜਦੋਂ ਹੈਕਲ ਨੂੰ ਜਾ ਰਿਹਾ ਪ੍ਰਚਾਰ ਲਈ, ਪ੍ਰਾਰਥਨਾ ਦੇ ਲਈ, ਤਾਂ ਬਾਈਬਲ 'ਚ ਲਿਖਿਆ ਗਿਆ ਇਹੀ ਪਹਿਲਾਂ ਪ੍ਰਾਰਥਨਾ ਲਈ ਨਹੀਂ ਜਾਂਦੇ ਸੀ ਤੇ ਖਾਲੀ ਸੀ। ਇਹੀ ਪਹਿਲਾਂ ਹੈਕਲ 'ਚ ਨਹੀਂ ਜਾਂਦੇ ਸੀ, ਖਾਲੀ ਸੀ। ਇਹੀ ਪਹਿਲਾਂ ਪਰਮੇਸ਼ਰ ਦਾ ਵਚਨ ਨਹੀਂ ਮੰਨ ਰਹੇ ਸੀ ਕਿ ਪ੍ਰਾਰਥਨਾ ਕਰੋ, ਨਹੀਂ ਉੱਠ ਕੇ ਪ੍ਰਾਰਥਨਾ ਕਰ ਰਹੇ ਸੀ, ਖਾਲੀ ਸੀ। ਪਰ ਹੁਣ ਜਦੋਂ ਪਰਮੇਸ਼ਰ ਨੇ ਜੀ ਉੱਠਣ ਤੋਂ ਬਾਅਦ ਗੱਲ ਕੀਤੀ ਤਾਂ ਇਹੀ ਲਗਾਤਾਰ ਪ੍ਰਾਰਥਨਾ ਕਰਨ ਲੱਗ ਪਏ। ਪ੍ਰਾਰਥਨਾ ਮੇਰੇ ਜੋ ਪਰਮੇਸ਼ਰ ਦੀ ਹਜ਼ੂਰੀ 'ਚ ਬੈਠੇ ਤੇ ਆਤਮਾ ਦੀ ਸ਼ਕਤੀ ਆਈ ਹੈ, ਤਾਂ ਇਹੀ ਹੁਣ ਮੇਰੇ ਜੋ ਹੈਕਲ ਨੂੰ ਪ੍ਰਾਰਥਨਾ ਲਈ ਜਾਣਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਹੁਣ ਭਰ ਗਏ ਆ। ਹੁਣ ਭਰੇ ਹੋਏ ਦੀ ਕੁਆਲਿਟੀ ਦੇਖੋ, ਭਰੇ ਹੋਏ ਦੀ ਖਾਸੀਅਤ ਦੇਖੋ।
ਭਰੇ ਹੋਏ ਦੀ ਆਸ਼ੀਸ਼ ਦੇਖੋ। ਇਹੀ ਜਿਹੜਾ ਖਾਲੀ ਸੀ ਤੇ ਜਾਲ ਪਾਇਆ ਤੇ ਖਾਲੀ ਨਿਕਲਿਆ, ਪੂਰੀ ਰਾਤ ਮਿਹਨਤ ਕੀਤੀ। ਹੁਣ ਉਸ ਲੰਗੇ ਨੂੰ ਕਹਿੰਦਾ ਕਿ ਤੂੰ ਸੋਨਾ ਚਾਂਦੀ ਸਾਡੇ ਕੋਲ ਹੈ ਨਹੀਂਗਾ, ਪਰ ਜੋ ਕੁਝ ਸਾਡੇ ਕੋਲ ਹੈਗਾ ਆ ਉਹ 100 ਤੈਨੂੰ ਦਿੰਦੇ ਆ। ਹਾਲੇਲੂਇਆ। ਕੀ ਸੀ ਪਤਰਸ ਕੋਲ? ਉਹ ਭਰਿਆ ਹੋਇਆ ਸੀ ਯਿਸੂ ਮਸੀਹ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਨਾਲ, ਪ੍ਰਾਰਥਨਾ ਨਾਲ ਤੇ ਆਤਮਾ ਤੇ ਸ਼ਕਤੀ ਦੇ ਨਾਲ। ਹਾਲੇਲੂਇਆ। ਕਹਿੰਦਾ ਉੱਠ, ਮੈਂ ਯਿਸੂ ਮਸੀਹ ਦੇ ਨਾਮ 'ਚ ਤੈਨੂੰ ਕਹਿੰਦਾ ਉੱਠ ਚੱਲ ਫਿਰ। ਲਿਖਿਆ ਉਹ ਲੰਗੜਾ ਉਸੇ ਵੇਲੇ ਛਾਲ ਮਾਰ ਕੇ ਉੱਠ ਕੇ ਖੜੋ ਗਿਆ। ਇਹ ਆ ਭਰੇ ਹੋਏ ਦੀ ਸ਼ਕਤੀ ਤੇ ਕੁਆਲਿਟੀ ਦਾ ਕੰਮ, ਕਿ ਜਦੋਂ ਭਰਿਆ ਹੋਇਆ ਆ ਤਾਂ ਮੇਰੇ ਇਸ ਲੰਗੜੇ ਨੂੰ ਕਹਿੰਦਾ ਯਿਸੂ ਮਸੀਹ ਨਾਲ ਉੱਠ, ਉਹ ਉਸੇ ਵੇਲੇ ਉੱਠ ਕੇ ਖੜਾ ਹੋ ਜਾਂਦਾ ਆ। ਤੇ ਖਾਲੀ ਬੰਦਾ ਤਾਂ ਮੇਰੇ ਤੋਂ ਜਾਲ ਪਾਉਂਦਾ ਤਾਂ ਉਹ ਵੀ ਖਾਲੀ ਆ। ਅੱਜ ਸਾਡੇ ਜ਼ਿੰਦਗੀਆਂ ਦੇ ਹਾਲਾਤ ਕਿਉਂ ਖਰਾਬ ਹੋਏ ਪਏ ਨੇ? ਕਿਉਂਕਿ ਅਸੀਂ ਖਾਲੀ ਆ। ਕਹਿਣ ਨੂੰ ਅਸੀਂ ਬਾਈਬਲ ਖਰੀਦੀ ਹੋਈ ਹੈ, ਕਹਿਣ ਨੂੰ ਅਸੀਂ ਬਪਤਿਸਮਾ ਲਿਆ ਹੋਇਆ, ਕਹਿਣ ਨੂੰ ਅਸੀਂ ਭਗਤ ਆ, ਕਹਿਣ ਨੂੰ ਅਸੀਂ ਸਬਤ ਮਨਾਉਣ ਵਾਲੇ ਆ, ਕਹਿਣ ਨੂੰ ਅਸੀਂ ਇਹ ਕਹਿੰਦੇ ਆ ਸਾਡੇ ਰਿਸ਼ਤੇਦਾਰ ਵੀ ਸਾਡੇ ਵਿਰੋਧੀ ਆ, ਸਾਡੇ ਭਾਈਚਾਰਾ ਵੀ ਸਾਡਾ ਵਿਰੋਧੀ ਹੈ, ਸਾਡੇ ਪਿੰਡ ਵਾਲੇ ਵੀ ਸਾਡੇ ਵਿਰੋਧੀ ਆ। ਤਾਂ ਮੇਰੇ ਜੋ ਹੈ ਤੁਸੀਂ ਖਾਲੀ ਆ, ਹੈ ਤੁਸੀਂ ਖਾਲੀ ਆ। ਖਾਲੀ ਨਾ ਜੱਗ ਤੋਂ ਆਰਾਮ ਲੈ ਸਕਦੇ, ਨਾ ਰੱਬ ਤੋਂ ਆਰਾਮ ਲੈ ਸਕਦੇ, ਨਾ ਖਾਲੀ ਨਾ ਜੱਗ ਤੋਂ ਖੁਸ਼ੀ ਪ੍ਰਾਪਤ ਕਰ ਸਕਦੇ, ਨਾ ਰੱਬ ਤੋਂ ਖੁਸ਼ੀ ਪ੍ਰਾਪਤ ਕਰ ਸਕਦੇ। ਭਰੇ ਹੋਏ ਜਿਹੜੇ ਆ, ਭਰੇ ਹੋਏ ਦੁਨੀਆ ਨੂੰ ਖੁਸ਼ੀਆਂ ਵੰਡਣ ਲੱਗ ਪੈਂਦੇ ਆ। ਹਾਲੇਲੂਇਆ। ਭਰੇ ਹੋਏ ਦੁਨੀਆ ਨੂੰ ਖੁਸ਼ੀਆਂ ਵੰਡਣ ਲੱਗ ਪੈਂਦੇ ਆ। ਪੜਾਂਗੇ ਅਸੀਂ ਫਿਰ ਇਹਦੀ 1 ਮਿੰਟ 3 ਦੀ 6 ਆਇਤ। ਪਰ ਪਤਰਸ ਨੇ ਆਖਿਆ ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ, ਸੋਨਾ ਚਾਂਦੀ ਮੇਰੀ ਜੇਬ 'ਚ ਨਹੀਂ ਹੈ, ਮੇਰੀ ਜੇਬ ਸੋਨੇ ਚਾਂਦੀ ਨਾਲ ਭਰੀ ਹੋਈ ਨਹੀਂ ਹੈ। ਹਾਂਜੀ, ਪਰ ਜੋ ਮੇਰੇ ਕੋਲ ਹੈ ਸੋ ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ, ਸੋ ਤੈਨੂੰ ਦਿੰਦਾ ਆ। ਜਦੋਂ ਖਾਲੀ ਸੀ ਤੇ ਜਾਲ ਦੇ ਵਿੱਚ ਕੁਝ ਵੀ ਨਹੀਂ ਸੀ ਕਿ ਉਹ ਚੇਲਿਆਂ ਨੂੰ ਦਵੇ, ਕਿਉਂਕਿ ਜਦੋਂ ਜਾਲ ਖਾਲੀ ਨਿਕਲਿਆ ਯਿਸੂ ਮਸੀਹ ਨੇ ਕਿਹਾ ਜੋ ਕੁਝ ਤੁਸੀਂ ਫੜਿਆ ਤੇ ਮੈਨੂੰ ਖਾਣ ਨੂੰ ਕੁਝ ਦਿਓ। ਕਹਿੰਦਾ ਸਾਰੀ ਰਾਤ ਉਹ ਜਾਲ ਪਾ ਰੱਖਿਆ, ਕੁਝ ਨਹੀਂ ਹੈ ਤੁਹਾਨੂੰ ਦਈਏ ਅਸੀਂ। ਸਾਰੀ ਰਾਤ ਜਾਲ ਪਾ ਰੱਖਿਆ, ਸਾਡੇ ਕੋਲ ਕੁਝ ਵੀ ਨਹੀਂ ਆ। ਕਹਿੰਦਾ ਖਾਣ ਨੂੰ ਕੁਝ ਫੜਿਆ? ਕਹਿੰਦਾ ਨਾ, ਕੁਝ ਵੀ ਨਹੀਂ ਆ। ਕਿਉਂ ਨਹੀਂ ਫੜਿਆ? ਕਿਉਂ ਨਹੀਂ ਜਾਲ ਚ ਆਇਆ? ਕਿਉਂਕਿ ਪਤਰਸ ਖਾਲੀ ਸੀ ਆਪਣਾ ਅੰਦਰੋਂ। ਇਸ ਕਰਕੇ ਜਿਸ ਕੰਮ ਨੂੰ ਹੱਥ ਪਾਉਂਦਾ ਸੀ ਫੇਲ ਹੁੰਦਾ ਸੀ, ਜਿੱਧਰ ਨੂੰ ਜਾਂਦਾ ਸੀ ਫੇਲ ਹੋ ਕੇ ਵਾਪਸ ਆਉਂਦਾ ਸੀ, ਜੋ ਕਹਿੰਦਾ ਸੀ ਫੇਲ ਹੁੰਦਾ ਸੀ। ਪਰ ਹੁਣ ਜਦੋਂ ਪਵਿੱਤਰ ਆਤਮਾ ਦੀ ਸਾਮਰਥ ਨੂੰ ਪਾ ਲਿਆ, ਪ੍ਰਭੂ ਦੀ ਹਜ਼ੂਰੀ 'ਚ ਰਹਿ ਕੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਨਾਲ ਜੁੜ ਗਿਆ, ਵਚਨ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ, ਸਵਰਗੋਂ ਸ਼ਕਤੀ ਆਈ ਆ, ਭਰ ਗਿਆ। ਸ਼ਕਤੀ ਆਈ ਆ, ਭਰ ਗਿਆ। ਤੇ ਹੁਣ ਕਹਿੰਦਾ ਕਿ ਹੁਣ ਸੋਨਾ ਚਾਂਦੀ ਹੈ ਨਹੀਂ ਮੇਰੇ ਤੋਂ, ਜਿਹਦੀ ਤੂੰ ਲੋਚ ਰੱਖਦਾ ਆ, ਪਰ ਜੋ ਕੁਝ ਮੇਰੇ ਕੋਲ ਮੈਂ ਤੈਨੂੰ ਦਿੰਦਾ ਆ। ਪਰਮੇਸ਼ਰ ਦੀ ਸ਼ਕਤੀ ਸਾਨੂੰ ਸਭ ਕੁਝ ਸਾਡੇ ਲਈ ਬਹਾਲ ਕਰ ਸਕਦੀ ਆ। ਪਰਮੇਸ਼ਰ ਦੀ ਸਾਮਰਥ ਸਾਡੇ ਲਈ ਸਾਰੇ ਰਸਤੇ ਖੋਲ ਸਕਦੀ ਆ। ਪਰਮੇਸ਼ਰ ਦੀ ਤਾਕਤ ਸਾਡੇ ਲਈ ਸਾਰੇ ਬੰਦ ਦਰਵਾਜ਼ਿਆਂ ਨੂੰ ਖੋਲ ਸਕਦੀ ਆ। ਪਰ ਤਦੇ ਜੇ ਸਾਡੇ ਕੋਲ ਹੋਵੇਗੀ, ਜੇ ਸਾਡੇ ਕੋਲ ਹੋਵੇਗੀ। ਜੇ ਜੇਬ ਖਾਲੀ ਹੋਵੇ ਨਾ, ਕਿਸੇ ਤੁਸੀਂ ਅਣਜਾਣ ਸ਼ਹਿਰ ਵਿੱਚ ਜਾਓ, ਤੁਹਾਨੂੰ ਕਿਸੇ ਤੋਂ ਕੁਝ ਨਹੀਂ ਪ੍ਰਾਪਤ ਹੋਣਾ, ਕਿਸੇ ਤੋਂ ਕੁਝ ਨਹੀਂ ਮਿਲਣਾ। ਤੇ ਜਦੋਂ ਜੇਬ ਭਰੀ ਹੋਈ ਹੋਊਗੀ ਨਾ, ਭਾਵੇਂ ਪਾਕਿਸਤਾਨ ਵੀ ਚਲ ਜਾਓ, ਦੁਕਾਨ ਦੇ ਨੌਕਰ ਅੱਗੇ ਪਿੱਛੇ ਘੁੰਮੀ ਜਾਣਗੇ, ਕਦੀ ਪਾਣੀ ਦੇ ਤਾਂ ਕਦੀ ਠੰਡਾ ਦੇ, ਕਿਉਂਕਿ ਤੁਹਾਡੀ ਜੇਬ ਤੇ ਭਰੀ ਹੋਈ ਆ। ਏਦਾਂ ਹੀ ਜੇ ਤੁਸੀਂ ਪਰਮੇਸ਼ਰ ਦੀ ਸਾਮਰਥ ਨਾਲ, ਪ੍ਰਾਰਥਨਾ ਨਾਲ, ਵਚਨ ਨਾਲ ਭਰੇ ਹੋਏ ਆ, ਦੂਤ ਚਾਰੋਂ ਪਾਸੇ ਘੁੰਮਦੇ ਰਹਿਣਗੇ। ਤੇ ਜਦੋਂ ਖਾਲੀ ਆ, ਫਿਰ ਚਾਹੇ ਤੁਸੀਂ ਵਰਤ ਰੱਖੋ, ਪ੍ਰਭੂ ਦੂਤ ਦੁਆਲੇ ਲਾ ਦੇ, ਦੂਤਾਂ ਦੀ ਬਾੜ ਦੁਆਲੇ ਲਾ ਦੇ, ਕੋਈ ਦੂਤ ਨਹੀਂ ਆਉਣਾ, ਕੋਈ ਦੂਤ ਨਹੀਂ। ਕਿਹਦੀ ਰਾਖੀ ਲਈ ਦੂਤਾਂ ਨਹੀਂ ਆਉਣਾ? ਕਿਹਦੀ ਰਾਖੀ ਲਈ? ਬੋਲੋ। ਜਦੋਂ ਸ਼ੈਤਾਨ ਪ੍ਰਭੂ ਯਿਸੂ ਮਸੀਹ ਨੂੰ ਪਰਤਾ ਰਿਹਾ ਸੀ, ਕਿ ਉਸ ਵੇਲੇ ਦੂਤ ਸੀ ਉੱਥੇ? ਬੋਲੋ। ਜਦੋਂ ਸ਼ੈਤਾਨ ਹਰਾਇਆ ਵਚਨ ਦੇ ਦੁਆਰਾ, ਲਿਖਿਆ ਕਿ ਦੂਤ ਉਸ ਨਾਲ ਯਿਸੂ ਮਸੀਹ ਕੋਲ ਆਏ ਆ। ਅਸੀਂ ਹਾਰ ਕੇ ਯਿਸੂ ਮਸੀਹ ਨੂੰ ਕਹਿਣ ਦੇ ਦੂਤ ਭੇਜ ਦੇ, ਪਾਪ ਕਰਕੇ ਵੀ ਕਹਿ ਰਹੇ ਆ ਦੂਤ ਸਾਡੇ ਘਰ ਦੇ ਦੁਆਲੇ ਲੱਗੇ ਆ, ਝੂਠ ਬੋਲ ਕੇ ਵੀ ਕਹਿੰਦੇ ਆ ਦੂਤ ਮੇਰੇ ਨਾਲ ਨਾਲ ਤੁਰਿਆ ਫਿਰਦਾ। ਬਾਈਬਲ ਨੂੰ ਜਾਣੋ, ਬਾਈਬਲ ਦੇ ਵਿੱਚ ਆਵੋ। ਇਸੇ ਲਈ ਕਿਹਾ ਜਰੂਸ਼ਲਮ ਚ, ਬਾਈਬਲ ਚ, ਅਦਨ ਦੀ ਵਾਟਿਕਾ ਦੇ ਵਿੱਚ ਜ਼ਿੰਦਗੀ ਸੁਰੱਖਿਅਤ ਆ। ਵਚਨ ਤੋਂ, ਬਾਈਬਲ ਤੋਂ, ਜਰੂਸ਼ਲਮ ਚੋਂ, ਆਦਮ ਦੀ ਵਾਟਿਕਾ ਤੋਂ ਬਾਹਰ ਖਤਰਾ ਹੀ ਖਤਰਾ ਆ।
ਬਾਹਰ ਖਤਰਾ ਹੀ ਖਤਰਾ, ਨਿਰਾਸ਼ਾ ਹੀ ਨਿਰਾਸ਼ਾ, ਖਾਲੀਪਨ ਹੀ ਖਾਲੀਪਨ। ਹੁਣ ਇਹ ਆਤਮਾ ਨਾਲ ਭਰੇ ਜਿਹੜੇ ਆਪ ਖਾਲੀ ਸੀ, ਜਾਲ ਖਾਲੀ ਸੀ, ਜ਼ਿੰਦਗੀ ਖਾਲੀ ਸੀ, ਜਦੋਂ ਪ੍ਰਭੂ ਦੇ ਵਚਨ ਨੂੰ ਮੰਨਿਆ, ਆਤਮਾ ਨਾਲ ਭਰਿਆ, ਕਹਿੰਦਾ ਮੈਂ ਤਾਂ ਸੋਨਾ ਚਾਂਦੀ ਮੇਰੇ ਤੋਂ ਨਹੀਂ ਆ, ਪਰ ਜੋ ਕੁਝ ਮੇਰੇ ਕੋਲ ਹੈਗਾ ਆ ਮੈਂ ਤੈਨੂੰ ਉਹ ਦਿੰਦਾ ਆ। ਹਾਂਜੀ, ਯਿਸੂ ਮਸੀਹ ਨਾਸਰੀ ਦੇ ਨਾਮ ਨਾਲ, ਯਿਸੂ ਮਸੀਹ ਨਾਸਰੀ ਦੇ ਨਾਮ ਦੇ ਨਾਲ ਤੁਰ ਫਿਰ ਤਾਂ ਉਸਨੇ ਉਹਦਾ ਸੱਜਾ ਹੱਥ ਫੜ ਕੇ, ਤਾਂ ਉਸਨੇ ਉਸਦਾ ਸੱਜਾ ਹੱਥ ਫੜ ਕੇ ਉਹਨੂੰ ਉਠਾ ਲਿਆ। ਉਸਦੇ ਵੇਲੇ ਉਹਦੇ ਪੈਰ ਅਰ ਗਿੱਟੇ, ਉਸੇ ਵੇਲੇ ਉਸ ਲੰਗੜੇ ਦੇ ਪੈਰ ਤੇ ਗਿੱਟੇ ਤਕੜੇ ਹੋ ਗਏ। ਉਹ ਕੁੱਦ ਕੇ ਉੱਠ ਖੜਾ ਹੋਇਆ। ਪਰਮੇਸ਼ਵਰ ਦੀ ਸ਼ਕਤੀ ਜੇ ਤੁਹਾਡੇ ਵਿੱਚ ਆ ਤੇ ਤੁਹਾਨੂੰ ਕਦੀ ਵੀ ਉਹ ਲੰਗੜਾ ਕੇ ਨਹੀਂ ਚੱਲਣ ਦੇਵੇਗੀ। ਨਾ ਬਿਜ਼ਨਸ ਵਿੱਚ ਤੁਹਾਡੇ ਕੋਲ ਲੰਗੜਾਪਨ ਹੋਵੇਗਾ, ਜਾਂ ਨਾ ਮੇਰੇ ਇਜ਼ੋ, ਨਾ ਖੁਸ਼ੀ ਵਿੱਚ ਲੰਗੜਾਪਨ ਹੋਵੇਗਾ, ਨਾ ਆਨੰਦ ਵਿੱਚ ਲੰਗੜਾਪਨ ਹੋਵੇਗਾ, ਨਾ ਤਰੱਕੀ ਵਿੱਚ ਲੰਗੜਾਪਨ ਹੋਵੇਗਾ, ਨਾ ਤੁਹਾਡੇ ਘਰ ਆਉਣ 'ਚ ਲੰਗੜਾਪਨ, ਨਾ ਬਾਹਰ ਜਾਣ 'ਚ ਲੰਗੜਾਪਨ ਹੋਵੇਗਾ, ਨਾ ਪੈਸੇ 'ਚ ਲੰਗੜਾਪਨ ਹੋਵੇਗਾ, ਨਾ ਮੇਰੇ ਇਜ਼ੋ ਜ਼ਿੰਦਗੀ 'ਚ ਕੋਈ ਲੰਗੜਾਪਨ ਹੋਵੇਗਾ, ਨਾ ਔਲਾਦ ਵਿੱਚ ਲੰਗੜਾਪਨ ਹੋਵੇਗਾ। ਹਰ ਤਰਫ ਤੋਂ ਤੁਸੀਂ ਮੇਰੇ ਇਜ਼ੋ ਪਰਮੇਸ਼ਵਰ ਦੇ ਲੋਕ ਤੇ ਗਵਾਹ ਮੇਰੇ ਇਜ਼ੋ ਜਾਣੇ ਜਾਓਗੇ। ਪਰ ਜੇ ਭਰੇ ਹੋਏ ਹੋਵੋਗੇ ਤੇ ਜੇ ਖਾਲੀ ਤੁਰੇ ਫਿਰਾਂਗੇ, ਸ਼ੈਤਾਨ ਤਾਂ ਪਹਿਲਾਂ ਚਾਹੁੰਦਾ ਤੁਸੀਂ ਖਾਲੀ ਟੱਕਰੋ। ਸ਼ੈਤਾਨ ਤਾਂ ਪਹਿਲਾਂ ਚਾਹੁੰਦਾ ਕਿ ਤੁਸੀਂ ਮੈਨੂੰ ਖਾਲੀ ਟੱਕਰੋ। ਹਾਲੇਲੂਇਆ। ਤਾਂ ਅਸੀਂ ਬੜਕ ਮਾਰ ਕੇ ਨਿਕਲਦੇ ਹਾਂ, ਦੇਖ ਲਾਂਗੇ ਸ਼ੈਤਾਨ ਸਾਡਾ ਕੀ ਕਰ ਲਊ। ਉਹ ਕੱਲਾ ਸੀ ਪਹਿਲਾਂ, ਤੁਸੀਂ ਉਹਨੂੰ ਹਰਾਤਾ, ਹੁਣ 8 ਜਣੇ ਲੈ ਕੇ 8 ਜਣੇ ਬੈਠੇ ਅੱਗੇ। ਦਮ ਨਹੀਂ ਲੈਣ ਦਿੰਦਾ ਫਿਰ ਉਹ ਕਿਸੇ ਨੂੰ। ਹਾਲੇਲੂਇਆ। ਫੇਰ ਕੀ ਕਹਿ ਦਿੰਦੇ ਆ, ਬਸ ਜੀ ਆਕਸੀਜਨ ਹੀ ਲੱਗੀ ਆ ਹੁਣ ਤਾਂ, ਭਾਵ ਬਾਹਰਲੀ ਹਵਾ ਵੀ ਨਹੀਂ ਅੰਦਰ ਜਾਣ ਦਿੰਦਾ ਫਿਰ ਸ਼ੈਤਾਨ। ਫਿਰ ਨੈਚੁਰਲ ਆਕਸੀਜਨ ਵੀ ਨਹੀਂ ਅੰਦਰ ਜਾਣ ਦਿੰਦਾ ਜੀ, ਆਕਸੀਜਨ ਹੀ ਲੱਗੀ ਆ, ਪ੍ਰਾਰਥਨਾ ਕਰੋ ਆਕਸੀਜਨ ਮਾਸਕ ਲੱਥ ਜਾਵੇ। ਪਰ ਇੱਥੇ ਜਦੋਂ ਭਰ ਜਾਂਦੇ ਆ ਆਤਮਾ 'ਚ, ਉਦੋਂ ਕੱਲੇ ਤੁਸੀਂ ਆਨੰਦ ਨਾਲ ਨਹੀਂ ਭਰੋਗੇ, ਜਿਹੜਾ ਤੁਹਾਡੇ ਰਸਤਿਆਂ 'ਚ ਆਵੇਗਾ ਤੁਸੀਂ ਉਹਨਾਂ ਨੂੰ ਵੀ ਆਨੰਦ ਵੰਡਦੇ ਜਾਓਗੇ। ਪਰ ਜੇ ਭਰੇ ਹੋਏ ਹੋਵੋਗੇ, ਤੁਰਦੇ ਫਿਰਦੇ ਪ੍ਰਾਰਥਨਾ ਨਾਲ ਨਹੀਂ ਮਤਲਬ ਕੋਈ ਵੀ, ਰੱਬ ਨੂੰ ਤੁਰਦੇ ਫਿਰਦੇ ਪ੍ਰਾਰਥਨਾ ਨਾਲ ਕੋਈ ਮਤਲਬ ਨਹੀਂ ਆ। ਰਿਸ਼ਤੇਦਾਰਾਂ ਦੇ ਜਾਂਦੇ ਆ, ਮੂੰਗਫਲੀ ਵੇਚਣ ਵਾਲਾ, ਮਰੂੰਡਾ ਵੇਚਣ ਵਾਲਾ ਬੱਸ 'ਚ ਚੜ ਜਾਂਦਾ, ਪੈਕਟ ਲੈ ਕੇ ਖਾਣੇ ਆ, ਤੇ ਜਦੋਂ ਘਰ ਜਾਂਦੇ ਉੱਥੇ ਜਾਂਦੇ ਆ ਰਿਸ਼ਤੇਦਾਰਾਂ ਦੇ, ਉਦੋਂ ਫਿਰ ਕੀ ਹੁੰਦਾ ਆ, ਚਾਹ ਰਹਿਣ ਤੋਂ ਭੈਣ, ਚਾਹ ਬਾਅਦ 'ਚ ਪੀਵਾਂਗੇ, ਪਹਿਲਾਂ ਰੋਟੀ ਪਕਾ ਲਓ, ਟਾਈਮ ਬਹੁਤ ਹੋ ਗਿਆ। ਜਿਹੜੀ ਬੱਸ 'ਚ ਮੂੰਗਫਲੀ ਖਾਧੀ ਉਹਨਾਂ ਰੱਜੇ ਨਹੀਂ, ਉਹ ਰੱਜ ਨਹੀਂ ਦਿੰਦੀ, ਉਹ ਰਜਾਉਂਦੀ ਨਹੀਂ ਆ। ਤਸੱਲੀ ਰੋਟੀ ਬੈਠ ਕੇ ਖਾਣ ਵਾਲੀ ਆ। ਏਦਾਂ ਤੁਰੀ ਫਿਰੀ ਪ੍ਰਾਰਥਨਾ ਧੰਨਵਾਦ ਕਰਨ ਨਾਲ ਨਹੀਂ ਆ। ਬੈਠ ਕੇ ਤਸੱਲੀ ਨਾਲ ਪ੍ਰਾਰਥਨਾ ਕਰੋ, ਰੱਬ ਨਾਲ ਮਨ ਲੱਗੇ, ਰੱਬ ਦਾ ਆਤਮਾ ਤੁਹਾਡੇ ਉੱਤੇ ਉਤਰੇ। ਤੁਰਦਿਆਂ ਫਿਰਦਿਆਂ ਕਾਹਦੀ ਪ੍ਰਾਰਥਨਾ ਆ? ਤੁਰਦਿਆਂ ਫਿਰਦਿਆਂ ਯਾਦ ਰੱਖਣਾ ਅਸੀਂ ਪ੍ਰਭੂ ਯਿਸੂ ਮਸੀਹ ਨੂੰ। ਜੇ ਕਹੀਏ ਕਿ ਤੁਰਦੇ ਫਿਰਦੇ ਪ੍ਰਾਰਥਨਾ ਕਰ ਲਈ ਜੀ, ਮੈਂ ਤਾਂ ਅੱਜ ਸਾਰਾ ਦਿਨ ਤੁਰਦੀ ਰਹੀ, ਪ੍ਰਾਰਥਨਾ ਕਰਦੀ ਰਹੀ, ਬੱਸ ਮਿਲੀ ਨਹੀਂ ਮੈਨੂੰ, 2 ਘੰਟੇ ਤੁਰਨਾ ਪਿਆ, 40 ਕਿਲੋਮੀਟਰ ਮੈਂ ਤੁਰ ਕੇ ਆਇਆ, ਤੇ ਮੈਂ ਪ੍ਰਾਰਥਨਾ ਹੀ ਕਰਦਾ ਆਇਆ। ਮੈਂ ਅੱਜ ਸਾਰੇ ਦਿਨਾਂ ਨਾਲੋਂ ਜ਼ਿਆਦਾ ਪ੍ਰਾਰਥਨਾ ਅੱਜ ਹੋਈ। ਉਹ ਤਾਂ ਤੂੰ ਆਪਣੇ ਫਾਹੇ ਕਰਕੇ ਲੱਗਾ ਸੀ ਪ੍ਰਾਰਥਨਾ ਕਰਨ ਵਾਸਤੇ, ਰੱਬ ਨਾਲ ਖੁਸ਼ੀ ਨਾਲ ਥੋੜਾ ਬੈਠਾ ਸੀ ਤੂੰ। ਉਹ ਤਾਂ ਮੁਸੀਬਤ ਸੀ ਤੇਰੇ ਉੱਤੇ, ਤਾਂ ਤੂੰ ਪ੍ਰਾਰਥਨਾ ਲੱਗਾ ਸੀ ਕਰਨ ਕਿ ਪ੍ਰਭੂ ਜੀ ਕੋਈ ਸਾਈਕਲ ਵਾਲਾ, ਕੋਈ ਮੋਟਰਸਾਈਕਲ ਵਾਲਾ, ਕੋਈ ਗੱਡੀ ਵਾਲਾ ਆ ਕੇ ਰੋਕ ਲੈ, ਮੈਨੂੰ ਲਿਫਟ ਦੇ ਦੇਵੇ। ਉਹ ਤਾਂ ਲਿਫਟ ਵਾਸਤੇ ਸੀ ਪ੍ਰਾਰਥਨਾ ਤੇਰੀ, ਉਹ ਰੱਬ ਵਾਸਤੇ ਥੋੜੀ ਸੀ। ਪ੍ਰਾਰਥਨਾ ਕਰੋ ਬੈਠ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ, ਤਾਂ ਕਿ ਪਰਮੇਸ਼ਵਰ ਨਾਲ ਤੁਹਾਡਾ ਮਨ ਲੱਗੇ, ਪਰਮੇਸ਼ਵਰ ਦਾ ਰੂਹ ਤੁਹਾਡੇ ਉੱਤੇ ਉਤਰੇ ਤੇ ਖਾਲੀਪਨ ਖਤਮ ਹੋਵੇ। ਤੇ ਖਾਲੀਪਨ ਜਦੋਂ ਖਤਮ ਹੋ ਜਾਏਗਾ, ਤੁਸੀਂ ਰੂਹ ਨਾਲ ਭਰ ਜਾਓਗੇ। ਉਹ ਰੂਹ ਜਿਹੜੀ ਤੁਹਾਡੇ ਕੋਲ ਆਈ ਹੈ, ਤੁਹਾਨੂੰ ਹੀ ਆਨੰਦਿਤ ਨਹੀਂ ਕਰੇਗੀ, ਤੁਹਾਡੀ ਫੈਮਿਲੀ ਨੂੰ ਆਨੰਦਿਤ ਨਹੀਂ ਕਰੇਗੀ, ਬਲਕਿ ਦੂਜਿਆਂ ਨੂੰ ਵੀ ਆਨੰਦ ਦੇਣਾ ਸ਼ੁਰੂ ਕਰ ਦੇਵੇਗੀ। ਹਾਲੇਲੂਇਆ। ਅੱਜ ਤੋਂ ਭਰਨਾ ਸ਼ੁਰੂ ਕਰੋ ਆਪਣੇ ਆਪ ਨੂੰ। ਜੇ ਅੱਜ ਤੋਂ ਤੁਸੀਂ ਆਪਣੇ ਆਪ ਨੂੰ ਭਰਨਾ ਸ਼ੁਰੂ ਕਰੋਗੇ, ਮੈਂ ਗਰੰਟੀ ਦਿੰਦਾ ਬਾਈਬਲ ਦੇ ਵਿੱਚੋਂ ਕਿ ਪਰਮੇਸ਼ਵਰ ਤੁਹਾਡੇ ਹਰ ਮਾਰਗ ਨੂੰ ਸਫਲ ਕਰਨਾ ਸ਼ੁਰੂ ਕਰ ਦੇਵੇਗਾ। ਜਦੋਂ ਤੁਸੀਂ ਪਾਕ ਰੂਹ ਦੇ ਨਾਲ ਭਰ ਜਾਓਗੇ, ਵਚਨ ਨਾਲ ਭਰ ਜਾਓਗੇ, ਤੁਹਾਡੇ ਅੰਦਰ ਪ੍ਰਾਰਥਨਾ ਲਈ ਚਾਹਤ ਤੇ ਪ੍ਰਾਰਥਨਾ ਕਰਦੇ ਰਹੋਗੇ। ਕਈ ਕਹਿੰਦੇ ਪਾਸਟਰ ਜੀ ਪ੍ਰਾਰਥਨਾ ਕਰਨ ਨੂੰ ਮਨ ਤਾਂ ਬੜਾ ਕਰਦਾ, ਪਰ ਹੁੰਦੀ ਨਹੀਂ। 2 ਦਿਨ ਏਦਾਂ ਕਰਿਓ, ਰੋਟੀ ਖਾਣ ਨੂੰ ਜੀ ਤਾਂ ਬਹੁਤ ਕਰਦਾ ਪਰ ਖਾਣੀ ਨਹੀਂ, 2 ਦਿਨ ਏਦਾਂ ਛੱਡਦਾ ਰੋਟੀ, ਫਿਰ ਮੈਨੂੰ ਫੋਨ ਤੇ ਗੱਲ ਕਰਿਓ, ਦੇਖੋ ਤਾਂ ਆਵਾਜ਼ ਕੰਬਦੀ ਕਿ ਨਹੀਂ ਕੰਬਦੀ। 2 ਦਿਨ ਪਾਸਟਰ ਜੀ ਰੋਟੀ ਖਾਣ ਨੂੰ ਜੀ ਤਾਂ ਕਰਦਾ ਪਰ ਮੈਂ ਖਾਣੀ ਨਹੀਂ, ਕਰਕੇ ਦੇਖੋ। ਰੋਟੀ ਨਾਲੋਂ ਆਤਮਿਕ ਵਚਨ ਤੇ ਪ੍ਰਾਰਥਨਾ ਸਾਨੂੰ ਜੀਵਨ ਦੇਵੇਗੀ। ਅੱਜ ਜੇ ਤੁਸੀਂ ਆਪਣੇ ਆਪ ਨੂੰ ਭਰਨਾ ਸ਼ੁਰੂ ਕਰ ਦਿਓ,
ਲਾਲਚ ਵਸ ਨਹੀਂ, ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਭਰੋ। ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪਾਕ ਰੂਹ ਦੇ ਨਾਲ ਭਰੋ, ਤੇ ਪਾਕ ਰੂਹ ਤਦ ਆਏਗਾ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ। ਬੱਚਿਆਂ ਦੇ ਲਈ ਕਰ ਲਈ, ਪਤਨੀ ਲਈ ਕਰ ਲਈ, ਪਤੀ ਲਈ ਕਰ ਲਈ, ਇਹਦੇ ਲਈ ਨਹੀਂ। ਪਰਮੇਸ਼ਵਰ ਦੇ ਅੱਗੇ ਬੈਠੋ ਕਿ ਪਰਮੇਸ਼ਵਰ ਮੇਰੇ ਲਈ ਇਹੀ ਬਹੁਤ ਹੈ। ਇੱਕ ਭਜਨ ਗਾਇਆ ਸੀ ਮੈਂ, ਹੁਣ ਇਹਨਾਂ ਨੂੰ ਨਹੀਂ ਪੁੱਛਣਾਗਾ। ਸਾਡਾ ਯਹੋਵਾ ਸਾਨੂੰ ਬਚਾਵੇਗਾ ਜ਼ਰੂਰ, ਜੇ ਨਾ ਵੀ ਬਚਾਇਆ ਤਾਂ ਉਹਨੂੰ ਮੰਨਣਾ ਜ਼ਰੂਰ। ਕਿੱਦਾਂ? ਮਾਈਕ ਦਿਓ। ਬਚਾਇਆ ਤਾਂ ਵੀ ਉਹਨੂੰ ਹੀ ਮੰਨਣਾ। ਠੀਕ ਕਰੋ। ਸਾਡਾ ਯਹੋਵਾ ਬਚਾਵੇਗਾ ਜ਼ਰੂਰ, ਜੇ ਨਾ ਵੀ ਬਚਾਇਆ ਤਾਂ ਵੀ ਉਹਨੂੰ ਹੀ ਮੰਨਣਾ। ਪਾਸਟਰ ਕਿੰਨੇ ਚਿਰ ਹੋ ਗਏ? 2 ਸਾਲ ਹੋ ਗਏ ਮੈਨੂੰ ਇੱਥੇ ਆਉਂਦੀ ਨੂੰ, ਹੋਇਆ ਤਾਂ ਕੰਮ ਹੈ ਨਹੀਂ। ਅੱਜ 12 ਸਾਲ ਤੋਂ ਚਰਚਾਂ ਦੇ ਵਲੰਟੀਅਰ ਬੈਕ ਹੋ ਰਹੇ। ਉਹਨਾਂ ਦੇ ਬੈਕ ਹੋਣ ਦਾ ਕਾਰਨ ਕੀ? ਉਹਨਾਂ ਨੂੰ ਪਤਾ ਹੀ ਨਹੀਂ ਕਿ ਘਰ ਚਰਚ ਕਰਨ ਕੀ ਅਸੀਂ ਆਉਂਦੇ ਆ। ਇੱਕੋ ਹੀ ਦਿਮਾਗ ਦੇ ਵਿੱਚ ਉਹਨਾਂ ਦੇ ਮੇਰੇ ਜੋ ਸੂਈ ਆ, ਬਸ ਚੰਗੇ ਹੋਣਾ, ਬਸ ਚੰਗੇ ਹੋਣਾ, ਚੰਗੇ ਹੋਣਾ, ਚੰਗੇ ਹੋਣਾ, ਚੰਗੇ। ਜ਼ਰੂਰੀ ਨਹੀਂ ਪਰਮੇਸ਼ਰ ਤੁਹਾਨੂੰ ਚੰਗੇ ਕਰਨ ਲਈ ਹੀ ਲੈ ਕੇ ਆਇਆ, ਜ਼ਰੂਰੀ ਹੈ ਕਿ ਪਰਮੇਸ਼ਰ ਤੁਹਾਨੂੰ ਮੁਕਤੀ ਤੇ ਸਵਰਗ ਦਾ ਰਾਜ ਦੇਣ ਲਈ ਲੈ ਕੇ ਆਇਆ। ਹਾਲੇਲੂਇਆ। ਉਹ ਸਵਰਗ ਦਾ ਰਾਜ ਦੇਣਾ ਚਾਹੁੰਦਾ ਹੈ, ਉਹ ਸਵਰਗ ਦਾ ਆਨੰਦ ਦੇਣਾ ਚਾਹੁੰਦਾ, ਸਦੀਪਕ ਜੀਵਨ ਦੇਣਾ ਚਾਹੁੰਦਾ ਹੈ। ਪਰ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਪਾਕ ਰੂਹ ਦੇ ਨਾਲ, ਵਚਨ ਦੇ ਨਾਲ, ਪ੍ਰਾਰਥਨਾ ਨਾਲ ਸਦਾ ਹੀ ਬਣੇ ਰਹੀਏ। ਔਰ ਮੇਰਾ ਇਹ ਵਿਸ਼ਵਾਸ ਹੈ ਕਿ ਜੇ ਤੁਸੀਂ ਵਚਨ 'ਚ ਬਣੇ ਰਹੋਗੇ, ਆਪਣੇ ਬਚਾਅ ਨੂੰ ਨਾ ਦੇਖੋਗੇ ਅਸੀਂ ਬਚਣਾ ਕਿ ਨਹੀਂ ਬਚਣਾ, ਮੈਂ ਚੰਗਾ ਹੋਣਾ ਕਿ ਨਹੀਂ ਹੋਣਾ, ਇਸ ਚੀਜ਼ ਵੱਲ ਨਾ ਦੇਖੋ, ਇਸ ਚੀਜ਼ ਵੱਲ ਦੇਖੋ। ਜੇ ਪਰਮੇਸ਼ਰ ਨੂੰ ਮੌਕਾ ਦਿੱਤਾ ਤਾਂ ਮੈਂ ਪਰਮੇਸ਼ਰ ਦੇ ਨਾਲ ਆਪਣੇ ਆਪ ਨੂੰ ਭਰ ਲੈਣਾ ਹੈ, ਵਚਨ ਨਾਲ ਭਰਨਾ, ਪ੍ਰਾਰਥਨਾ ਨਾਲ ਭਰਨਾ ਹੈ, ਧੰਨਵਾਦ ਦੇ ਬਲਿਦਾਨਾਂ ਨਾਲ ਆਪਣੇ ਆਪ ਨੂੰ ਭਰਨਾ ਆ। ਤੇ ਜਦੋਂ ਮੈਂ ਭਰ ਜਾਣਾ ਆ, ਫਿਰ ਰੱਬ ਦੀ ਸ਼ਕਤੀ ਮੇਰੇ ਅੰਦਰ ਆ ਜਾਣੀ ਹੈ। ਜਦੋਂ ਉਹ ਆ ਜਾਂਦੀ ਆ ਤੇ ਜੇ ਲੰਗੜੇ ਦੂਜੇ ਬੰਦੇ ਨੂੰ ਮੇਰੇ ਜੋ ਬੰਦਾ ਚਲਾ ਸਕਦਾ ਹੈ, ਤਾਂ ਕੀ ਖੁਦਾ ਸਾਡੀਆਂ ਬਰਕਤਾਂ ਨੂੰ ਨਹੀਂ ਖੋਲ ਸਕਦਾ? ਖੋਲੇਗਾ। ਪਰ ਤਦੇ ਜੇ ਅਸੀਂ ਭਰੇ ਹੋਏ ਹੋਵਾਂਗੇ। ਖਾਲੀ ਨਾ ਰੱਖੋ ਆਪਣੇ ਆਪ ਨੂੰ। ਜਿਹੜੇ ਖਾਲੀ ਆ, ਪ੍ਰੇਅਰ ਰਿਕੁਐਸਟਾਂ ਵੀ ਉਹਨਾਂ ਦੀਆਂ ਜ਼ਿਆਦਾ ਹੁੰਦੀਆਂ ਆ। ਜਿਹੜੇ ਖਾਲੀ ਆ ਉਹ ਅੱਜ ਤੱਕ ਟੈਸਟੀਮਨੀ ਪੈਦਾ ਨਹੀਂ ਕਰ ਸਕੇ। ਜਿਹੜੇ ਖਾਲੀ ਆ ਅੱਜ ਵੀ ਉਹ ਨਿਰਾਸ਼ ਆ 7-7 8-8 ਸਾਲ ਬਾਅਦ। ਜਿਹੜੇ ਖਾਲੀ ਆ ਅੱਜ ਵੀ ਉਹਨਾਂ ਦੀਆਂ ਅੱਖਾਂ ਦੇ ਅਥਰੂ ਨਹੀਂ ਪੁੰਝੇ ਗਏ। ਜਿਹੜੇ ਖਾਲੀ ਆ ਅੱਜ ਵੀ ਉਹਨਾਂ ਦੀ ਦਵਾਈ ਉਹਨਾਂ ਤੋਂ ਅੱਡ ਨਹੀਂ ਹੋਈ। ਜਿਹੜੇ ਖਾਲੀ ਆ ਅੱਜ ਵੀ ਟੈਸਟ ਰਿਪੋਰਟਾਂ ਨੈਗੇਟਿਵ ਆ ਰਹੀਆਂ ਉਹਨਾਂ ਦੀਆਂ। ਕਾਰਨ ਕੀ ਆ? ਉਹ ਖਾਲੀ ਆ। ਉਹਨਾਂ ਦਾ ਰੱਬ ਵੱਲ ਧਿਆਨ ਨਹੀਂ ਆ, ਉਹਨਾਂ ਦੀ ਚਾਹਤ ਪਰਮੇਸ਼ਰ ਵੱਲ ਨਹੀਂ ਆ। ਉਹ ਆਪਣੇ ਆਪ ਨੂੰ ਪਾਕ ਰੂਹ ਨਾਲ ਭਰਨਾ ਨਹੀਂ ਚਾਹੁੰਦੇ। ਜਿਹੜੇ ਖਾਲੀ ਆ ਉਹਨਾਂ ਦੀਆਂ ਜੇਬਾਂ ਵੀ ਖਾਲੀ ਆ। ਜਿਹੜੇ ਖਾਲੀ ਉਹਨਾਂ ਦੇ ਬਿਜ਼ਨਸ ਵੀ ਜ਼ੀਰੋ ਆ। ਜਿਹੜੇ ਖਾਲੀ ਆ ਉਹਨਾਂ ਦੇ ਪਰਿਵਾਰ ਵੀ ਜ਼ੀਰੋ ਆ। ਜਿਹੜੇ ਖਾਲੀ ਆ ਮੇਰੇ ਉਹਨਾਂ ਦੀ ਜ਼ਿੰਦਗੀ ਤੇ ਨਿਰਾਸ਼ਾ ਨਾਲ ਭਰੀ ਹੋਈ ਹੈ। ਬਸ ਭਰੋ ਆਪਣੇ ਆਪ ਨੂੰ ਪਾਕ ਰੂਹ ਦੇ ਨਾਲ, ਭਰੋ ਸਾਮਰਥ ਦੇ ਨਾਲ, ਭਰੋ ਵਚਨ ਦੇ ਨਾਲ ਆਪਣੇ ਆਪ ਨੂੰ। ਜਦੋਂ ਭਰ ਲਵੋਗੇ, ਪਤਰਸ ਦੇ ਵਾਂਗ ਲੰਗੜਿਆਂ ਨੂੰ ਚੰਗਾ ਕਰਨਾ ਸ਼ੁਰੂ ਕਰ ਦਿਓਗੇ। ਆਮੀਨ। ਪਤਰਸ ਦੇ ਵਾਂਗ ਮੇਰੇ ਤੋਂ ਫਿਰ ਜਾਲ ਇਦਾਂ ਦੇ ਭਰਨਗੇ, ਮੇਰੇ ਤੋਂ 3-3 ਬੇੜੀਆਂ ਭਰਨ ਤੋਂ ਬਾਅਦ ਵੀ ਮੇਰੇ ਤੋਂ ਮੱਛੀਆਂ ਬਚ ਜਾਂਦੀਆਂ ਸੀ ਜਾਲਾਂ ਦੇ ਵਿੱਚ। ਐਦਾਂ ਪਰਮੇਸ਼ਰ ਕਰਨਾ ਚਾਹੁੰਦਾ ਹੈ। ਭ੍ਰਿਸ਼ਟ ਆਤਮਾ ਮੈਂ ਨਹੀਂ ਕੱਢਣਾ, ਭ੍ਰਿਸ਼ਟ ਆਤਮਾ ਤੁਹਾਡੇ ਪਵਿੱਤਰ ਆਤਮਾ ਨੇ ਆ ਕੇ ਕੱਢਣਾ ਹੈ। ਹਾਲੇਲੂਇਆ। ਤੇ ਜਿਹੜਾ ਭਰਿਆ ਹੋਇਆ ਆ ਉਹਦੇ ਵਿੱਚ ਭ੍ਰਿਸ਼ਟ ਆਤਮਾ ਨੂੰ ਜਗ੍ਹਾ ਨਹੀਂ ਮਿਲਣੀ, ਉਹਦੇ ਅੰਦਰ ਸ਼ੈਤਾਨ ਨੂੰ ਜਗ੍ਹਾ ਨਹੀਂ ਮਿਲਣੀ, ਉਹਦੇ ਅੰਦਰ ਬਿਮਾਰੀ ਨੂੰ ਜਗ੍ਹਾ ਨਹੀਂ ਮਿਲਣੀ। ਜਿਹੜਾ ਆਤਮਾ 'ਚ ਭਰਿਆ ਹੋਇਆ ਆ, ਕਿੱਦਾਂ ਦੀ ਸਾਮਰਥ ਲਿਖਿਆ, ਵੱਡੀ ਹਨੇਰੀ ਦੇ ਵਗਣ ਦੀ ਗੂੰਜ ਵਰਗੀ, ਤੇ ਅੱਗ ਦੀਆਂ ਜੀਭਾਂ ਅੱਡੋ ਅੱਡ ਹੁੰਦੀਆਂ ਵੇਖੀਆਂ ਤੇ ਸਾਰੀਆਂ ਦੀਆਂ ਉੱਤੇ ਉਤਰੀਆਂ, ਤੇ ਉਹ ਅੱਗ ਦੀਆਂ ਜੀਭਾਂ ਜਿਹੜੀਆਂ ਸੀ ਸਭ ਲੋਕ ਅਲੱਗ-ਅਲੱਗ ਬੋਲੀਆਂ ਬੋਲਣ ਲੱਗ ਪਏ। ਜਦ ਅੱਗ ਹੀ ਪਵਿੱਤਰ ਆਤਮਾ ਦੀ ਅੱਗ ਹੀ ਤੁਹਾਡੇ ਅੰਦਰ ਆ ਗਈ ਤਾਂ ਫਿਰ ਸ਼ੈਤਾਨ ਦੀ ਕੋਈ ਤਾਕਤ, ਕੋਈ ਅੰਗ ਉਹਦੇ ਅੰਦਰ ਰਹਿ ਜਾਣਾ ਕਦੀ ਰਹਿ ਹੀ ਨਹੀਂ ਸਕਦਾ। ਹਾਲੇਲੂਇਆ। ਖਾਲੀ ਨਾ ਰਹੋ, ਪ੍ਰਾਰਥਨਾ 'ਚ ਬਣੇ ਰਹੋ। ਖਾਲੀ ਨਾ ਰਹੋ, ਵਚਨ ਪੜਿਆ ਕਰੋ। ਖਾਲੀ ਨਾ ਰਹੋ, ਇੱਕ ਦੂਜੇ ਨੂੰ ਵਚਨ ਸੁਣਾਇਆ ਕਰੋ। ਖਾਲੀ ਨਾ ਰਹੋ, ਰੱਬ ਦੇ ਵਿੱਚ ਬਣੇ ਰਿਹਾ ਕਰੋ। ਗੀਤਾਂ ਦੇ ਦੁਆਰਾ, ਜ਼ਬੂਰਾਂ ਦੇ ਦੁਆਰਾ, ਭਜਨਾਂ ਦੇ ਦੁਆਰਾ ਪ੍ਰਭੂ 'ਚ ਬਣੇ ਰਿਹਾ ਕਰੋ। ਤੇ ਜਦੋਂ ਤੁਸੀਂ ਭਰ ਜਾਓਗੇ, ਤੁਸੀਂ ਆਪਣੇ ਪਰਿਵਾਰਾਂ ਦੇ ਲਈ ਬਲੈਸਿੰਗ ਦਾ ਕਾਰਨ, ਤੁਸੀਂ ਆਪਣੀਆਂ ਮੁਹੱਲਿਆਂ ਦੇ ਲਈ ਬਲੈਸਿੰਗ ਦਾ ਕਾਰਨ ਬਣਨਾ ਸ਼ੁਰੂ ਹੋ ਜਾਵੋਗੇ। ਤਾਂ ਮੇਰੇ ਜੋ ਤੁਹਾਡੀਆਂ ਗਵਾਹੀਆਂ, ਤੁਹਾਡੇ ਨਾਂ ਦੇਣ ਦੇ ਬਾਵਜੂਦ ਵੀ ਲੋਕ ਤੁਹਾਡੀਆਂ ਗਵਾਹੀਆਂ ਦੇਣੀਆਂ ਸ਼ੁਰੂ ਕਰ ਦੇਣਗੇ। ਇਹਨੇ ਵਚਨਾਂ ਦੇ ਨਾਲ ਪਰਮੇਸ਼ਰ ਤੁਹਾਨੂੰ ਸਭ ਨੂੰ ਆਤਮਿਕ ਸ਼ਕਤੀ ਦੇਵੇ, ਬੁੱਧ ਦੇਵੇ, ਗਿਆਨ ਦੇਵੇ। ਵਚਨ ਨੂੰ ਵਿਰਾਮ ਦੇਵਾਂਗੇ, ਇੱਥੇ ਹੀ ਸਮਾਪਤ ਕਰਾਂਗੇ। ਸਭ ਪ੍ਰਭੂ ਦੀ ਹਜ਼ੂਰੀ 'ਚ ਖੜੇ ਹੋ